ਕਿ ਨਾ ਵਾਜ਼ੇ ਤੌਰ ਤੇ ਆ ਗਿਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਪਈ। ਇਹੋ ਹੀ ਗੱਲਾਂ ਜਿਹੜੀਆਂ ਤੁਸੀਂ ਅੱਜ ਕਰਦੇ ਹੋ ਨਾ ਪਏ, ਹਫ਼ਤੇ ਡੇਢ ਬਾਅਦ ਦੁਬਾਰਾ ਸੋਚਿਆ ਜੇ ਤੇ ਫਿਰ ਮੈਨੂੰ ਦੱਸਿਆ ਜੀ ਕਿ ਤੁਹਾਡੇ ਅੱਜ ਵੀ ਉਹੀ ਇਹਦੀ ਅੰਡਰਸਟੈਂਡਿੰਗ ਇਹ ਚੀਜ਼ਾਂ ਦੀ ਜਿਹੜੀ ਤੁਹਾਨੂੰ ਮੇਰਾ ਮਤਲਬ ਹੈ ਹਫ਼ਤੇ ਬਾਅਦ ਹੋਏਗੀ ਜਾਂ ਜਿਹੜੀ ਅੱਜ, ਇਹਦੇ ਫਰਕ ਹੈ ਕਿ ਨਹੀਂ? ਮੈਨੂੰ ਲੱਗਦਾ ਹੈ ਕਿ ਇਹਦੇ 'ਚ ਬਹੁਤ ਜ਼ਿਆਦਾ ਫਰਕ ਹੈ। ਬਿਲਕੁਲ 100% ਇਹ ਅੰਡਰਸਟੈਂਡਿੰਗ ਹੋਈ ਜੀ। ਅਗਰ ਤੇ ਈਗੋ ਅੱਗੇ ਵਿੱਚ ਲਿਆਓਗੇ ਨਾ, ਮੇਰੀ ਗੱਲ ਈਗੋ ਨਹੀਂ, ਗੱਲ ਈਗੋ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਪ੍ਰਿੰਸੀਪਲ ਦੀ। ਠੀਕ ਹੈ, ਗੱਲ ਹੁੰਦੀ ਹੈ ਪ੍ਰਿੰਸੀਪਲ ਦੀ। ਮਾਈ ਪ੍ਰਿੰਸੀਪਲ ਇਜ਼, ਜੇ ਕੋਈ ਮੈਨੂੰ ਥ੍ਰੈਟ ਕਰੇਗਾ ਆਈ ਐਮ ਸਟੈਂਡਿੰਗ, ਜੇ ਕੋਈ ਮੈਨੂੰ ਪਿਆਰ ਨਾਲ ਗੱਲ ਕਹੇਗਾ ਮੈਂ ਮੰਨ ਲਵਾਂਗਾ। ਠੀਕ ਹੈ, ਤੇ ਜੇ ਕੋਈ ਮੈਨੂੰ ਮੁਨਾਫਿਕ ਡਿਕਲੇਅਰ ਕਰੇਗਾ ਤੇ ਮੈਂ ਉਹਦੇ ਨਾਲ ਜ਼ਿੰਦਗੀ 'ਚ ਕਦੀ ਨਹੀਂ ਬਵਾਂਗਾ। ਕਿਸੇ ਜਿਹੜੇ ਬੰਦੇ ਨੇ ਮੈਨੂੰ ਮੁਨਾਫਿਕ ਡਿਕਲੇਅਰ ਕੀਤਾ, ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲullah, ਟਿਕਟਾਕ ਤੇ ਸਭ ਤੋਂ ਜ਼ਿਆਦਾ ਰਿਸਪੈਕਟ ਮੈਂ ਉਸ ਬੰਦੇ ਦੀ ਕੀਤੀ ਹੈ। ਸਿਰਫ ਇੱਕ ਮੇਰੀ ਜਰਨਲ ਸਟੇਟਮੈਂਟ ਤੇ ਉਸ ਬੰਦੇ ਨੇ ਅਸਿਊਮ ਕਰ ਲਿਆ ਕਿ ਮੈਂ ਉਹਦੀ ਗੱਲ ਕਰ ਰਿਹਾ ਤੇ ਮੈਨੂੰ ਮੁਨਾਫਿਕ ਡਿਕਲੇਅਰ ਕਰ ਲਿਆ। ਇਹਨਾਂ ਦੇ ਇਹ ਜ਼ਰਫ ਨੇ। ਬਾਹਰ ਤੁਸੀਂ ਬਿਹਤਰ ਜਾਣਦੇ ਹੋ, ਤੁਸੀਂ ਕਿਉਂਕਿ ਉਹਦੇ ਵਿੱਚ ਗੁਜ਼ਰੇ ਹੋ, ਸ਼ਾਇਦ ਤੁਸੀਂ ਬਿਹਤਰ ਸਹੀ ਆਂਦੇ ਹੋ। ਮੇਰੀ ਤੇ ਅੰਡਰਸਟੈਂਡਿੰਗ ਥੋੜੀ ਜਿਹੀ ਹੋ ਰਹੀ, ਕਿਉਂਕਿ ਅਸਲ ਗੱਲ ਹੁੰਦੀ ਟੋਨ ਦੀ। ਮੈਂ ਤੈਨੂੰ ਆਖਦਾ ਜਾਨੀ ਬਾਈ ਤੇ ਮੈਂ ਹੋ ਜਾਨੀ ਬਾਈ, ਫਰਕ ਤੇ ਨਾਲ ਸੇਮ ਲਫ਼ਾਜ਼ ਦੇ ਫਰਕ, ਮਤਲਬ ਉਹਦਾ ਅਦਾ ਕਰਨ ਦੇ ਵਿੱਚ ਫਰਕ ਹੈ ਨਾ। ਤੇ ਜੇ ਤੁਸੀਂ ਇੰਨੀ ਫਰਮ ਹੋ ਆਪਣੀ ਜਗ੍ਹਾ ਤੇ ਮੈਂ ਤੇ ਤੁਹਾਡੇ ਨਾਲ ਉਸ ਗੱਲ ਤੇ ਆਰਗੂਮੈਂਟ ਨਹੀਂ ਕਰ ਸਕਦਾ। ਐਕਸ ਭਾਈ ਮੇਰੀ ਗੱਲ ਸੁਣੋ, ਫਰਮ ਦੀ ਗੱਲ ਮੈਂ जानी भाई मेरी बात सुनो। एक मिनट है जो ज्यादा सीरियस लेंगे हो, इतना कोई मसला नहीं है। अगर वो आपका दोस्त है और आपकी अंडरस्टैंडिंग है तो सम टाइम बंदा इन्फ्लुएंस में आ जाता है। आप उसको कहोगे अच्छा इससे बात करेंगे, वो जब नॉर्मल मोहम्मद अहमद भाई जाने भाई बात करते हैं। सिर्फ एक बात पूछ लूं मिस्टर एक्स भाई, आपको 5 फूल मौसूल हो गए नीचे से? यार आपको 5 फूल का गिफ्ट आया, मौसूल हुआ है? वो सबको नजर आ रहा है। मैं तुम भेज देना, गल जारी रखो। चले जी ज्ञानी भाई बात कीजिए। मिस्टर एक्स भाई जेड़ा मिस्टर एक्स भाई मेरी गल सुनो, जेड़ा किसी नू दोस्त नू गल मनाने वाली गल हुंदी है ना, ਉਹ ਵਿੱਚ ਨਾਲ 5 ਬੰਦੇ ਲੈ ਕੇ ਟੁਰ ਕੇ ਨਹੀਂ ਹੁੰਦੀ, ਉਹ 1 to 1 ਹੁੰਦੀ ਹੈ। ਠੀਕ ਹੈ, ਤੇ ਮੈਂ ਗੱਲ ਕਰਾਂਗਾ ਖੁੱਲੀ ਤੇ ਓਪਨ। ਜਿੱਦੂ ਜੱਗੇ ਦਾ ਤੇ ਮੀਆਂ ਸਾਹਿਬ ਦੀ ਲੜਾਈ ਚੱਲ ਰਹੀ ਸਨ, ਮਾਈਕ ਲਾ ਕੇ ਗਾਲਾਂ ਚੱਲ ਰਹੀਆਂ ਸਨ। ਇਹ ਅਲੀ ਅਕਬਰ ਮੇਰੇ ਨਾਲ 6 ਮਹੀਨੇ ਮੇਰੇ ਖਿਲਾਫ ਰਿਹਾ ਵੇ। ਅਲੀ ਅਕਬਰ ਮੇਰੀਆਂ ਗੱਲਾਂ ਕਰਦਾ ਰਿਹਾ। ਪਤਾ ਕਿਸ ਗੱਲ ਤੂੰ ਕਿ ਮੀਆਂ ਦੀ ਤੇ ਜੱਗੇ ਦੀ ਲੜਾਈ ਚੱਲ ਰਹੀ ਸੀ, ਮਾਈਕ ਲਾ ਕੇ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗੇ ਸੀ। ਮੈਂ ਜੱਗੇ ਨੂੰ ਫੋਨ ਕਰਕੇ ਮਨਾ ਕਰਤਾ ਸੀ, ਮੈਂ ਕਿਹਾ ਤੂੰ ਇਨਸਾਨ ਬਣ, ਤੈਨੂੰ ਪੈਣ ਦੀ ਲੋੜ ਨਹੀਂ ਹੈ। ਜਿਹੜਾ ਜੋ ਗੱਲਾਂ ਕਰਦਾ ਵੇਖੀ ਜਾਏਗੀ, ਤੂੰ ਸਾਈਡ ਤੇ ਹੋ ਜਾ। ਯਾਰੀ ਇਹ ਹੁੰਦੀ ਹੈ ਕਿ ਤੁਸੀਂ ਚੁੱਪ ਕਰਕੇ ਆਪਣੇ ਦੋਸਤ ਨੂੰ ਸਾਈਡ ਕਰ ਲਓ। ਯਾਰੀ ਇਹ ਨਹੀਂ ਹੁੰਦੀ ਕਿ ਜਦੋਂ ਕੋਈ ਮਸਲਾ ਚੱਲ ਰਿਹਾ ਤੁਸੀਂ ਭੈਣ ਚੋਂ 8 ਬੰਦੇ ਫੋਨ ਚ ਕਾਲ ਚ ਲਿਆ ਕੇ ਯਾਰਾਂ ਨੂੰ ਕਹੋ ਕਿ ਫਿਰ ਤੂੰ ਜੋ ਕਰਨਾ ਕਰ ਲੈ। ਗੱਲ ਇਹ ਵੀ ਕਿ ਜੇ ਕਿਸੇ ਫੋਨ ਕਾਲ ਕੀਤੀ ਉਹ ਗੁਨਾਹ ਕਬੀਰਾ ਤੇ ਨਹੀਂ ਨਾ ਹੋ ਗਿਆ। ਅਸਲ ਤੇ ਗੱਲ ਤੁਸੀਂ ਜਿਹੜੀ ਇਗਨੋਰ ਕਰਦੇ ਹੋ ਇਹ ਵੀ ਕਿ ਉਸ ਬੰਦੇ ਨੇ ਦਬਾ ਕੇ ਫਿਰ ਤੁਹਾਨੂੰ ਕੱਲਿਆਂ ਵੀ ਗੱਲ ਕੀਤੀ। ਅਗਰ ਉਹ ਇਨਫਲੂਐਂਸ ਚ ਆ ਕੇ ਵੀ ਇੱਕ 2-4-5 ਬੰਦੇ ਨੇ ਕਿ ਯਾਰ ਸਾਡੀ ਜਾਨੀ ਨਾਲ ਗੱਲ ਕਰ ਛੱਡ, ਸਾਨੂੰ ਲੱਗਦਾ ਹੈ ਕਿ ਉਹ ਗਲਤ ਜਗ੍ਹਾ ਤੇ ਬੈਠਾ। ਠੀਕ ਹੈ, ਅਗਰ ਉਸ ਤੋਂ ਬਾਅਦ ਉਹਨੇ ਤੁਹਾਡੇ ਨਾਲ 10 ਮਿੰਟ ਗੱਲ ਕੀਤੀ, 5 ਮਿੰਟ ਗੱਲ ਕੀਤੀ, ਤੁਹਾਨੂੰ ਉਸ ਗਰੁੱਪ ਕਾਲ ਦੇ ਵਿੱਚ ਕਿਸੇ ਗਾਲ ਕੱਢੀ ਹੋਵੇ ਜਾਂ ਤੁਹਾਡੇ ਨਾਲ ਕਿਸੇ ਐਸਾ ਰਵੱਈਆ ਰੱਖਿਆ ਹੋਵੇ ਕਿ ਤੁਹਾਨੂੰ ਜਿਹੜਾ ਲੱਗਾ ਹੋਵੇ ਕਿ ਮਨਫੀ ਸੀ, ਉਸ ਤੋਂ ਬਾਅਦ ਉਹ ਬੰਦਾ ਤੁਹਾਡੇ ਕੋਲ ਆਉਂਦਾ ਹੈ, ਉਹ ਇਹ ਸੋਚ ਕੇ ਮੈਨੂੰ ਜਿਹੜੀ ਅੰਡਰਸਟੈਂਡਿੰਗ ਓਬਵੀਅਸਲੀ ਸਾਰਾ ਮਸਲਾ ਟੋਨ ਦੀ ਕਿਸ ਤਰ੍ਹਾਂ ਦੀ ਸੀ ਉਸ ਟਾਈਮ ਨਾ, ਕਿ ਉਸ ਟਾਈਮ ਕਿ ਉਹਨੇ ਤੁਹਾਨੂੰ ਆ ਕੇ ਆਖਿਆ ਯਾਰ ਜਾਨੀ ਵੇਖ ਲੈ ਕਿ ਅੱਗੋਂ ਤੂੰ ਆਪ ਹੀ ਵੇਖ ਲੈ, ਤੇ ਜਾਂ ਉਹ ਇਸ ਤਰ੍ਹਾਂ ਆਂਦਾ ਕਿ ਜਾਨੀ ਵੇਖ ਲੈ ਜਦੋਂ ਤੂੰ ਗਿਆ ਨਾ ਤੇਰੇ ਮੈਂ ਵੇਖ ਲਾ। ਥ੍ਰੈਟ ਹੁੰਦਾ ਹੈ ਜੇ ਤੁਹਾਨੂੰ ਆਖੇ ਦਾ ਮੈਂ ਤੈਨੂੰ ਵੇਖ ਲਾਂਗਾ। ਲਾ ਦਿਓ ਫੋਟੋ ਤੇ ਲਾਓ ਪਹਿਲੂ, ਇੰਜ ਦੀ ਗੱਲ ਨਹੀਂ ਅੱਛੀ ਹੁੰਦੀ। ਸੀਸੀਟੀਵੀ ਨੂੰ ਚੇਂਜ ਕਰੋ ਯਾਰ। ਅਰਜ਼ ਹੈ ਵੇ ਤੁਸੀਂ ਉਸ ਚੀਜ਼ ਦੇ ਫੇਵਰ ਚ ਦਲਾਇਲ ਦੇ ਰਹੇ ਹੋ ਜਿਹੜੀ ਤੁਸੀਂ ਇਨ ਪਰਸਨ ਸੁਣੀ ਨਹੀਂ। ਤੇ ਮੈਂ ਪਿਆ ਨਾ, ਮੈਂ ਤੇ ਦੋਵੇਂ ਚੀਜ਼ਾਂ ਜਾਨੀ ਸਾਹਿਬ ਆਨਾ ਪਿਆ। ਤੁਸੀਂ ਠੀਕ ਵੀ ਹੋ ਸਕਦੇ ਹੋ, ਤੁਸੀਂ ਠੀਕ ਹੋ ਸਕਦੇ ਹੋ, ਪਰ ਮੈਂ ਨਾ ਇਹ ਤੇ ਜਿਵੇਂ ਤੁਸੀਂ ਲਈ ਇਹ ਗੱਲ ਜਾਂ ਜਿਵੇਂ ਉਹਨੇ ਆਖੀ ਉਹਦੇ ਤੇ ਡਿਪੈਂਡ ਕਰਦਾ ਨਾ। ਠੀਕ ਹੈ, ਔਰ ਏਡਾ ਵੱਡਾ ਮੁਹੰਮਦ ਅਹਿਮਦ ਸਾਹਿਬ ਤੁਹਾਨੂੰ ਆਖਦੇ ਏਡਾ ਵੱਡਾ ਮਸਲਾ ਨਹੀਂ ਕਿ ਜਿੱਥੇ ਜ਼ਿੰਦਗੀ ਮੌਤ ਆ ਜਾਂਦੀ ਹੈ ਨਾ, ਜਿੱਥੇ ਇੰਨਾ ਬੰਦਾ ਕਿ ਕਹਿੰਦੀ ਮੇਰੀ ਦੋਸਤੀ ਔਰ ਇਹ ਖਤਮ। ਬਲਕਿ ਤੁਹਾਨੂੰ ਚਾਹੀਦਾ ਸੀ ਉਲਟਾ ਨੂੰ ਤਰਾਂਦੇ ਤੁਹਾਨੂੰ ਆਂਦੇ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਗੱਲ ਕਰਨ ਲੱਗੇ। ਅਸੀਂ ਕਿੰਨੇ ਦੋਸਤ ਦੇ ਆਪਣੇ ਦੋਸਤਾਂ ਬਜਾਏ ਇਸ ਤੇ ਕਿ ਉਹਨੂੰ ਗਰਜ ਲੈ ਕੇ ਤੁਹਾਨੂੰ ਬਗੈਰ ਓਪਨਲੀ ਉਹਨੂੰ ਮੇਰਾ ਮਤਲਬ ਕਰਨਾ। ਅਗਰ ਇਹ ਉਹਨੇ ਵੀ ਤੁਹਾਨੂੰ ਪ੍ਰਾਈਵੇਟ ਕੀਤੀ, ਤੁਸੀਂ ਅਗਰ ਤੁਹਾਨੂੰ ਆਪਣੀ ਦੋਸਤੀ ਤੇ ਮਾਣ ਸੀ ਨਾ, ਤੁਸੀਂ ਡਬਲ ਉਹਨਾਂ ਦਾ ਗੁੱਸਾ ਕੱਢ ਕੇ ਉਹਨਾਂ ਨਾਲ ਤੈਨੂੰ ਸ਼ਰਮ ਨਹੀਂ ਤੈਨੂੰ ਆਈ ਤੂੰ ਮੇਰੇ ਨਾਲ ਗੱਲ ਕਿ ਮੈਂ ਤੈਨੂੰ ਕਿਦੋਂ ਜਾਣਨਾ ਜਾਂ ਤੂੰ ਮੈਨੂੰ ਕਿਦੋਂ ਜਾਣਨਾ। ਇਸ ਅਗਲੀ ਗੱਲ ਵੀ ਸੁਣੋ। ਹੁਣ ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਉਹਦੀ ਲੜਾਈ ਛੜਾਈ ਸੀ ਜਾਂ ਜੋ ਵੀ ਸੀ, ਤੇ ਉਹਨੂੰ ਮੈਂ ਫੋਨ ਕਰਕੇ ਮਨਾ ਕਰ ਲਿਆ, ਸਾਈਡ ਤੇ ਹੋ ਗਿਆ। ਮੈਂ ਕਦੀ ਕਿਸੇ ਨੂੰ ਅਗਲੇ ਬੰਦੇ ਨੂੰ ਜਾ ਕੇ ਨਹੀਂ ਦੱਸਿਆ, ਮੈਨੂੰ ਲੋੜ ਹੀ ਨਹੀਂ ਦੱਸਣ ਦੀ, ਕਿਉਂਕਿ ਹੀ ਇਜ਼ ਮਾਈ ਫਰੈਂਡ, ਇਟਸ ਬਿਟਵੀਨ ਮੀ ਐਂਡ ਹਿਮ। ਜਿਹੜੀ ਉਹਨੇ ਮੈਨੂੰ ਫੋਨ ਤੇ ਗੱਲ ਕੀਤੀ ਏ ਉਹ ਗੱਲ ਮੁਬਸ਼ਰ ਰਜ਼ਾ ਤੇ ਨਾਸਰ ਬੱਟ ਸਾਹਿਬ ਬਰਾੜ ਦੇ ਉੱਤੇ ਬੁਲਾ ਕੇ ਮੈਨੂੰ ਕਿੰਜ ਗਵਾਹੀਆਂ ਮੰਗ ਰਹੇ ਨੇ। ਮੇਰੀ ਤੁਹਾਡੀ ਹੋਏ ਮਿਸਟਰ ਐਕਸ ਫੋਨ ਤੇ ਗੱਲ, ਠੀਕ ਹੈ,
ਉਹ ਗੱਲ ਅਲੀ ਅਕਬਰ ਤੁਹਾਨੂੰ ਬਰਾੜ ਦੇ ਆ ਕੇ ਤੇ ਮੈਨੂੰ ਪੁੱਛਿਆ ਹਾਂ ਬਈ ਤੂੰ ਦੱਸ ਤੂੰ ਫਲਾਣੀ ਗੱਲ ਕੀਤੀ ਏ। ਜੱਗਾ ਸਾਹਿਬ ਨੇ ਅੱਗੇ ਜਾ ਕੇ ਅੱਛੀ ਗੱਲ ਨਹੀਂ, ਜਿਹੜੀ ਮੇਰੀ ਤੇ ਉਹਦੀ ਫੋਨ ਤੇ ਗੱਲ ਹੋਈ ਏ, ਮੈਂ ਇੱਥੇ ਬਰਾੜ ਤੇ ਓਪਨਲੀ ਕਹਿੰਦਾ ਵਾਂ, ਮੈਂ ਉਹਨੂੰ ਕਿਹਾ ਕਿ ਯਾਰ ਅੱਗੇ ਵੀ ਪਿਛਲੀ ਵਾਰੀ ਵੀ 2-3 ਲੜਾਈਆਂ ਹੋਈਆਂ ਨੇ, ਇਹ ਮਲਕ ਵਾਲੇ ਚੱਕਰ 'ਚ ਮੈਂ ਕਿਹਾ ਤੂੰ ਪਿਆ ਵੇ, ਸਾਰਿਆਂ ਨੇ ਇੱਕ ਦੂਜੇ ਨੂੰ ਗਾਲਾਂ ਛੱਲਾਂ ਕੱਢੀਆਂ, ਮਾਫੀਆਂ ਮੰਗ ਲੈ, ਤੇ ਮੈਂ ਕਿਹਾ ਤੂੰ ਉਹ 'ਚ ਲੋਕਾਂ ਦੇ ਅੱਖ ਲਾ ਕੇ ਕੀ ਖਟਿਆ ਵੇ, ਤੇ ਮੈਂ ਕਿਹਾ ਮੇਰਾ ਭਰਾ ਬਹੁਤ ਬਿਹਤਰ ਹੈ, ਜਿਹੜਾ ਜੋ ਕਰਦਾ ਨਾ ਉਹਨਾਂ ਨੂੰ ਕਰਨ ਦੇ, ਠੀਕ ਹੈ, ਤੁਸੀਂ ਸਾਈਡ ਤੇ ਰਹੋ, ਤੁਸੀਂ ਪਹਿਲਾਂ ਹੀ ਬਹੁਤ ਮਸ਼ਹੂਰ ਹੋ, ਠੀਕ ਹੈ। ਮੈਂ ਕਿਹਾ ਅਲੀ ਅਕਬਰ ਉਹਨਾਂ ਨਾਲ ਲੜਦਾ, ਗਾਲਾਂ ਕੱਢਦਾ, ਕੱਢਣ ਦੇ, ਉਹ ਕੱਢਦੇ ਨੇ ਕੱਢਣ ਦੇ, ਤੇਰਾ ਕੀ ਵਿੱਚ ਲੈਣਾ ਦੇਣਾ ਵੇ। ਭਾਈ ਸਾਹਿਬ ਨੇ ਜਾ ਕੇ ਉਹਨੂੰ ਮੈਂ ਸਮਝਾਇਆ ਵੇ, ਭਾਈ ਸਾਹਿਬ ਨੇ ਜਾ ਕੇ ਫੁੱਲ ਅੱਗੇ ਉਲਟੀ ਕੀਤੀ ਹੈ, ਤੇ ਜਿੰਨਾ ਅੱਗੇ ਉਲਟੀ ਕੀਤੀ ਹੈ ਨਾ ਉਹ ਵੀ ਐਡੇ ਸਿਆਣੇ ਨੇ ਕਿ ਉਹ ਇੱਕ ਸੁਣੀ ਸੁਣਾਈ ਗੱਲ 'ਚ ਫੋਨ ਕਨਵਰਸੇਸ਼ਨ 'ਚ ਜਿੱਥੇ ਉਹ ਮੌਜੂਦ ਹੀ ਨਹੀਂ ਹੈ, ਉਸ ਫੋਨ ਕਨਵਰਸੇਸ਼ਨ ਦੀ ਬੇਸ ਤੇ ਮੈਨੂੰ ਕਹਿ ਰਹੇ ਨੇ ਇਹ ਜਾਨੀ ਦੇ ਨਾਲ ਅਲੀ ਅਕਬਰ ਨੇ ਗੱਲ ਕੀਤੀ ਹੈ, ਜਾਨੀ ਭਾਈ ਤੁਸੀਂ ਉੱਤੇ ਆ ਕੇ ਗਵਾਹੀ ਦਿਓ। ਭਾਈ ਤੁਹਾਡੇ ਸਾਹਮਣੇ ਕਿਸ ਚੀਜ਼ ਦੀ ਗਵਾਹੀ ਲੈਣੀ ਹੈ ਤੁਸੀਂ? ਜਿਹੜੇ ਦੋ ਬੰਦਿਆਂ ਦੀ ਫੋਨ ਤੇ ਇਨ ਪਰਸਨ ਗੱਲ ਹੋਈ ਹੈ, ਤੁਸੀਂ ਇਨਵੋਲਵ ਨਹੀਂ, ਇੱਕ ਬੰਦੇ ਨੇ ਡਿਸਟਰਸਟ ਕੀਤਾ, ਡਿਸਆਨੈਸਟੀ ਕੀਤੀ ਹੈ, ਅੱਗੇ ਜਾ ਕੇ ਉਹ ਗੱਲ ਕੀਤੀ, ਤੁਸੀਂ ਮੈਨੂੰ ਦੱਸੋ ਲੀਗਲੀ ਇਸ ਗੱਲ ਦੀ ਜਾਂ ਸ਼ਰਨ ਇਸ ਗੱਲ ਦੀ ਗਵਾਹੀ ਹੁੰਦੀ ਹੈ ਕਿ ਦੋ ਬੰਦਿਆਂ ਦੀ ਆਪਸ ਵਿੱਚ ਫੋਨ ਤੇ ਗੱਲ ਹੋਈ ਹੈ? ਅੱਗੇ ਮੈਂ ਨਾ ਇੱਕ ਮਿਸਾਲ ਤੁਹਾਨੂੰ ਦੇਣਾ ਜਾਨੀ ਸਾਹਿਬ, ਇੱਕ ਮਤਲਬ ਮਿਸਾਲ ਦੇਣਾ, ਸਵੇਰੇ ਮੈਂ ਨਾ ਨਾਨ ਵੜਿਆ, ਫੋਨ ਰੱਖ ਕੇ ਤੇ ਪਿੱਛੋਂ ਮੈਨੂੰ ਨਾ ਅਲੀ ਅਕਬਰ ਦੇ ਮੈਸੇਜ ਆਏ ਨੇ, ਠੀਕ ਹੈ। ਉਸ ਤੋਂ ਬਾਅਦ ਮੈਂ ਨਿਕਲ ਕੇ ਉਹਨਾਂ ਨੂੰ ਕਾਲ ਕੀਤੀ, ਸਾਡੀ ਤਕਰੀਬਨ ਅੱਧਾ ਮੁੰਨਾ ਘੰਟਾ ਗੱਲ ਹੋਈ, ਲੇਕਿਨ ਉਸ ਗੱਲ ਜਿਹੜੀ ਹੈ ਉਹਦਾ ਇੱਕ ਵੀ ਲਫ਼ਜ਼ ਨਾ ਤੁਸੀਂ ਸਾਰੀ ਜ਼ਿੰਦਗੀ ਕਦੀ ਬਾਹਰ ਨਹੀਂ ਵੇਖੋ ਗਿਆ। ਇਹ ਬਹੁਤ ਹੀ ਬੁਰੀ ਹਰਕਤ ਹੁੰਦੀ ਹੈ ਕਿ ਕਿਸੇ ਦਾ ਪ੍ਰਾਈਵੇਟ ਜਿਹੜੀ ਕਾਲ ਹੁੰਦੀ ਹੈ ਉਹਨੂੰ ਤੁਸੀਂ ਬਕਾਇਦਾ ਬਾਹਰ ਜਾ ਕੇ ਡਿਸਕਸ ਕਰੋ। ਸੇਮ ਗੱਲ ਇਹਨੂੰ ਇਸੇ ਤਰ੍ਹਾਂ ਵੀ ਲਿਆ ਜਾਂਦਾ। ਕੱਲ ਓਪਨ ਬਰਾਡ ਦੇ ਉੱਤੇ ਇਹ ਦੱਸੋ ਨਾ ਮੈਨੂੰ ਇਹ ਮੋਤਮ ਥੋੜਾ ਜਿਹਾ ਹੋਰ ਦੱਸ ਦਿਓ ਕਿ ਇੱਕ ਬੰਦਾ ਜਾ ਕੇ ਪ੍ਰਾਈਵੇਟ ਡਿਸਕਸ਼ਨ ਅੱਗੇ ਜਾ ਕੇ ਬਹੁਤ ਸਿਆਣੇ ਮੁਤਬਰ ਤੇ ਅੱਛੇ ਬੰਦਿਆਂ ਦੇ ਸਾਹਮਣੇ ਡਿਸਕਲੋਜ਼ ਕਰਦਾ, ਤੇ ਉਹ ਬੰਦੇ 70 ਬੰਦਿਆਂ ਦੀ ਬਰਾੜ ਤੇ ਬਹਿ ਕੇ ਮੈਨੂੰ ਆਵਾਜ਼ ਦੇਣ ਕਿ ਤੁਹਾਡੀ ਗੱਲ ਹੋਈ ਸੀ, ਆ ਕੇ ਗਵਾਹੀ ਦਿਓ। ਯਾਰ ਡਸ ਇਟ ਮੇਕ ਐਨੀ ਸੈਂਸ? ਜਿਹੜੇ ਬੰਦਾ ਇਸ ਗੱਲ ਕੀਤੀ ਹੈ ਨਾ, ਗਵਾਹੀ ਵੀ ਜਿਹੜੀ ਕਿਸੇ ਦੀ ਹੁੰਦੀ ਹੈ ਨਾ ਪਬਲਿਕ ਫੋਰਮ ਤੇ, ਉਹ ਉਹਦੀ ਕੰਸੈਂਟ ਨਾਲ ਹੁੰਦੀ ਹੈ। ਜਿਹੜੇ ਦੋ ਬੰਦਿਆਂ ਦੀ ਫੋਨ ਤੇ ਪ੍ਰਾਈਵੇਟ ਗੱਲ ਹੋਈ ਹੋਏ ਨਾ, ਉਹ ਜੇ ਤੀਸਰਾ ਜਾਂ ਚੌਥਾ ਬੰਦਾ ਪਬਲਿਕ ਫੋਰਮ ਤੇ ਗਵਾਹੀ ਨਹੀਂ ਮੰਗ ਸਕਦਾ। ਫੇਰ ਨਾ ਤੇ ਕੋਈ ਦੋ ਰਾਏ ਨਹੀਂ। ਗਵਾਹੀ ਕਿਹੜੀ ਗੱਲ ਦੀ ਲੈਣੀ ਹੈ ਮਿਸਟਰ ਐਕਸ ਭਾਈ? ਗਵਾਹੀ ਸਿਰਫ ਇਸ ਗੱਲ ਦੀ ਲੈਣੀ ਹੈ ਕਿ ਤੇਰੀ ਅਲੀ ਅਕਬਰ ਦੇ ਨਾਲ ਫੋਨ ਤੇ ਗੱਲ ਹੋਈ ਸੀ, ਤੇ ਅਲੀ ਅਕਬਰ ਨੇ ਤੁਹਾਨੂੰ ਦੱਸਿਆ ਸੀ ਜੀ ਸਾਡੀ WhatsApp ਤੇ ਗੱਲ ਹੋਈ ਹੈ, ਉਹ ਤੁਸੀਂ ਸਾਰੇ ਟਿਕਟਾਕ ਤੇ ਗੱਲਾਂ ਕਰਨ ਲੱਗੇ ਹੋ ਕਿ ਅਲੀ ਅਕਬਰ ਨੇ ਸਾਨੂੰ WhatsApp ਤੇ ਗਾਲਾਂ ਕੱਢੀਆਂ ਤੇ ਅਲੀ ਅਕਬਰ ਕਹਿੰਦਾ ਤੁਸੀਂ ਕੱਢੀਆਂ ਨੇ। ਇਸ ਗੱਲ ਦੀ ਮੇਰੀ ਤੁਸੀਂ ਕਦੇ ਗਵਾਹੀ ਲੈਣੀ ਹੈ? ਮੈਂ ਉੱਥੇ ਮੌਜੂਦ ਸਾਂ। ਸਿਰਫ ਇਹ ਗਵਾਹੀ ਲੈਣੀ ਹੈ ਕਿ ਜੱਗਾ ਸਾਹਿਬ ਨੇ ਕਿਹਾ ਕਿ ਅਲੀ ਅਕਬਰ ਦਾ ਤੇ ਜਾਨੀ ਦਾ ਫੋਨ ਤੇ ਰਾਬਤਾ ਹੋਇਆ। ਯਾਰ ਵਾਟ ਨੌਨਸੈਂਸ ਇਜ਼ ਦਿਸ? ਇਹ ਕਿਸ ਚੀਜ਼ ਦੀ ਗਵਾਹੀ ਲੈਣੀ? ਇਹ ਕਿਸੇ ਅਗਰ ਕੋਈ ਕਾਲ ਹੋਈ ਇਹਦੇ ਵਿੱਚ ਮੈਂ ਤੁਹਾਨੂੰ ਓਪਨਲੀ ਆਖਿਆ ਕਿ ਮੇਰੀ ਗੱਲ ਹੋਈ ਹੈ ਅਲੀ ਅਕਬਰ ਨਾਲ, ਚੰਗੀ ਭਲੀ ਸਾਡੀ ਡਿਟੇਲ ਵਿੱਚ ਗੱਲ ਹੋਈ, ਤੇ ਉਹ ਮੈਨੂੰ ਤਾਂ ਉਹਦੇ ਚ ਪੋਜ਼ਿਟਿਵ ਚੀਜ਼ਾਂ ਮਿਲੀਆਂ ਨਾ, ਮੈਨੂੰ ਤਾਂ ਉਹਦੇ ਚ ਕੋਈ ਨੈਗੇਟਿਵ ਐਸੀ ਚੀਜ਼ ਨਹੀਂ ਮਿਲੀ। ਕੁਛ ਐਸੀਆਂ ਗੱਲਾਂ ਇਹਦੇ ਚ ਪਤਾ ਲੱਗੀਆਂ ਨੇ ਕਿ ਜਿਹੜੀ ਬਜ਼ਾਹਿਰ ਆਊਟਸਾਈਡ ਜਿਹੜੀ ਇੱਥੇ ਸੁਣੀ ਤੇ ਹੋਰ ਨੇ, ਲੇਕਿਨ ਉਹਦੀ ਬੇਸ ਕੁਝ ਹੋਰ ਹੈ, ਠੀਕ ਹੈ। ਉਹਨਾਂ ਦੀ ਲੜਾਈ ਤੋਂ ਬਾਅਦ ਉਹ ਜਿਹੜੀ ਕੁਝ ਗਲਤਫਹਿਮੀਆਂ ਪੈਦਾ ਹੋਈਆਂ, ਮੇਰਾ ਕਾਲ ਕਰਨਾ ਜਾਂ ਨਾ ਕਰਨਾ ਗਵਾਹੀ ਦੀ ਲੋੜ ਨਹੀਂ। ਬਹਰਹਾਲ ਇਹ ਵੇ ਕਿ ਜਿਸਲੇ ਉਹ ਇਹ ਮਾਨ ਦੀ ਗੱਲ ਸਾਰੀ ਮੈਨੂੰ ਲੱਗਦੀ, ਮੈਨੂੰ ਨਹੀਂ ਲੱਗਦਾ ਕਿ ਜੱਗੇ ਤੁਹਾਨੂੰ ਬਰਾਹ ਰਾਸਤ ਥ੍ਰੈਟ ਕੀਤਾ ਜਾਂਦਾ। ਮੈਨੂੰ ਨਹੀਂ ਪਤਾ ਤੁਸੀਂ ਉਹਨੂੰ ਕਿਸ ਤਰ੍ਹਾਂ ਲਿਆ, ਉਹ ਅਲਫਾਜ਼ ਦੀ ਟੋਨ ਕੀ ਸੀ, ਇਹ ਗੱਲਾਂ ਬਾਰ-ਬਾਰ ਖੈਰ ਰਿਪੀਟ ਹੀ ਹੁੰਦੀਆਂ ਨੇ ਕੀਆਂ, ਤੇ ਤੁਸੀਂ ਬਿਹਤਰ ਸਮਝਦੇ ਹੋ ਤੁਸੀਂ ਕਿਤੇ ਸਟੈਂਡ ਕਰਦੇ ਹੋ ਔਰ ਤੁਸੀਂ ਇਹਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਣਾ। ਤੇ ਮੇਰੇ ਖਿਆਲ ਨਾਲ ਜੇ ਤੁਸੀਂ ਇਹਨੂੰ ਥੋੜਾ ਟਾਈਮ ਦਿਓਗੇ ਨਾ, ਤੇ ਆਟੋਮੈਟਿਕਲੀ ਅਗਰ ਚੀਜ਼ਾਂ ਕਾਮ ਡਾਊਨ ਹੋਣਗੀਆਂ ਤੇ ਫਿਰ ਸ਼ਾਇਦ ਦੋਵਾਂ ਸਾਈਡਾਂ ਨੂੰ ਨਾ ਇੱਕ ਰੀਅਲਾਈਜੇਸ਼ਨ ਹੋਏਗੀ ਕਿ ਇੱਥੇ ਚੀਜ਼ ਜਿਹੜੇ ਸੀ ਨਾ ਇਹ ਚੀਜ਼ਾਂ ਬਿਹਤਰ ਹੁੰਦੀਆਂ ਤੇ ਸ਼ਾਇਦ ਇਹਦਾ ਮਾਮਲਾ ਅੱਗੇ ਨਾ ਵੱਧਦਾ। ਪਰ ਤੁਸੀਂ ਸਿਆਣੇ ਹੋ, ਚੰਗੇ ਹੋ ਸਾਰੇ। ਮੈਨੂੰ 1 ਘੰਟਾ ਅੱਧਾ ਘੰਟਾ ਪਹਿਲਾਂ ਨਾ ਫੋਨ ਤੇ ਵੀਡੀਓ ਭੇਜੀ ਗਈ ਹੈ, ਅਲੀ ਅਕਬਰ ਦੀ ਇੱਕ ਵੀਡੀਓ ਭੇਜੀ ਗਈ ਹੈ ਤੇ ਨਾਲ ਇੱਕ ਕੁਐਸਚਨ ਮਾਰਕ ਸਵਾਲ ਭੇਜਿਆ ਗਿਆ, ਕਿਆ ਇਹ ਬੰਦਾ ਅਹਿਮਦੀ ਹੈ? ਹੁਣ ਇਹਦੇ ਤੁਸੀਂ ਥੋੜੀ ਰੋਸ਼ਨੀ ਪਾਓ ਕਿ ਜਿੰਨੇ ਭੇਜੀ ਉਹ ਭੇਜਣ ਦਾ ਕੀ ਮਤਲਬ, ਮੈਨੂੰ ਕਿਉਂ ਭੇਜ ਰਹੇ ਨੇ? ਸੁਣੀ ਔਰ ਬੜੀ ਹੀ ਕਾਬਲੇ ਇਤਰਾਜ਼ ਗੱਲ ਕੀਤੀ ਅਲੀ ਅਕਬਰ ਨੇ। ਮੈਂ ਇਹਨਾਂ ਨੂੰ ਉਹ ਨਹੀਂ, ਉਹ ਸਰ ਉਹ ਨਹੀਂ ਮਿਸਟਰ ਐਕਸ ਸਾਹਿਬ, ਤੁਸੀਂ ਨਾ ਮਿਸਟਰ ਐਕਸ ਸਾਹਿਬ ਸੁਣ ਲਓ ਮੇਰੀ ਗੱਲ ਹੁਣ ਨਾ। ਤੁਸੀਂ ਵੀ ਨਾ ਅੱਜ ਸਵੇਰ ਦੇ ਨਾ ਇੱਕ ਸੈਕਿੰਡ ਯਾਰ ਜਾਨੀ ਭਾਈ ਠਹਿਰ ਜਾਓ, ਤੁਸੀਂ ਅੱਜ ਸਵੇਰ ਦੇ ਨਾ ਮੇਰੇ ਤੇ ਸਾਰਾ ਮੁੱਦਾ ਪਾਇਆ, ਤੁਹਾਨੂੰ ਮੈਂ ਫੋਨ ਤੇ ਦੱਸੀ ਵੀ ਜਿੱਥੇ ਜ਼ੋਰ ਚੱਲਦਾ ਹੋਵੇ ਨਾ, ਜਿੱਥੇ ਜ਼ੋਰ ਚੱਲਦਾ ਹੋਵੇ ਉੱਥੇ ਮੁੱਦਾ ਪਾਈਦਾ, ਸਮਝ ਆਈ? ਇਹ ਗੱਲ ਇਹ ਵੀ ਪੋਲਿਟਿਕ ਬਿਆਨ ਹੈ ਤੁਹਾਡੇ ਇਮਰਾਨ ਖਾਨ ਕੋਈ ਪੋਲਿਟਿਕ ਕੋਈ ਨਹੀਂ, ਤੁਸੀਂ ਬੇਨਤੀ ਤੇ ਮੰਨਣ ਵਾਲੇ ਹੋ ਤਾਂ ਤੁਸੀਂ ਇੰਨੀਆਂ ਗੱਲਾਂ ਕਰਦੇ। ਯਕੀਨ ਕਰੋ ਉਹ ਜਿਹੜੀ ਆਡੀਓ ਸੀ ਨਾ, ਉਹ ਜਿਹੜੀ ਆਡੀਓ ਸਾਹਿਬ ਤੁਸੀਂ ਐਕਸੈਪਟ ਕਰੋ ਇਹ ਗੱਲ। ਮੰਨ ਲਈ ਭਾਈ ਜਾਨ, ਬਿਲਕੁਲ ਸਹੀ ਕਹਿ ਰਹੇ ਅਹਿਮਦ ਭਾਈ ਤੇ ਮਿਸਟਰ ਐਕਸ ਭਾਈ ਸਹੀ ਕਹਿ ਰਹੇ ਨੇ। ਇਹ ਬਿਲਕੁਲ ਗਲਤ ਗੱਲ ਕੀਤੀ ਅਲੀ ਅਕਬਰ ਨਾਲ, ਤੇ ਮੈਂ 110% ਕਹਿਣਾ ਕਿ ਗਲਤ ਗੱਲ ਕੀਤੀ ਹੈ। ਲੇਕਿਨ ਮਿਸਟਰ ਐਕਸ ਭਾਈ ਦੂਜੇ ਬੰਦਿਆਂ ਨੂੰ WhatsApp ਤੇ ਉਹ ਚੀਜ਼ ਭੇਜਣ ਦਾ ਮਕਸਦ ਕੀ ਹੈ?
ਤੇ ਨਾਲ ਇਹ सिर्फ सवाल कि क्या ये बिल्कुल। बंदा अहमदी है, क्या ये करैक्टर असैसिनेशन नहीं है? ਜਦੋਂ ਮੁਬਸ਼ਰ ਆਜ਼ਾਦ ਦੀ ਜਦ ਸੁਣੋ, ਜਦੋਂ ਮੁਬਸ਼ਰ ਆਜ਼ਾਦ ਦੀਆਂ ਤੋਹੀਨਾਂ ਜਿਹੜੀਆਂ ਨਬੀ ਪਾਕ, ਯਾਰ ਜੱਟ ਸਾਹਿਬ ਮਿਊਟ ਲਾਇਆ ਕਰੋ, ਅਹਿਮਦ ਜੱਟ ਸਾਹਿਬ, ਜਦੋਂ ਮੁਬਸ਼ਰ ਆਜ਼ਾਦ ਦੀਆਂ ਤੋਹੀਨ ਆਮੇਜ਼ ਆਡੀਓ ਤੇ ਵੀਡੀਓ ਚਲਾਈਆਂ ਗਈਆਂ ਤੇ ਇੱਕ ਕੂਕਦਾ ਸੀ ਇਹਦੇ ਉੱਤੇ ਆ ਕੇ ਨਾ ਟਿਕਟੌਕ ਦੇ ਉੱਤੇ, ਉਹ ਮੇਰੀ ਜਾਨ ਨੂੰ ਖਤਰਾ, ਓਏ ਮੈਨੂੰ ਥ੍ਰੈਡ ਹੋ ਰਹੇ ਨੇ, ਮੈਂ ਇਹਨਾਂ ਤੇ ਪਰਚਾ ਘਟਾਣਾ ਹੈ ਜੀ, ਉਹ ਮੇਰਾ ਸਾਥ ਦਿਓ। ਠੀਕ ਹੈ, ਇਹੀ ਜਿਹੜਾ ਇਹ ਚੂਤੀਆ ਗਰੁੱਪ ਹੈ, ਮੈਨੂੰ ਹਲੇ ਹੁਣ ਕਿਸੇ ਨੇ ਮਨਾ ਕੀਤਾ, ਲੇਕਿਨ ਮੈਨੂੰ ਫਿਰ ਕੀ ਕਰਾਂ ਕਿ ਇਹ ਕੱਲ ਬਹਿ ਕੇ ਉੱਥੇ ਮੇਰੀ ਚਲਾ ਰਿਹਾ ਸੀ, ਹੁਣ ਮੈਂ ਇਹਨਾਂ ਤੇ ਪਰਚਾ ਘਟਾਵਾਂ ਕਿ ਮੇਰੀ ਜਾਨ ਨੂੰ ਥ੍ਰੈਡ ਦੇ ਰਹੇ ਨੇ, ਲੋਕਾਂ ਨੂੰ ਵੀਡੀਓ ਭੇਜ ਰਹੇ ਨੇ, ਮੈਨੂੰ ਬੰਦੇ ਫੋਨ ਕਰ ਆਂਦੇ ਨੇ ਛੱਡ ਇਹਨਾਂ ਨੂੰ। ਇਹ ਜਿਹੜੇ 3-4 ਬੰਦੇ ਨੇ ਨਾ, ਜਿਹੜੇ ਥੱਲੇ ਬੈਠੇ ਹਰਾਮ ਦਾ ਵੱਡਾ, ਠੀਕ ਹੈ, ਤੇ ਜਿਹੜੇ ਦੋ ਇਹਦੇ ਸਾਥੀ ਨੇ ਸੈਫੀ ਤੇ ਗਜਨੀ, ਇਹਨਾਂ ਦੇ ਵਾਸਤੇ ਕੁਫਰ ਦੇ ਫਤਵੇ ਇਸ ਬਰਾੜ ਤੋਂ ਜਾਰੀ ਹੁੰਦੇ ਰਹਿਣਗੇ, ਇਹਨਾਂ ਦੇ ਸਿਰ ਕਲਮ ਕਰਨ ਦੇ ਹੁਕਮ ਜਾਰੀ ਹੁੰਦੇ ਰਹਿਣਗੇ, ਜਿੱਥੇ ਲੱਭਣੇ ਦਾ ਸਿਰ ਲਾ ਕੇ ਲਿਓ, ਕਿਉਂਕਿ ਇਹਨਾਂ ਦੇ ਵੇਖੋ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੈਨੂੰ ਇਹ ਫੋਨ ਕਰਾਉਂਦੇ ਨੇ ਕਿ ਜੇ ਉਹਨਾਂ ਨੂੰ ਛੱਡ ਦੇ ਇਹਨਾਂ ਨੂੰ ਛੱਡ ਦੇ। ਇਹ ਹੁਣ ਵੇਖੋ ਤੁਹਾਡੇ ਸਾਹਮਣੇ ਬੰਦਾ ਕਹਿ ਰਿਹਾ ਕਿ ਮੈਨੂੰ ਥੋੜੀ ਦੇਰ ਪਹਿਲੇ ਕਿਸੇ ਨੇ ਵੀਡੀਓ ਸੈਂਡ ਕੀਤੀ, ਕਿਉਂ ਲੋਕਾਂ ਨੇ ਕਰਦੇ, ਲੋਕਾਂ ਨੂੰ ਧਮਕੀਆਂ ਦਿੰਦੇ ਨੇ। ਅਸੀਂ ਇਹ 4 ਬੰਦੇ ਬੈਠੇ ਆ, ਸਾਡਾ ਕੋਈ ਗਰੁੱਪ ਹੀ ਨਹੀਂ ਹੈਗਾ, ਜਾਨੀ ਕੱਢ ਦਿਓ ਵਿੱਚੋਂ, ਮੈਂ ਮੁਬਸ਼ਰ ਕੀ ਸੀਸੀਡੀ ਅਹਿਮਦ ਅੱਲਾ ਦੀ ਕਸਮ, ਸਾਡਾ WhatsApp ਗਰੁੱਪ ਹੀ ਨਹੀਂ ਹੈਗਾ। ਇਹਨਾਂ ਦੇ ਭੈਣ ਜੱਕਾਂ ਨੇ ਗਰੁੱਪ ਬਣਾਏ ਹੋਏ ਨੇ, ਉੱਥੇ ਬਹਿ ਕੇ ਸਾਜ਼ਿਸ਼ਾਂ ਕਰਦੇ ਨੇ ਆਲੇ, ਫਿਰ ਲੋਕਾਂ ਕੋਲੋਂ ਫੋਨ ਕਰਾ ਕੇ ਆਉਂਦੇ ਨੇ ਕਿ ਉਹਨੂੰ ਆਖੋ ਕਿ ਸਾਨੂੰ ਛੱਡ ਦੇਵੇ, ਸਾਨੂੰ ਛੱਡ ਦੇਵੇ। ਚਲੋ ਅਲੀ ਅਕਬਰ ਸਾਹਿਬ ਨੂੰ ਜ਼ਰਾ ਮਿਊਟ ਲਾਓ। ਮਿਸਟਰ ਐਕਸ ਭਾਈ ਤੁਸੀਂ ਜ਼ਰਾ ਮਾਈਕ ਖੋਲ ਲਿਓ ਜ਼ਰਾ। ਮਿਸਟਰ ਐਕਸ ਭਾਈ, हाँ जी हाँ जी। ਮੈਂ ਤੁਹਾਨੂੰ ਇੱਕ ਬਰਾਦਰਾਨਾ ਇੱਕ ਮਸ਼ਵਰਾ ਦੇਣਾ ਚਾਹੁੰਦਾ। ਵੇਖੋ ਤੁਹਾਡੀ ਇਸ ਟਿਕਟੌਕ ਤੇ ਮੇਰੀ ਬਹੁਤ ਘੱਟ, ਮੈਨੂੰ ਲੱਗਦਾ ਕਦੀ ਗੱਲ ਨਹੀਂ ਹੋਈ ਹੈ। ਇੱਕ ਰਿਕੁਐਸਟ ਹੈ ਕਿ ਤੁਸੀਂ ਇਸ ਚੀਜ਼ ਦੇ ਵਿੱਚ ਨਾ ਆਓ ਨਾ, ਠੀਕ ਹੈ? ਉਹਦੀ ਵਜ੍ਹਾ ਭਾਈ ਤੁਹਾਨੂੰ ਕੌਣ ਕਿਸ ਤਰ੍ਹਾਂ ਲੱਗਿਆ ਕਿ ਮੈਂ ਇਸ ਚੀਜ਼ ਦੇ ਵਿੱਚ ਆਇਆ? ਮੈਨੂੰ ਬਕਾਇਦਾ ਧਮਕੀ ਦੇ ਕੇ ਅਲੀ ਅਕਬਰ ਨੇ ਕਾਲ ਤੇ ਬੁਲਾਇਆ ਜੇ, ਮੈਂ ਤੇ ਬੜਾ ਡਰ ਕੇ ਆਇਆ ਜੀ। ਪੁੱਛ ਲਓ, ਨਹੀਂ ਸਾਹਮਣੇ ਬੈਠਾ ਜੇ। ਹਾਂ ਠੀਕ ਹੋ ਗਿਆ, ਤੁਸੀਂ ਕਹਿ ਰਹੇ ਕਿ ਮੈਂ ਨਹੀਂ ਆ ਰਿਹਾ, ਫਿਰ ਠੀਕ ਹੈ, ਫਿਰ ਠੀਕ। ਨਹੀਂ ਇਹ ਪੁੱਛ ਅਲੀ ਅਕਬਰ ਸਾਹਿਬ, ਖੋਲੋ ਮਾਈਕ ਜ਼ਰਾ, ਪੱਟੋ ਮਾਈਕ ਆਂਦੇ ਨੇ, ਪੱਟੋ ਟਿਕਟੌਕ ਦੇ ਪੱਟੋ ਮਾਈਕ। ਇਹਨਾਂ ਨੇ ਕਿਹਾ ਸੀ ਕਿ ਤੁਸੀਂ, ਮੈਂ ਤੇ ਥੱਲੇ ਬੈਠਾ ਸਾਂ ਤੇ ਮੈਂ ਤੇ ਇਹਨਾਂ ਮੈਨੂੰ ਆਖਿਆ ਕਿ ਜੇ ਨਾ ਮੈਨੂੰ ਬੁਲਾਇਆ ਨਾ ਤੇ ਗੱਲ ਅੱਗੇ ਆਪਣਾ ਸਿੱਧਾ ਹੋਏ, ਤਾਂ ਮੈਂ ਤੇ ਇਹਨਾਂ ਕੰਮਾਂ 'ਚ ਆਉਂਦਾ ਹੀ ਨਹੀਂ। ਮੈਂ ਵੇਖ ਲਿਆ ਨਹੀਂ ਇਹ ਮਾਹੌਲ ਕੀ ਹੈ, ਸੁਣ ਲਓ, ਮੈਂ ਇਹਨਾਂ ਦਾ ਨਾ ਬਿਆਨ ਦੱਸ ਦਵਾਂ। ਵੇਖੋ ਇਹ ਫਿਰ ਉਹੀ ਗੱਲ ਆ ਜੀ, ਇਮਰਾਨ ਖਾਨ ਦੀ ਆ ਜਾਏਗੀ ਕਿ ਇਹ ਥੱਲੇ ਬੈਠੇ ਸੀ, ਮੈਂ ਇਹਨਾਂ ਉੱਤੋਂ ਕਿਹਾ ਜਰਾ ਮਿਊਟ ਲਾਣਾ ਮਜਾ, ਮੈਂ ਇਹਨਾਂ ਉੱਤੋਂ ਕਿਹਾ, ਮੈਂ ਕਿ ਜੇ ਤੁਸੀਂ ਉੱਤੇ ਨਾ ਆਏ ਤੇ ਉੱਤੋਂ ਡਾਇਰੈਕਟ ਤੁਹਾਨੂੰ ਮੁਖਾਲਫ ਫਰੀਕ ਦਾ ਬੰਦਾ ਵੀ ਸਮਝਿਆ ਜਾਏਗਾ, ਤੁਹਾਡੇ ਨਾਲ ਡਾਇਰੈਕਟ ਫਾਇਰਿੰਗ ਉੱਤੋਂ ਕੀਤੀ ਜਾਏਗੀ। ਇਹ ਫਿਰ ਆ ਗਿਆ, ਲੇਕਿਨ ਇਹ ਜਿਹੜੇ ਇਹ ਗੱਲ ਕਰ ਰਹੇ ਨੇ ਨਾ ਕਿ ਮੈਂ ਤੇ ਵਿੱਚ ਆਂਦੇ ਨਹੀਂ, ਸਾਰੇ ਸਵੇਰੇ ਵਿੱਚ ਆਏ ਨੇ, ਇਹਨਾਂ ਨੇ ਆ ਕੇ ਉਹ ਜਿਸ ਤਰੀਕੇ ਨਾਲ ਮੈਂ ਆਇਆ ਨਾ, ਉਹ ਵੀ ਜਿਸਲੇ ਉਹ ਗੱਲ ਹੋਈ ਸੀ ਐਂਟੀ ਡਿਪਰੈਸ਼ਨ ਦੇ ਮਾਮਲੇ 'ਚ ਨਾ, ਉੱਥੇ ਜਾ ਕੇ ਤਰੂ ਕੇ ਆਇਆ ਤੇ ਤੁਸੀਂ ਇੱਥੇ ਆ ਕੇ ਬਕਾਇਦਾ ਉਹਦੇ ਨਾਲ ਕੋਈ ਜ਼ਿਆਦਤੀ ਕੀਤੀ। ਤੇ ਮੈਂ ਗੱਲ ਕੀਤੀ ਅਲਫਾਜ਼ ਨਹੀਂ ਪੂਰੇ ਥੋੜੇ ਜਿਹੜੇ ਮੈਂ ਦੱਸਣ ਲੱਗਾ ਸੀ, ਇਹਨਾਂ ਨੇ ਮੈਂ ਖੁਦ ਦੱਸ ਦੇਣਾ ਗੱਲ ਦਾ ਇਹਨਾਂ ਨੇ ਉੱਥੇ ਇਤਰਾਫ ਕੀਤਾ ਕਿ ਭਾਈ ਜੀ ਸਾਰੀ ਗੱਲ ਸੁਣਨ ਤੋਂ ਬਾਅਦ ਪਤਾ ਲੱਗ ਰਿਹਾ ਕਿ ਅਲੀ ਅਕਬਰ ਪਹਿਲੇ ਗਾਲ ਕੱਢਦਾ ਹੈ, ਮੇਰਾ ਨਾਮ ਲੈ ਕੇ ਇਹਨਾਂ ਨੇ ਕਿਹਾ ਔਰ ਜ਼ਿਆਦਾ ਨਹੀਂ। ਤੇ ਮੈਂ ਹੁਣ ਨਹੀਂ ਬਿਆਨਦਾ, ਜਿਹੜੀ ਗੱਲਾਂ ਨਿਕਲੀਆਂ ਨੇ ਉਹਦੇ 'ਚ ਤੇ ਇਹੋ ਹੀ ਲੱਗਾ ਨਾ ਕਿ ਜਿਹਦੀ ਫੋਨ ਕਾਲ, ਹੁਣ ਗੱਲ ਇਹ ਵੇਖੋ ਫੋਨ ਕਾਲ ਦੇ ਵਿੱਚ ਕੀ ਹੋਇਆ। ਹੁਣ 3-4 ਬੰਦੇ ਆਂਦੇ ਨੇ ਕਿ ਜਿਹੜੀ ਪਹਿਲੀ ਗੱਲ ਹੋਈ ਗਜਨੀ ਨੇ ਇਹ ਕੀਤੀ ਕਿ ਇਹਨੂੰ ਗੱਲ ਨੂੰ ਮੁਕਾਓ, ਨਹੀਂ ਤਾਂ ਇਹਦਾ ਮੇਰਾ ਮਤਲਬ ਹੈ ਹਾਲਾਤ ਚੰਗਾ ਨਹੀਂ, ਤੇ ਤੁਸੀਂ ਆ ਕੇ ਤੂੰ ਮੈਨੂੰ ਧਮਕੀ ਦੇਣ ਨਾਲ ਹੀ ਤੁਸੀਂ ਛੱਟਾ ਮਾਰ ਦਿੱਤਾ। ਉਹ ਛੱਟੇ ਤੇ ਜਵਾਬੀ ਕਾਰਵਾਈ ਹੋਈ ਤੇ ਇੱਥੋਂ ਹੀ ਗੱਲ ਸ਼ੁਰੂ ਹੋਈ। ਤੇ ਉਸ ਤੋਂ ਬਾਅਦ ਜਿਸਲੇ ਤੁਸੀਂ ਜਿੰਨੀ ਵਾਰੀ ਵੀ ਬਰਾੜ ਦੇ ਉੱਤੇ ਮੈਂ ਵੇਖਿਆ ਤੇ ਛੱਟਾ ਤੇ ਇੰਜ ਲਾਉਂਦੇ ਨੇ ਕਿ ਜਿਵੇਂ ਮੇਰਾ ਮਤਲਬ ਹੈ ਕਿ ਸਵੇਰੇ ਆਖਰੀ ਦੇਣ, ਇਸ ਵਾਸਤੇ ਮੈਂ ਤੇ ਉਸ ਤਰ੍ਹਾਂ ਦੀ ਗੱਲ ਕਰਦਾ ਹਾਂ। ਮੈਂ ਤੇ ਕਦੀ ਮਿਸਟਰ ਐਕਸ ਭਾਈ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਅਗਰ ਸਾਨੂੰ ਮਿਸਟਰ ਐਕਸ ਭਾਈ ਵੇਖੋ, ਸਾਨੂੰ ਅਗਰ ਰਸੂਲullah ਨਾਲ ਮੁਹੱਬਤ ਹੋਵੇ, ਸਾਨੂੰ ਮੁਹੱਬਤ ਹੋਵੇ ਉਹਨਾਂ ਦੀ ਅਜ਼ਵਾਜ ਦੇ ਨਾਲ, ਸਾਨੂੰ ਮੁਹੱਬਤ ਹੋਵੇ ਸਾਹਬਾ ਕਰਾਮ ਦੇ ਨਾਲ, ਠੀਕ ਹੈ, ਫਿਰ ਅਸੀਂ ਇਕੁਐਲਿਟੀ ਰੱਖ ਕੇ ਜਿਹੜਾ ਬੰਦਾ ਗਲਤ ਹੁੰਦਾ ਨਾ ਉਹਨੂੰ ਗਲਤ ਕਹੀਏ। ਕੱਲ ਅਲੀ ਅਕਬਰ ਨੇ ਜਿਹੜੀ ਹਰਕਤ ਕੀਤੀ ਹੈ ਉਹਨੂੰ ਕੋਈ ਇੱਕ ਬੰਦਾ ਵੀ ਨਹੀਂ ਕਹਿ ਰਿਹਾ ਕਿ ਇਹਨੇ ਬਹੁਤ ਅੱਛਾ ਕੰਮ ਕੀਤਾ। ਪ੍ਰਾਈਵੇਟਲੀ ਵੀ ਉਹਨੂੰ ਕਿਹਾ ਗਲਤ, ਤੇ ਇੱਥੇ ਟਿਕਟੌਕ ਤੇ ਕੱਲ ਦਾ 50 ਦਫਾ ਇਹਨੂੰ ਕਿਹਾ ਕਿ ਤੂੰ ਗਲਤ ਹਰਕਤ ਕੀਤੀ ਹੈ। ਹੁਣ ਸੇਮ ਹਰਕਤ ਦੂਸਰੀ ਪਾਰਟੀ ਦੇ ਵਿੱਚ ਕੋਈ ਬੰਦਾ ਕਰਦਾ ਹੈ, ਕਿਆ ਉਹਦੀ ਵੀ ਇਸੇ ਤਰ੍ਹਾਂ ਹੀ ਹਰ ਅਹਿਮਦੀ ਨੂੰ ਵੀਡੀਓ ਭੇਜੀ ਜਾਂਦੀ ਹੈ? ਸਵਾਲ ਇਹ ਵੇ ਜੀ, ਕਰੋ ਗੱਲ। ਨਹੀਂ ਇਹ ਤਾਂ ਬੜੀ, ਅਗਰ ਕਿਸੇ ਇਸ ਤਰ੍ਹਾਂ ਕੀਤਾ ਹੈ ਬਾਰੋ ਬਾਰ ਕੀਤਾ ਤਾਂ ਜ਼ਾਹਿਰ ਉਹ ਏਡਾ ਅੱਛਾ ਨਹੀਂ। ਉਹ ਤੇ ਅਗਰ ਕੋਈ ਹੋ ਗਿਆ, ਪਰ ਇਹ ਨਹੀਂ ਬਿਲਕੁਲ ਗਲਤ ਹਰਕਤ ਹੈ। ਜੇ ਤੁਸੀਂ ਸਿਰਫ ਸਿੰਪਲ ਵਨ ਲਾਈਨਰ ਲੈਣਾ ਤੇ ਗਲਤ ਹਰਕਤ ਹੈ ਨਾ, ਬਕਾਇਦਾ ਇਹਨੂੰ ਫੈਲਾਣਾ। ਇੱਥੇ ਮਿਸਟਰ ਐਕਸ ਬਾਈ ਆਇਆ ਹੈ, ਇਹ ਛੋਟੀ ਸਰਕਾਰ ਆ ਕੇ ਉਹਨੇ ਕੰਮ ਕਰਾਇਆ। ਤੁਸੀਂ ਕੋਈ ਅੱਧੀ ਸੁਣੀ, ਤੁਸੀਂ ਕਿ ਮੈਂ ਪੂਰੀ ਸੁਣਾਂਗਾ, ਅੱਧੀ ਤੁਸੀਂ ਸੁਣੀਏ। ਅੱਛਾ, ਆ ਕੇ ਉਹਨੇ ਕੰਮ ਕਰਾਇਆ, ਇੱਕ ਲੰਮੇ ਬਾਅਦ ਉਹਨੇ ਪਹਿਲੇ WhatsApp ਜਿਹੜਾ ਇਹਨਾਂ ਦਾ ਅਮਨ ਕਮੇਟੀ ਦਾ ਗਰੁੱਪ, ਉਹਦੇ ਵਿੱਚ ਵੀਡੀਓ ਸੁੱਟੀ ਹੈ, ਨਾਲ ਲਿਖਿਆ ਕਿ ਅੱਜ ਇਹ ਅਹਿਮਦੀਅਤ ਹੈ
ਹਰ ਬੰਦੇ ਨੂੰ ਫਰਦਨ ਸੁੱਟੀ ਗਈ ਹੈ, ਅਹਿਮਦ ਜੱਟ ਨੂੰ ਸੁੱਟੀ ਗਈ, ਉਸ ਤੋਂ ਬਾਅਦ ਡਾਇਰੈਕਟ ਉਹਦੇ ਤੇ ਬਰਾੜ ਲਾਈ ਗਈ ਹੈ। ਇਹ ਸਵਾਲ ਹੈ ਅਹਿਮਦ ਜੱਟ ਸਾਹਿਬ ਦਾ। ਲਾਨਾ ਵਾ ਹੁਣੇ ਹੀ ਇਹ ਵੇਖਣਾ ਜ਼ਰਾ, ਮੈਂ ਲਾ ਦੇਣਾ ਤੁਹਾਨੂੰ। ਤੇ ਉਹਦੇ ਨਾਲ ਫਰਕ ਕੀ ਪਏਗਾ? ਤੁਸੀਂ ਵੀ ਥੋੜੇ ਉਸੇ ਤਰ੍ਹਾਂ ਫੈਲਾ ਰਹੇ ਹੋ ਨਾ। ਉਹ ਤਾਂ ਮੇਰੇ ਖਿਆਲ ਨਾਲ ਉਹੀ ਆਡੀਓ ਜਿਹੜੀ ਮੈਂ ਵੀ ਸੁਣੀ ਹੈ। ਨਾ ਚਲਾਓ ਨਾ ਚਲਾਓ ਅਹਿਮਦ ਜੱਟ ਸਾਹਿਬ। ਨਹੀਂ ਮੈਂ ਚਲਾਨ ਨਹੀਂ ਲੱਗਾ, ਮੈਂ ਚਲਾਨ ਨਹੀਂ ਲੱਗਾ। 1 ਮਿੰਟ ਖਲੋ ਜਾਓ, ਇਹ ਸਕਰੀਨ ਵੱਡੀ ਕਰੋ। ਇਹ ਮੇਰੀ ਸਕਰੀਨ ਜ਼ਰਾ ਆਪਣੀ ਜਗ੍ਹਾ ਤੇ ਲੈ ਕੇ ਆਓ ਨਾ, ਜ਼ਰਾ ਵੱਡੀ ਕਰੋ। ਇਹ ਕੀ ਲਿਖਿਆ ਮਿਸਟਰ ਐਕਸ ਭਾਈ, ਜ਼ਰਾ ਪੜਿਓ। ਮੈਨੂੰ ਤੇ ਤਾਂ ਦੱਸੋ ਨਾ, ਜੇ ਇਸੇ ਤਕਰੀਬਨ ਮਿਲਦੇ ਜੁਲਦੇ ਅਲਫਾਜ਼ ਵਿੱਚ ਮੈਂ ਨਾ ਹੀ ਖੁਦ ਵੇਖੀ ਹੋਈ ਜਾਂ ਪੜ੍ਹੀ ਹੋਈ ਜਾਂ ਸੁਣੀ। 100 ਇਹ ਲਫ਼ਜ਼ ਲਿਖਿਆ ਕਿਆ ਇਹ ਹੈ? ਸੇਮ ਅਲਫਾਜ਼ ਮੈਨੂੰ ਮੈਸੇਜ ਆਇਆ। ਹੁਣ ਇਹ ਦੇਖੋ ਤੁਸੀਂ ਲਿਖਿਆ ਕਿਆ ਇਹ ਅਹਿਮਦੀ ਮੁਸਲमान है, सिर्फ ये पूछना था। ਹੁਣ ਉਹਨਾਂ ਨੂੰ ਕਾਲ ਆ ਗਈ। ਨਹੀਂ ਕੋਈ ਕਾਲ ਨਹੀਂ ਹੈ, ਮੈਂ ਸਿਰਫ ਅਲਫਾਜ਼ ਵੇਖਣ ਲੱਗਾ। ਅੱਛਾ, ਅਗਰ ਇਹੀ ਮੈਂ ਉੱਥੇ ਗੱਲ ਹਾਂ ਜੀ ਬਿਲਕੁਲ ਉਹੀ ਆਡੀਓ ਸੇਮ ਉਹੀ ਹੈ ਨਾ, ਸੇਮ ਉਹੀ ਚੀਜ਼ ਹੈ ਨਾ। ਹੁਣ ਮਿਸਟਰ ਐਕਸ ਭਾਈ, ਮੇਰਾ ਸਵਾਲ ਇਹ ਵੇ ਕਿ ਜਿਹੜਾ ਉਹ ਮੁਖੰਨਸ ਹੈ, ਉਸ ਤੋਂ ਬਾਅਦ ਹਰਕਤ ਤੋਂ ਬਾਅਦ ਜਿਹੜਾ ਇਹਨੇ ਥੱਲੇ ਆ ਕੇ ਇੱਥੇ ਮੈਸੇਜ ਕੀਤਾ, ਉਹ ਵੀ ਤੁਹਾਨੂੰ ਮੈਂ ਬਾਅਦ ਚ ਲਾ ਕੇ ਦੱਸਣਾ। ਉਹ ਮੁਖੰਨਸ ਬੰਦੇ ਨੂੰ ਬੰਦਾ ਪੁੱਛੇ ਕਿ ਜਿਹੜਾ ਉਸ ਤੋਂ ਪਹਿਲਾਂ ਜਿੰਨੇ ਹਰਕਤਾਂ ਕੀਤੀ ਏ, ਜਿੰਨੇ ਗੁਸਤਾਖੀ ਕੀਤੀ ਹੈ, ਕਿਆ ਇਸੇ ਤਰ੍ਹਾਂ ਹੀ ਇਹ ਹਰ ਅਹਿਮਦੀ ਨੂੰ ਭੇਜ ਕੇ ਇਹ ਸਵਾਲ ਪੁੱਛਿਆ ਗਿਆ, ਕਿਆ ਇਹ ਅਹਿਮਦੀ ਮੁਸਲਮਾਨ ਹੈ? ਅਗਰ ਨਹੀਂ ਤੇ ਫਿਰ ਇਹ ਬੁਗਜ਼ ਤੋਂ ਇਲਾਵਾ ਕੱਖ ਨਹੀਂ ਹੈ। ਇਹ ਕੋਈ ਮੁਹੱਬਤ ਨਹੀਂ ਅਜ਼ਵਾਜ ਦੇ ਨਾਲ, ਕੋਈ ਰਸੂਲਾਂ ਨਾਲ ਨਹੀਂ ਮੁਹੱਬਤ, ਸਿਰਫ ਇਹ ਇੱਕ ਜਿਹੜਾ ਹੁੰਦਾ ਨਾ ਮਜ਼ਹਬੀ ਕਾਰਡ ਖੇਡਣਾ, ਉਹ ਇਹ ਖੇਡਣ ਦੇ ਨੇ। ਤੇ ਸਾਡੇ ਵੱਲੋਂ ਤਾਂ ਭਾਈ ਪੂਰਾ ਖੇਡਣਾ। ਮੈਂ ਐਗਰੀ ਕਰਦਾ ਹਾਂ, ਐਸਾ ਤਾਂ ਬਿਲਕੁਲ ਠੀਕ ਹੈ ਜੀ। ਇਸ ਤਰ੍ਹਾਂ ਹੀ ਫਲਾਇਆ ਇੱਕ ਛੋਟਾ ਜਿਹਾ ਮੇਰਾ ਸਵਾਲ ਵੀ ਲੈ ਲਓ, ਫਿਰ ਆਪ ਤੁਸੀਂ ਗੱਲ ਕਰ ਲੈਣਾ। ਜਿਹੜੀ ਮਲਕ ਤਲਤ ਦੀ ਬਰਾੜ ਦੇ ਉੱਤੇ 3 ਮਿੰਟ ਲਾ ਕੇ ਆਮਰ ਨਜ਼ੀਰ ਨੂੰ ਮੌਕਾ ਦਿੰਦੇ ਸੀ ਕਿ ਤੂੰ ਗਾਲਾਂ ਕੱਢ ਮਸੀਹ अलैहिस्सलाम ਨੂੰ ਔਰ ਹਜ਼ਰਤ ਮਸੀਹ ਦੇ ਖਾਨਦਾਨ ਨੂੰ, ਔਰ ਆਪਣੇ ਟਾਈਮ ਦਾ ਵੇਟ ਕਰਨਾ ਤੇ ਬਾਅਦ ਚ ਫਿਰ ਵਾਪਸੀ ਗਾਲਾਂ ਕਰਨੀਆਂ ਬਨੀ ਇਸਰਾਈਲ ਨੂੰ ਔਰ ਉਹਨਾਂ ਦੇ ਨਾਂ ਦੋਤਵੀ ਕਾਸਮ ਨੂੰ, ਅਹਿਮਦ ਰਜ਼ਾ ਖਾਨ ਨੂੰ, ਫੇਰ ਕਹਿਣਾ ਚੱਲ ਹੁਣ ਤੂੰ ਮਿਰਜ਼ਾ ਸਾਹਿਬ ਨੂੰ ਕੱਢ। क्या वो मैं लिख के ला के आखे सी कि क्या ये अहमदियत है, क्या ये हजूर की तालीम है, क्या ये मैं तो नहीं थी पूछा इस तरह। ठीक है, क्योंकि मैं कोई ऐसा लेकिन ये बुगज नहीं, ये फिर सानू फोन करा देने लोगों को ਜਿਹੜਾ ਜਿਹੜੀ ਉਹ ਕਿਸ ਚੱਲੀ ਹੈ ਨਾ, ਉਹ ਤੇ ਜਿਹੜੀ ਇਹ ਦੋ ਡਿਫਰੈਂਟ ਚੀਜ਼ਾਂ ਹੈ। ਤੇ ਚਲੋ ਉਹਨੇ ਵੀ ਇਸ ਤਰ੍ਹਾਂ ਦਾ ਉਹਨੂੰ ਵੀ ਫੌਰਨ ਹੀ ਲੈ ਜਾਣਾ ਚਾਹੀਦਾ ਸੀ, ਔਰ ਸਭ ਨਾਲ ਵੱਡੀ ਗਲਤੀ ਬਲੰਡਰ ਮਤਲਬ ਤਲਤ ਦਾ ਸੀ ਕਿ ਉਹਨੂੰ ਉਸ ਵੇਲੇ ਜਿਸਲੇ ਗੱਲ ਸ਼ੁਰੂ ਹੋਈ ਸੀ ਨਾ, ਨਾਲ ਹੀ ਡ੍ਰੌਪ ਕਰ ਦੇਣਾ ਚਾਹੀਦਾ ਸੀ। ਦੂਸਰੀ ਜਿਹੜੀ ਗੱਲ ਤੁਹਾਡੀ ਆਡੀਓ ਦੀ ਹੈ, ਤੇ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਬੰਦਾ ਪ੍ਰੋਵੋਕ ਕਰਨ ਆਇਆ ਹੈ, ਤੇ ਤੁਸੀਂ ਬਿਲਕੁਲ ਉਹੀ ਕਰਦੇ ਹੋ ਜੋ ਤੁਹਾਡੇ ਕੋਲ ਕਰਵਾਉਣਾ ਚਾਹ ਰਿਹਾ। ਇਹ ਵੀ ਤੁਹਾਡਾ ਬਲੰਡਰ। ਤੁਸੀਂ ਚੁੱਪ ਕਰਕੇ ਬਾਅਦ ਵਿੱਚ ਡ੍ਰੌਪ ਕੀਤਾ ਨਾ, ਪਹਿਲਾਂ ਡ੍ਰੌਪ ਬੰਦਾ ਭੱਜਣ ਡਿਆ ਨਾ ਮਿਸਟਰ ਐਕਸ ਭਾਈ, ਫਿਰ ਗੱਲ ਕਰੋ ਕਿ ਨਹੀਂ ਉਹ ਕਹਿੰਦਾ ਹਾਂ ਮੈਂ ਠੀਕ ਕੀਤਾ। ਠੀਕ ਹੈ, ਇੱਕ ਬੰਦਾ ਕਹਿੰਦਾ ਕਿ ਮੈਨੂੰ ਪ੍ਰੋਵੋਕ ਕੀਤਾ ਗਿਆ ਔਰ ਮੈਂ ਹੋ ਗਿਆ। ਠੀਕ, ਇਹ ਬਿਲਕੁਲ ਬਲੰਡਰ ਹੈ। ਇਹਦੀ ਇਸ ਚੀਜ਼ ਦੀ ਕੋਈ ਕਹਿ ਲੋ ਕਿ ਜਸਟੀਫਿਕੇਸ਼ਨ ਦੇ ਹੀ ਨਹੀਂ ਸਕਦਾ ਕਿ ਇਹ ਅਲੀ ਅਕਬਰ ਨੇ ਬਹੁਤ ਅੱਛਾ ਕੰਮ ਕੀਤਾ। ਇਸ ਤੋਂ ਬਾਅਦ ਇਹ ਆ ਕੇ ਥੱਲੇ ਮੈਸੇਜ ਲਿਖਦਾ ਮੇਰਾ ਤੇ 2 ਮਿੰਟ ਦਾ ਠੇਕਾ ਸੀ। ਅਗਰ ਤੇ ਮੁਹੱਬਤ ਅਜ਼ਵਾਜ ਦੇ ਨਾਲ ਹੀ ਸੀ ਤੇ ਫਿਰ ਇਹ ਮੈਸੇਜ ਲਿਖਣ ਦਾ ਕੀ ਮਕਸਦ ਸੀ ਉਸ ਮੁਖੰਨਸ ਦਾ? ਅਗਲਾ ਜਿਹੜੇ ਅਲਫਾਜ਼ ਪਹਿਲੂ ਉਸ ਤੋਂ ਇਸਤੇਮਾਲ ਹੋਏ ਸਨ, ਉਹ ਵੀ ਬੜੇ ਮੇਰਾ ਮਤਲਬ ਕਾਬਲੇ ਤਰਾਸ ਸਨ। ਉਹ ਖੁਦ ਕਹਿ ਰਿਹਾ ਕੱਢ ਗਾਲਾਂ ਕੱਢ। ਨਹੀਂ ਮੈਨੂੰ ਸਮਝ ਆ ਗਈ ਹੈ ਜਿਹੜੀ ਮੈਂ ਤੁਹਾਡੇ ਮੂੰਹ ਤੇ ਥੁੱਕਣ ਆਇਆ, ਔਰ ਇਹ ਵੀ ਕੋਈ 11 ਪੈਸੇ ਵੀ ਕੋਈ ਗੱਲਾਂ ਅੱਛੀਆਂ ਨਹੀਂ। ਪਹਿਲਾ ਲਫ਼ਜ਼ ਚੜ ਕੇ ਐਜ਼ ਦਾ ਸੀਸੀਡੀ ਇੱਕ ਰਿਕਾਰਡਿੰਗ ਕੱਢ ਸਕਦਾ ਹੈ ਨਾ ਉਹਦੇ ਚੜਨ ਵਕਤ ਦੀ, ਉਹ ਸਿਰਫ ਤੁਸੀਂ ਉੱਤੇ ਲਾਓ ਕਿ ਮੈਂ ਮਿਊਟ ਤੇ ਵਾਂ, ਔਰ ਉੱਤੇ ਚੜ ਕੇ ਉਹਨੇ ਲਫ਼ਜ਼ ਪਹਿਲਾ ਮਾਈਕ ਖੋਲਦੇ ਕੀ ਕਿਹਾ ਕਿ ਮੈਂ ਤੇਰੇ ਮੂੰਹ ਤੇ ਥੁੱਕਣ ਆਇਆ। और अगली गल उन्हें की बोली है कि गुस्ताखा कट गाला उम्मुल मोमिनीन नु, ते मैं अगो किया भी तू अपनी भैन सुनो, मैं अगो किया मैं कि अपनी भैन पेश कर, मजहबी कार्ड ना यूज कर। 3 दफा मैं उन्हें किया, मैं कि मजहबी कार्ड ना यूज कर, जेड़ी इत्थे भैन पेश करना आया ओ कर। नहीं तू कट गाला, तू कट गाला, ते मैं फिर कड्डी गाल, चंगी चढ़ के कड्डी फिर। लेकिन ये भी इन्हें जो किया ना मिस्टर एक्स भाई, इन्हें बिल्कुल गलत किया। मैं 110% अली अकबर नूं कंडेम करना, लेकिन जेड़ा व्हाट्सएप ते मैसेज भेज रहे ने क्या ये जमात अहमदिया दी इस्लाम दी तालीम है कि एक बंदे ने गलत किया होवे ते तुसीं ओनू इस तरह एक्सपोज करो? नहीं, मुबशर रज़ा ने ਜਿਹੜੀਆਂ ਗੰਦੀਆਂ ਨੰਗੀਆਂ ਗਾਲਾਂ ਰਸੂਲullah ਨੂੰ ਕੱਢੀਆਂ ਸੀ, ਉਹ ਵੀ ਅਹਿਮਦੀਆਂ ਨੂੰ ਭੇਜ ਕੇ ਪੁੱਛਦੇ ਨਾ ਕਿਆ ਇਹ ਅਹਿਮਦੀ ਮੁਸਲਮਾਨ ਹੈ, ਪੁੱਛਦੇ। ਠੀਕ ਹੈ, ਇਹ ਤਬਰਾ ਜਿਹੜਾ ਕਰਦਾ ਸੀ ਹਜ਼ਰਤ ਅਲੀ ਦੇ ਸ਼ੌਕ ਦੇ ਵਿੱਚ 3 ਖੁਲਫਾ ਦੇ ਤਬਰਾ ਕਰਦਾ ਸੀ, ਉਹ ਵੀ ਰਿਕਾਰਡਿੰਗ ਭੇਜੇ ਲੋਕਾਂ ਨੂੰ
ਤੇ ਕਵੇ ਕਿ ਕਿਆ ਇਹ ਅਹਿਮਦੀਅਤ ਹੈ? ਕੋਈ ਮੁਹੱਬਤ ਨਹੀਂ, ਸਿਰਫ ਮਜ਼ਹਬੀ ਕਾਰਡ। ਠੀਕ ਹੈ, ਸਿਰਫ ਮਜ਼ਹਬੀ ਕਾਰਡ ਨਾਲ ਖੇਡਣਾ ਹੁੰਦਾ, ਹੋਰ ਕੋਈ ਨਹੀਂ। ਬਾਹਰ ਵਾਲੇ ਖਿਲਾਰਾ ਹੀ ਹੈ, ਲੰਮੇ ਤੋਂ ਲੰਮਾ ਜਿੰਨਾ ਮਰਜ਼ੀ ਨੂੰ ਖਿਲਾ ਲਓ, ਤੇ ਇਹ ਸਮੇਟਣਾ ਵੀ ਤੁਸੀਂ ਆਪ ਹੀ ਜਿੰਨਾ ਪਾਏ ਹੈ। ਹਾਂਜੀ ਮਿਸਟਰ ਐਕਸ ਭਾਈ ਵੇਖੋ, ਮੇਰੀ ਤੁਹਾਡੇ ਨਾਲ ਕਦੀ ਗੁਫ਼ਤਗੂ ਨਹੀਂ ਹੋਈ, ਮੈਨੂੰ ਨਹੀਂ ਲੱਗਦਾ ਕਦੀ, ਸ਼ਾਇਦ ਮੀਆਂ ਸਾਹਿਬ ਦੀ ਬਰਾੜ ਤੇ ਕੋਈ 1-2 ਵਾਰੀ ਸਲਾਮ ਦੁਆ ਹੋਈ ਹੋਏਗੀ, ਅਦਰਵਾਈਜ਼ ਕੋਈ ਨਹੀਂ। ਇਸੇ ਵਾਸਤੇ ਮੇਰੀ ਰਿਕੁਐਸਟ ਹੈ, ਜਿਹੜੇ ਵੀ ਦੋਸਤ ਜਿਨ੍ਹਾਂ ਨੂੰ ਮੈਂ ਇੱਜ਼ਤ ਦੀ ਨਜ਼ਰ ਨਾਲ ਵੇਖਣਾ, ਮੈਂ ਕਹਿੰਦਾ ਇਸ ਮਾਮਲੇ 'ਚ ਨਾ ਆਓ। ਮੈਂ ਓਨੈਸਟਲੀ ਆਂਦਾ, ਮੈਂ ਤੇ ਆਇਆ ਹੀ ਨਹੀਂ। ਮੈਨੂੰ ਤਾਂ ਅੱਗੇ ਤੁਹਾਨੂੰ ਸਾਰੀ ਗੱਲ ਦੱਸੀ ਕਿ ਉਹ ਮੈਨੂੰ ਕਾਲ ਆਈ ਹੈ ਤੇ ਬਰੋਡ ਦੀ ਆਵਾਜ਼ ਆਉਣੀ ਬੰਦ ਹੋ ਜੇ ਤੇ ਇਹਨਾਂ ਨੂੰ ਲੱਗਦਾ ਕਿ ਜੋ ਵੀ ਥੱਲੇ ਬੈਠੇ ਆ। ਮੈਂ ਫੋਨ ਫੜਿਆ ਤੇ ਮੇਰੇ ਜ਼ਿਕਰ ਖੈਰ ਨੇ ਸ਼ੁਰੂ ਕੀਤਾ ਸੀ ਕਿ ਖਾਵਰ ਚੀਮਾ ਔਰ 2 ਬੰਦੇ ਇਹ ਉੱਤੇ ਨਾ ਆਏ ਤੇ ਮੁਖਾਲਫ ਜਮਾਤ ਦੇ ਸਮਝੇ ਜਾਣ ਕੇ, ਤੇ ਮੈਂ ਡਰ ਕੇ ਨਾਲ ਹੀ ਰਿਕੁਐਸਟ ਪਾ ਛੜੀ। ਮੈਂ ਕਿਹਾ ਬੰਦੇ ਕੋਲ ਨਾ ਦੁਸ਼ਮਣੀ ਨਹੀਂ ਠੀਕ, ਕਿਉਂਕਿ ਮੈਂ ਮਾੜਾ ਬੰਦਾ ਵਾ। ਰਹਿੰਦਾ ਵੀ ਮੇਰੇ ਨਾਲ 1.5 ਕਿਲੋਮੀਟਰ ਤੇ ਇੱਕ ਵਾਰ। ਅੱਛਾ, ਜਿਹੜਾ ਚਾਲੀ ਭਾਈ ਨੇ ਕੱਲ ਗੱਲ ਕੀਤੀ ਸੀ, ਉਹ ਤੁਸੀਂ ਦੱਸਿਓ ਕਿ ਇਹਦੇ ਵਿੱਚੋਂ ਕਿਹੜੀ ਗੱਲ ਉਹਨੇ ਗਲਤ ਕੀਤੀ ਸੀ। ਹਾਂਜੀ, ਕਿ ਇੱਥੇ ਬੈਠ ਕੇ ਤੇ ਜਿਹੜੀ ਜਾਨੀ ਭਾਈ ਨੇ ਗੱਲ ਕੀਤੀ ਨਾ ਕੱਲ, ਉਹ ਤੁਸੀਂ ਦੱਸਿਓ ਕਿ ਇਹਦੇ ਵਿੱਚ ਕਿਹੜੀ ਗੱਲ ਗਲਤ ਹੈ ਕਿ ਤੁਸੀਂ ਕਿਸੇ ਐਲੇ ਤੁਸੀਂ ਨਾਲ ਗੱਲ ਕਰੋ ਤੇ ਲੈ ਲੈਂਦੇ ਹੋ ਨੰਗਾ ਘਾੜ ਚ ਜਾਂ ਇਹੋ ਜਿਹਾ, ਤੇ ਫਿਰ ਉਹ ਪੁੱਠੀਆਂ ਜਿਹੜਾ ਉਹ ਹਮਸੀਮਤ ਤੇ ਕਰਦਾ, ਜਾਂ ਅਹਿਮਦ ਰਜ਼ਾ ਖਾਨ ਬਰੇਲਵੀ ਨੇ ਇੰਜ ਕੀਤਾ, ਫਲਾਣੇ ਨੇ ਇੰਜ ਕੀਤਾ। ਤੇ ਮਿਸਟਰ ਐਕਸ ਭਾਈ ਠੀਕ ਸਨ ਜੀ। ਮਿਸਟਰ ਐਕਸ ਭਾਈ ਆ ਥੱਲੇ ਉਹਦੇ 2 ਮੁਖੰਨਸ ਦੇ ਮੈਸੇਜ ਨੇ, ਠੀਕ ਹੈ? ਇਹ ਦੋ ਮੈਸੇਜ ਇਹਨਾਂ ਨੂੰ ਪੜੋ। ਅਗਰ ਤਾਂ ਸਿਰਫ ਔਰ ਸਿਰਫ ਇਹਨੂੰ ਇਸ ਚੀਜ਼ ਦਾ ਦੁੱਖ ਹੈ ਕਿ ਜਿਹੜਾ ਨਾ ਉਹ ਅਜ਼ਵਾਜ ਦੇ ਉੱਤੇ ਗੱਲ ਹੋਈ ਹੈ, ਠੀਕ ਹੈ, ਤੇ ਫਿਰ ਇਹ ਮੈਸੇਜ ਕਰਨ ਦਾ ਮਕਸਦ ਕੀ ਹੈ? ਉਹ ਬਾਈ ਦੁਨੀਆ ਨੂੰ ਨਜ਼ਰ ਆਉਣ ਡਿਆ ਟੀਕਾ ਕਿਹਨੂੰ ਲੱਗਣ ਡਿਆ? ਲੋਕੀ ਫੁੱਦੂ ਤੇ ਨਹੀਂ। ਹਾਂ, ਲੋਕੀ ਤੁਹਾਡੇ ਕੋਲ ਆਪਣੀਆਂ ਮਾਵਾਂ ਭੈਣਾਂ ਮਹਿਫੂਜ਼ ਰੱਖਣਾ ਚਾਹੁੰਦੇ ਨੇ, ਇਸ ਵਾਸਤੇ ਸ਼ਾਇਦ ਕੋਈ ਵਿਚਾਰਾ ਨਹੀਂ ਗੱਲ ਕਰ ਸਕਦਾ, ਠੀਕ ਹੈ? ਅਸੀਂ ਤੇ ਕਹਿੰਦੇ ਹਾਂ ਤੁਰ ਕੇ ਆਓ ਮੁਖੰਸੋ, ਤੁਸੀਂ ਲੋਟਾ ਗਰੁੱਪ ਹੋ। ਸਿੱਧੀ ਗੱਲ ਹੈ, ਅਸੀਂ ਤਾਂ ਐਲਾਨ ਕਹਿ ਰਹੇ ਹਾਂ, ਕੱਲ ਦਾ ਕਹਿ ਰਹੇ ਹਾਂ। ਬਈ ਤੁਸੀਂ ਉਹ ਹਰਕਤਾਂ ਕਰਕੇ ਦੂਜੇ ਨੂੰ ਕਹੋ ਸ਼ਾਤਮ, ਤੁਸੀਂ ਖੁਦ ਗੁਸਤਾਖੀਆਂ ਕਰੋ ਔਰ ਇੰਤਹਾ ਤੋਂ ਜ਼ਿਆਦਾ। ਬਈ ਅਜ਼ਵਾਜ ਦੀ ਜ਼ਿਆਦਾ ਇੱਜ਼ਤ ਹੈ, ਰਸੂਲ ਅੱਲਾਹ ਦੀ ਜ਼ਿਆਦਾ ਇੱਜ਼ਤ ਹੈ। ਇੱਕ ਬੰਦਾ ਕਵੇ ਮੈਂ ਸਾਰੀਆਂ ਸੈਯਦਾਨੀਆਂ ਦੇ ਨਾਲ ਜ਼ਨਾ ਕਰਾਂ, ਇਹ ਗੁਸਤਾਖੀ ਤੇ ਨਹੀਂ? ਅੱਛਾ, 1 ਸੈਕਿੰਡ ਦੇਣਾ। ਅੱਛਾ, 2 ਹੁਣ ਆਸਤੀਨ ਦੇ ਸਾਂਪ ਨੇ, 2 ਇੱਕ ਨੇ ਚੀਮਾ ਸਾਹਿਬ, ਮਿਊਟ ਲਾਓ ਚਟ ਆਪਣਾ ਕੀ ਨਾਮ ਜੱਟ ਸਾਹਿਬ। ਅੱਛਾ, ਇੱਕ ਨੇ ਆਸਤੀਨ ਦੇ ਸਾਂਪ ਚੀਮਾ ਸਾਹਿਬ ਤੇ ਇੱਕ ਨੇ ਮਿਸਟਰ ਐਕਸ ਸਾਹਿਬ। ਉਹ ਜਿਹੜੇ ਦੂਸਰੇ ਆਸਤੀਨ ਦੇ ਸਾਂਪ ਨੇ ਮਿਸਟਰ ਚੀਮਾ ਸਾਹਿਬ, ਉਹ ਉਹਨਾਂ ਦੀ ਬਰਾੜ ਤੇ ਪਰਸੋਂ 3 ਘੰਟੇ ਬੈਠੇ ਰਹੇ ਨੇ। ਉਹਨਾਂ ਨੇ ਖੁੱਲ ਕੇ ਤਬਰਾ ਮੇਰੇ ਤੇ ਸਾਰਿਆਂ ਨੇ ਕੀਤਾ ਸਾਡੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਤੁਸੀਂ ਰਾਏ ਦਿਓ। ਉਹਨਾਂ ਨਹੀਂ ਰਾਏ ਦਿੱਤੀ, ਚੀਮਾ ਸਾਹਿਬ ਨੇ ਨਹੀਂ ਰਾਏ ਦਿੱਤੀ। ਉਹ ਮੇਰੇ ਵੀ ਦੋਸਤ ਨੇ, ਉਹਨਾਂ ਨੇ ਕਿਸੇ ਕਿਸਮ ਦੇ ਉੱਥੇ ਉਹਨੇ ਕਿਹਾ ਭਾਈ ਜੀ ਮੈਂ ਤੇ ਬਾਹਰ ਇਹ ਚਾਹੁੰਦਾ ਹਾਂ ਕਿ ਨਾ ਇਹ ਸਿਲਸਿਲਾ ਹੋਵੇ। ਫਰਕ ਸਿਰਫ ਇੰਨਾ ਹੈਗਾ ਮਿਸਟਰ ਐਕਸ ਭਾਈ, ਤੁਸੀਂ ਮੇਰੇ ਦੋਸਤ ਹੋ, ਮੈਂ ਤੁਹਾਡੇ ਨਾਲ ਮੁਹੱਬਤ ਹੈ, 1.5 ਕਿਲੋਮੀਟਰ ਦੇ ਫਾਸਲੇ ਤੇ ਰਹਿੰਦੇ, ਤੁਸੀਂ ਮੈਨੂੰ ਆ ਕੇ ਮੇਰੀ ਜੋ ਮਰਜ਼ੀ ਕਰ ਲਓ। ਲੇਕਿਨ ਮੈਂ ਸਵੇਰੇ ਹਮਦ ਭੱਟੀ ਨੇ ਕਿਹਾ ਸੀ ਕਿ ਸਰ ਤੁਸੀਂ ਇਹ ਜਿਹੜਾ ਉੱਤੇ ਇੱਕ ਬਿਆਨ ਦੇ ਦਿੰਦੇ ਹੋ ਨਾ, 1 ਸਾਈਡਡ, ਇਹ ਥੋੜੀ ਜ਼ਿਆਦਤੀ ਹੁੰਦੀ ਕਿ ਯਾਰ ਜਾਂ ਤੇ ਦੋਵਾਂ ਚੀਜ਼ਾਂ ਸੁਣ ਲਓ। ਤੁਹਾਨੂੰ ਮੈਂ ਸਵੇਰੇ 2 ਵੀਡੀਓ ਘੱਲੀਆਂ ਨੇ, ਸੁਣੋ ਨਾ ਵੀਡੀਓ ਕਿ ਮੇਰੀ ਵਾਲਦਾ ਵਾਸਤੇ ਕੀ ਅਲਫਾਜ਼ ਸੈਫੀ ਯੂਜ਼ ਕਰ ਰਿਹਾ ਹੈ, ਉਹਦਾ ਤੇ ਮਾਮਲਾ ਨਹੀਂ ਸੀ ਹੈਗਾ। ਇਹ ਬਹਰਾਲ ਵੇਖੋ, ਜਿੰਨਾ ਵੀ ਲਮਕਾਈ ਜਾਓਗੇ ਨਾ ਇਹਨੇ ਵੱਧਦਾ ਹੀ ਜਾਣਾ। ਤੇ ਇਹ ਵੇ ਕਿ ਕੋਸ਼ਿਸ਼ ਕਰੋ ਕਿ ਇਹਦੀ ਗੱਲ ਅੱਗੇ ਟੁਰੇ ਨਾ ਜਾਂ ਨਿਕਲੇ ਨਾ, ਤੇ ਆਰਾਮ ਦੇ ਨਾਲ। ਅਗਰ ਤੁਸੀਂ ਵੇਖੋ ਆਪੀ ਸਿਆਣੇ ਬਣੇ, ਮੇਰੇ ਨਾਲ ਸਾਰੇ ਤਕਰੀਬਨ ਵੱਡੇ ਲੱਗਦੇ ਹੁੰਦੇ, ਤੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਰਵੱਈਆ ਠੀਕ ਹੈ, ਇਸੇ ਤਰ੍ਹਾਂ ਅੱਗੇ ਚੱਲਣਾ ਚਾਹੀਦਾ, ਤੇ ਇਸੇ ਤਰ੍ਹਾਂ ਬ੍ਰੇਕਾਂ ਲੱਗਣੀਆਂ ਨੇ ਦੂਸਰੇ ਪਾਸਿਆਂ ਤੇ ਖਿੱਚ ਕੇ ਰੱਖੋ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਸੁਲ੍ਹਾ ਸਫਾਈ ਦੇ ਨਾਲ, ਮਤਲਬ ਸਿਲਾ ਰਹਿਮੀ ਦੇ ਨਾਲ ਕੋਈ ਗੱਲ ਹੋ ਸਕਦੀ ਹੈ, ਤੇ ਮੇਰੇ ਖਿਆਲ ਨਾਲ ਤਾਂ ਹੱਲ ਕੋਈ ਨਹੀਂ। ਬਾਕੀ ਮਰਜ਼ੀ ਤੁਹਾਡੀ ਆਪਣੀ। ਇਹ ਨਹੀਂ ਹੋਣੀ, ਉਹਦੀ ਵਜ੍ਹਾ ਭਲਾ ਕੀ ਹੈ? ਕੱਲ ਇਹਨਾਂ ਨੇ ਨਾਲ ਰਿਕਾਰਡਿੰਗ ਤੋਂ ਬਾਅਦ ਕਿਹਾ ਜਿਹੜਾ ਗੁਸਤਾਖੀ ਕਰਦਾ ਉਹਦੀ ਮਾਂ ਲਾਨਤ, ਉਹਦੀ ਮਾਂ ਤੇ ਲਾਨਤ, ਉਹਦੀ ਮਾਂ ਲਾਨਤੀ, ਉਹਦੀ ਪਦਾਇਸ਼ ਤੇ ਲਾਨਤ, ਉਹਦੀ ਨਸਲ ਤੇ ਲਾਨਤ। ਔਰ ਮੈਂ ਯਕੀਨ ਕਰੋ ਸੁਣ ਕੇ ਹੱਸ ਰਿਹਾ ਸਾਂ ਕਿ ਵੇਖੋ ਆਪਣੀਆਂ ਮਾਵਾਂ ਦੇ ਉੱਤੇ ਖੁਦ ਲਾਨਤ ਪਾ ਰਹੇ ਨੇ, ਔਰ ਆਪਣੀ ਨਸਲ ਤੇ ਆਪਣੀ ਪਦਾਇਸ਼ ਤੇ ਖੁਦ ਲਾਨਤਾਂ ਪਾ ਰਹੇ ਨੇ। ਹਾਲਾਂਕਿ ਤੁਸੀਂ ਵੀ ਗੁਸਤਾਖੀਆਂ ਸਾਰਿਆਂ ਨੇ ਕੀਤੀਆਂ ਨੇ, ਜਿਹਨੇ ਨਹੀਂ ਕੀਤੀ ਉਹ ਤੇ ਸਮਝ ਆਉਂਦੀ ਹੈ ਵੀ ਜਿਹਨੇ ਕੀਤੀਆਂ ਨੇ ਗੁਸਤਾਖੀਆਂ, ਉਹ ਤੁਸੀਂ ਖੁਦ ਆਪਣੇ ਮੂੰਹਾਂ ਤੋਂ ਆਪਣੀ ਮਾਵਾਂ ਨੂੰ ਲਾਨਤਾਂ ਪਾਣ ਡੇ ਹੋ, ਕਿਸੇ ਦੇ ਤੁਸੀਂ ਪਾ ਰਹੇ ਹੋ, ਠੀਕ ਹੈ? ਵੀ ਤੁਸੀਂ ਵੀ ਤਾਂ ਇਹੀ ਹਰਕਤਾਂ ਕੀਤੀਆਂ ਨੇ ਜਾਂ ਤੁਸੀਂ ਨਹੀਂ ਕੀਤੀਆਂ। ਫਿਰ ਤੁਹਾਡਾ ਕਿਸੇ ਨੇ ਕੋਈ ਰਿਕਾਰਡਿੰਗ ਚਲਾ ਦਿੱਤੀ ਉੱਥੇ, ਠੀਕ ਹੈ, ਉੱਥੇ ਤੁਸੀਂ ਨਾ ਚੀਕਾਂ ਮਾਰਨ ਡਏ ਸੋ, ਰੋਣ ਡਏ ਸੋ ਉੱਥੇ, ਓਏ ਮੈਂ ਤਾਂ ਪਰਚਾ ਕਰਾਉਣਾ ਹੈ, ਮੇਰੇ ਤੇ ਪਿੱਛੇ ਬੰਦੇ ਫਿਰਦੇ ਨੇ ਉੱਥੇ ਯੂਕੇ ਦੇ ਵਿੱਚ, ਮੇਰੀ ਤੇ ਜਾਨ ਨੂੰ ਬਹੁਤ ਖਤਰਾ ਹੈ। ਬਈ ਇੱਥੇ ਹੁਣ ਅਲੀ ਅਕਬਰ ਦੀ ਜਾਨ ਨੂੰ ਖਤਰਾ ਨਹੀਂ,
ਅਸੀਂ ਕਿਸੇ ਨੂੰ ਡੱਕ ਹੀ ਸਕਨੇ ਆ। ਅਲੀ ਅਕਬਰ ਨੇ ਜਦੋਂ ਵੀ ਇਹੋ ਜਿਹੀ ਕੋਈ ਹਰਕਤ ਕੀਤੀ ਹੈ, ਠੀਕ ਹੈ, ਦੋਸਤੀ ਆਪਣੀ ਜਗ੍ਹਾ, ਪਰ ਜਿਹੜੀ ਚੀਜ਼ ਜਿਹੜਾ ਕੋਈ ਗਲਤ ਕਰਦਾ ਹੈ ਉਹਨੂੰ ਪ੍ਰਾਈਵੇਟਲੀ ਸਮਝਾਓ। ਖੁਦਾ ਦੀ ਕਸਮ ਜੋ ਕਿ ਕਹਿਣਾ, ਇਹਨਾਂ ਕਿਸੇ ਨੂੰ ਨਹੀਂ ਸੀ ਪਤਾ। ਮੈਂ ਕੱਲ ਇਹਨਾਂ ਸਾਰਿਆਂ ਨੂੰ ਸਕਰੀਨਸ਼ਾਟ ਪਹੁੰਚਾਏ ਨੇ ਕਿ ਆਹ ਵੇਖੋ, ਆਹ ਤਰੀਕਾ ਹੈ ਕਿ ਉਹਨੂੰ ਕਹੋ ਕਿ ਤੂੰ ਗਲਤ ਕੀਤੀ ਹਰਕਤ, ਨਹੀਂ ਕਰਨੀ ਚਾਹੀਦੀ। ਹੁਣ ਅਸੀਂ ਕਿਸੇ ਨੂੰ ਡੰਡੇ ਸੋਟੇ ਨਹੀਂ ਮਾਰ ਸਕਦੇ, ਔਰ ਨਾ ਅਸੀਂ ਧਮਕੀ ਔਰ ਨਾ ਅਸੀਂ ਕਾਰਡ ਖੇਡ ਸਕਦੇ। ਕਾਰਡ ਖੇਡਣ ਨੂੰ ਅਸੀਂ ਵੀ ਇੱਥੇ ਮੁਬਸ਼ਰ ਰਜ਼ਾ ਦੀ ਬਾਰ-ਬਾਰ ਰਿਕਾਰਡਿੰਗ ਨਹੀਂ ਚਲਾ ਸਕਦੇ, ਸਾਨੂੰ ਕਿਸੇ ਦਾ ਡਰ ਹੈ, ਪਰ ਅਸੀਂ ਇਹ ਹਰਕਤ ਨਹੀਂ ਕਰਦੇ। ਪਰ ਇਹਨਾਂ ਨੂੰ ਮੁਖੰਨਸ ਗਰੁੱਪ ਨੂੰ ਹੋਰ ਕੱਖ ਨਹੀਂ, ਬਸ ਆ ਜਾਓ ਜੀ ਮਜ਼ਹਬ ਕਾਰਡ ਖੇਡਣਾ ਸ਼ੁਰੂ ਕਰ ਦਿਓ। ਬਈ ਮਿਸਟਰ ਐਕਸ ਜਾ ਕੇ ਜਿੰਨਾ ਮਰਜ਼ੀ ਜਾ ਕੇ ਬਵੇ, ਹਾਂ ਮੈਨੂੰ ਕੀ ਇਤਰਾਜ਼ ਹੈ, ਪਰ ਨਹੀਂ, ਆਵਾਮ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ, ਉਸ ਬਰਾੜ ਦਾ ਬਾਈਕਾਟ ਕਰੋ, ਉਸ ਬੰਦਾ ਬਾਈਕਾਟ ਕਰੋ। ਬਈ ਤੁਹਾਡੇ ਪਿਓ ਦੀ ਜਮਾਤ ਹੈ, ਬਈ ਤੁਸੀਂ ਕੌਣ ਹੋ? ਕੋਈ ਵੀ ਕੰਮ ਕਰ ਰਿਹਾ, ਕੋਈ ਗਲਤ ਕਰ ਰਿਹਾ ਤੇ ਜਾ ਕੇ ਆਪ ਹੀ ਵੇਖ ਲੈਣਗੇ ਸਾਈਂ ਜਿਹੜੇ ਬੈਠੇ ਨੇ ਉੱਤੇ। ਤੁਸੀਂ ਕੌਣ ਹੋ? ਤੁਸੀਂ ਕਾਦੀ ਬਦਮਾਸ਼ੀ ਤੇ ਖਿਲਾ ਰਹੀ ਇਸ ਟਿਕਟਾਕ ਦੇ ਉੱਤੇ? ਹਰ ਕੋਈ ਅਹਿਮਦੀ, ਕੋਈ ਗੈਰ ਅਹਿਮਦੀ, ਠੀਕ ਹੈ, ਕੋਈ ਅਹਿਮਦੀ ਇਹਨਾਂ ਦੇ ਖਿਲਾਫ ਗੱਲ ਕਰਦੇ, ਠੀਕ ਹੈ, ਉਹਨੂੰ ਪੈ ਜਾਣਗੇ, ਉਹਨੂੰ ਤਸਵੀਰਾਂ ਲਵਾ ਦੇਣਗੇ, ਇਹ ਕਰ ਦੇਣਗੇ, ਪ੍ਰੋਪੇਗੈਂਡਾ ਸ਼ੁਰੂ ਕਰ ਦੇਣਗੇ। ਬਈ ਕਰੋ, ਹੁਣ ਤੇ ਅਸੀਂ ਬੈਠੇ ਹਾਂ, ਤੁਹਾਨੂੰ ਅਸੀਂ ਬੁਲਾ ਰਹੇ ਸਾਂ ਕਿ ਵਲੇ ਜਾਓ, ਪਰ ਤੁਸੀਂ ਨਹੀਂ ਬੁਲਾਉਂਦੇ। ਟੋਟਲ ਜਿੰਨਾ ਉਹ ਗਰੁੱਪ ਹੈ ਸਾਰੇ ਦਾ ਸਾਰਾ ਮੁਖੰਨਸ ਹੈ, ਲੋਟਾ ਗਰੁੱਪ ਹੈ। ਉਹ ਲੋਟੇ ਦੀ ਤਸਵੀਰ ਸਾਹਮਣੇ ਲਾ ਕੇ ਰੱਖੋ, ਇਹਨਾਂ ਦੀ ਐਸੀ ਦੀ ਟੈਸੀ। ਇਹ ਸਿਚੁਏਸ਼ਨ ਹੈ ਤੇ ਬੰਦਾ ਆਕੇ ਵੀ ਕੀ ਆ ਕੇ ਗਲਤੀ ਤੇ ਉਧਰ ਵੀ ਹੈ, ਇਧਰ ਵੀ। ਇਹ ਵੀ ਤੇ ਗੱਲ ਠੀਕ ਹੈ ਕਿ ਦਰੋਗਾ ਨਹੀਂ ਬਣਨਾ ਚਾਹੀਦਾ ਆਪਣਾ, ਜੇ ਆਪਣੇ ਬੰਦੇ ਨੂੰ ਬੰਦੇ ਨੂੰ ਹੱਕ ਕੇ ਜਿਹੜਾ ਕਿਤੇ ਕਿਤੇ ਜਾ ਕੇ ਬਹਿਣਾ ਚਾਹੁੰਦਾ ਇਹ ਉਹ ਬਸ ਤੁਸੀਂ ਠੀਕ ਹੈ, ਬਿਹਤਰ ਸਮਝਦੇ ਜਿਵੇਂ ਤੁਸੀਂ ਚੱਲੋ। ਮਿਸਟਰ ਐਕਸ ਭਾਈ, ਮੈਂ ਟਿਕਟਾਕ ਤੇ ਪਿਛਲੇ ਸਾਲ 1.5 ਸਾਲ ਤੋਂ ਕਮ ਅਜ਼ ਕਮ 4 ਤੋਂ 6 MDਆਂ ਦਾ ਨਾ ਟਰਾਇਲ ਹੁੰਦਿਆ ਵੇਖ ਚੁੱਕਿਆ ਵਾਂ, ਸਿਰਫ ਇਸ ਗੱਲ ਦਾ ਕਿ ਤੁਸੀਂ ਸਾਬਤ ਕਰੋ ਤੁਸੀਂ MD ਹੈ ਉਹ ਕਿ ਨਹੀਂ। ਯਾਰ ਡਸ ਇਟ ਮੇਕ ਐਨੀ ਸੈਂਸ? ਮੇਰੇ ਕੋਲ ਹਰ ਰੋਜ਼ ਪੁੱਛਦੇ ਨੇ ਤੂੰ ਆਪਣੇ ਮੁਸਲਮਾਨ ਹੁੰਦਾ ਸਬੂਤ ਦੇ, ਮੈਨੂੰ ਕੀ ਦੱਸਦਾ? ਤਾਹਿਰ ਅਮਜਦ ਦਾ ਮੀਡੀਆ ਇੱਥੇ ਸੋਸ਼ਲ ਮੀਡੀਆ ਟਰਾਇਲ ਹੁੰਦੇ ਆ, ਮੈਂ ਵੇਖਿਆ ਕਿ ਇਹ MD ਹੈ ਨਹੀਂ, ਤੂੰ ਕਸਮ ਚੁੱਕ, ਤੂੰ ਇਹ ਮੰਨਦਾ, ਤੂੰ ਇਹ ਮੰਨਦਾ, ਤੂੰ ਇਹ ਮੰਨਦਾ। MZ ਦਾ ਇੱਥੇ ਹੋਇਆ ਵੇ, ਵਰਿਆਮ ਦਾ ਹੁੰਦਾ, ਨਾਸਰ ਭਾਈ ਦਾ ਹੁੰਦਾ, ਤੁਸੀਂ ਸਭ ਦਾ ਦੇਖਦੇ ਹੋ। ਯਾਰ ਜਿਹਦਾ ਜੋ ਫਹਿਮ ਹੈ, ਮੈਂ ਤੁਸੀਂ ਮਿਸਟਰ ਐਕਸ ਭਾਈ ਮੇਰੀ ਕਬਰ 'ਚ ਤੁਸੀਂ ਨਹੀਂ ਪੈਣਾ, ਤੁਹਾਡੀ ਕਬਰ 'ਚ ਮੈਂ ਨਹੀਂ ਪੈਣਾ। ਮੇਰਾ ਜੋ ਫਹਿਮ ਹੈ, ਤੁਹਾਡਾ ਜੋ ਫਹਿਮ ਹੈ, ਹੂ ਐਮ ਆਈ ਟੂ ਚੈਲੰਜ ਯੂ। ਜੇ ਤੁਸੀਂ ਮੂੰਹ ਤੋਂ ਕਹਿੰਦੇ ਹੋ ਕਿ ਮੈਂ MD ਹਾਂ, ਮੈਂ ਕਹਾਂਗਾ ਸੋ ਬਿਸਮਿਲ੍ਲਾ ਤੁਸੀਂ MD ਹੋ, ਦੈਟਸ ਇਟ। ਮੇਰੀ ਡੋਮੇਨ ਹੀ ਨਹੀਂ ਹੈ ਕਿ ਮੈਂ ਤੁਹਾਡੇ ਇਮਾਨ ਦਾ ਜਾਂ ਕਿਸੇ ਦੇ ਇਮਾਨ ਦਾ ਫੈਸਲਾ ਕਰਾਂ। ਇੱਥੇ ਗਰੁੱਪ ਬਣਾ ਕੇ ਯਾਰ ਲੋਕਾਂ ਦੇ ਇਮਾਨ ਦਾ ਫੈਸਲਾ ਕੀਤਾ ਜਾਂਦਾ ਹੈ। ਤੇ ਜੇ ਮੈਂ ਰਾਤੀ ਕੱਲ ਥੋੜੀ ਜੀ ਗੱਲ ਕਰ ਦਿੱਤੀ ਹੈ, ਮੈਨੂੰ ਵੀ ਮੁਨਾਫਿਕ ਡਿਕਲੇਅਰ ਕਰ ਦਿੱਤਾ ਹੈ, ਸੋ ਬਿਸਮਿਲ੍ਲਾ, ਆਈ ਐਮ ਹੈਪੀ ਫॉर दैट। ਬਦਮਾਸ਼ੀ ਤੇ ਪ੍ਰੈਸ਼ਰ ਗਰੁੱਪ ਬਣਾ ਕੇ ਲੋਕਾਂ ਨੂੰ ਥ੍ਰੈਟ ਕਰਨਾ, ਦੈਟ ਇਜ਼ ਵੈਰੀ ਰੌਂਗ। ਤੇ ਨਾ ਕਿਸੇ ਦੇ ਇਮਾਨ ਦਾ ਫੈਸਲਾ ਕਰਨਾ ਚਾਹੀਦਾ। ਇਹ ਕਹਿਣਗੇ ਸਾਨੂੰ ਬਹੁਤ ਗਾਲਾਂ ਆਉਂਦੀਆਂ ਨੇ। ਬੰਦਾ ਪੁੱਛੇ ਇੱਥੇ ਅਸੀਂ ਜਿੰਨੇ ਬੈਠੇ ਹਾਂ ਨਾ, ਸਾਰੇ ਪੰਜਾਬੀ ਆ, ਠੀਕ ਹੈ, ਅਸੀਂ ਉਸ ਕਲਚਰ ਨਾਲ ਸਾਡਾ ਵਾਸਤਾ ਵੇ, ਠੀਕ ਹੈ, ਕਿ ਸਾਰਿਆਂ ਦੇ ਵੱਡੇ ਜਿਹੜੇ ਨੇ ਕਿਨਾ ਲੈਦਾ, ਸਾਰਿਆਂ ਨੂੰ ਗਾਲ ਆਉਂਦੀ ਹੈ, ਸਾਰਿਆਂ ਨੂੰ ਆਉਂਦੀ ਹੈ, ਠੀਕ ਹੈ। ਕੋਈ ਅਗਰ ਗਾਲ ਕੱਢਦੇ, ਉਹ ਜੀ ਇਹਨੇ ਤੇ ਮੈਨੂੰ ਗਾਲਾਂ ਕੱਢੀਆਂ ਨੇ, ਬਈ ਤੁਸੀਂ ਵੀ ਤੇ ਕੱਢਦੇ ਹੋ ਨਾ, ਜਾਂ ਤਾਂ ਤੁਸੀਂ ਨਹੀਂ ਕੱਢਦੇ, ਤੁਸੀਂ ਤਾਂ ਕਦੀ ਕੱਢੀ ਨਹੀਂ ਗਾਲ ਨਾ, ਉੱਤੋਂ ਤੁਸੀਂ ਧਮਕੀਆਂ ਲਾਉਂਦੇ ਹੋ ਕਿ ਸਾਨੂੰ ਗਾਲਾਂ ਬੜੀਆਂ ਆਉਂਦੀਆਂ ਨੇ। ਕੱਢੋ ਕੱਢੋ ਗਾਲ, ਆ ਜਾਓ। ਲੇਕਿਨ ਪੈਪ ਵਾਲੀ ਤੁਹਾਨੂੰ ਗਾਲ ਨਹੀਂ ਹੁੰਦੀ, ਇਹ ਤੁਸੀਂ ਮੰਨੋਗੇ। ਜਿਹੜਾ ਉੱਠਦਾ ਉਹ ਬਦਮਾਸ਼ੀ ਕਰ। ਬਈ ਕਿਸੇ ਨੂੰ ਗੱਲ ਹੋਣ ਡਈ ਹੈ, ਉਹ ਥੱਥਾ। ਅਗਰ ਅਲੀ ਅਕਬਰ ਨੇ ਮੀਰ ਸਲੀਮ ਸਾਹਿਬ ਦੇ ਖਿਲਾਫ ਕੋਈ ਅਗਰ ਗੱਲ ਬਿਲਫਰਜ਼ ਕਰ ਵੀ ਛੱਡੀ ਹੈ, ਬਈ ਮੀਰ ਸਲੀਮ ਆਪ ਹੀ ਕਰ ਲੇਗਾ, ਉਹ ਕਰੇਗਾ। ਰਾਜਾ ਮਨਾਨ ਸਾਹਿਬ ਦੇ ਖਿਲਾਫ ਕਿਸੇ ਨੇ ਗੱਲ ਕਰ ਛੱਡੀ, ਵੀ ਰਾਜਾ ਮਨਾਨ ਸਾਹਿਬ ਨਹੀਂ ਕਰ ਸਕਦੇ, ਉਹ ਆਪ ਹੀ ਜਵਾਬ ਦੇ ਦੇਣਗੇ। ਤੁਸੀਂ ਵਿੱਚ ਮਾਮੇ ਕਾਦੇ ਬਣੇ ਹੋ? ਹਰ ਗੱਲ ਦੇ ਵਿੱਚ ਆਉਣਾ ਹੁੰਦਾ। ਕੋਈ ਕੰਮ ਕਰਨ ਡਿਆ ਉਹਨੂੰ ਕਰਨ ਦਿਓ, ਕੋਈ ਜਿਵੇਂ ਵੀ ਕਰਨ ਡਿਆ, ਠੀਕ ਹੈ। ਉੱਤੇ ਇੱਕ ਨਿਜ਼ਾਮ ਹੈ, ਤੇ ਨਿਜ਼ਾਮ ਨਾ ਹੋਏ ਤਾਂ ਫੇਰ ਇਹਨਾਂ ਤੁਸੀਂ ਵੱਖਰੀ ਇੱਥੇ ਬਾਬਾ ਜੀ ਦਹਿਸ਼ਤਗਰਦੀ ਫੈਲਾਈ ਹੈ। ਤੁਹਾਨੂੰ 1000 ਵਾਰੀ ਕਿਹਾ ਨਾ ਕਰੋ, ਨਾ ਕਰੋ, ਨਾ ਕਰੋ, ਨਾ ਕਰੋ, ਪਰ ਨਹੀਂ ਹਟਦੇ ਹੀ ਨਹੀਂ। ਬਈ ਹੁਣ ਇਹੀ ਹੋਣਾ ਵੇ ਜਿਹੜਾ ਹੋਇਆ। ਦੂਜੀ ਗੱਲ ਜਿਹੜੀ ਤੁਸੀਂ ਉਹ ਕਿਹਾ ਹੋਵੇ ਕਿ ਉਹ ਐਂਟੀ ਡਿਪਰੈਸ ਦੇ ਨਾਂ ਦੀ ਜਿਹੜੀ ID ਸੀ, ਉਹਨਾਂ ਨੂੰ ਪਹਿਲਾਂ ਅਲੀ ਅਕਬਰ ਸਾਹਿਬ ਨੇ ਜੋ ਵੀ ਕਿਹਾ ਹੋਵੇ, ਬਹਰਹਾਲ ਉਹ ਮੈਂ ਹੀ ਕਿਹਾ ਸੀ ਉਹਨਾਂ ਨੂੰ ਕਿ ਸਰ ਤੁਸੀਂ ਇਸ ਮਾਮਲਾ ਦੇ ਵਿੱਚ ਨਾ ਆਓ। ਤੁਸੀਂ ਸਮਝਾਤਾ, ਤੁਸੀਂ ਨਸੀਹਤ ਕਰਤੀ ਹੈ, ਠੀਕ ਹੈ। ਹਤਲ ਵਸਾ ਇੱਥੋਂ ਗੱਲ ਖਤਮ ਹੋ ਚੁੱਕੀ ਸੀ, ਉਹਨਾਂ ਨੇ ਵਧਾਈ ਹੈ ਤੇ ਹੁਣ ਵਧਣ ਦਿਓ। ਹੁਣ ਪਲੀਜ਼ ਜਿਹੜਾ ਵੀ ਬੰਦਾ ਵਿੱਚ ਆਉਣ ਡਿਆ ਨਾ, ਉਹ ਰਗੜਾ ਜਾਏਗਾ। ਇਸ ਵਾਸਤੇ ਇਹੀ ਬਿਹਤਰੀ ਹੈ ਕਿ ਤੁਸੀਂ ਪਲੀਜ਼ ਇਸ ਗੱਲ ਦੇ ਵਿੱਚ ਨਾ ਆਓ। ਜਿੱਥੇ ਤੱਕ ਜਿੰਨੀ ਦੇਰ ਮਾਮਲਾ ਚੱਲਦਾ ਜਿੰਨੀ ਤੱਕ ਤੁਸੀਂ ਵਧਾ ਸਕਦੇ ਹੋ ਵਧਾਓ। ਮੇਰੇ ਖਿਆਲ ਨਾਲ ਤੁਹਾਨੂੰ ਤਾਂ ਕੋਈ ਰੋਕ ਨਹੀਂ ਸਕਦਾ, ਨਾ ਉਹਨਾਂ ਨੂੰ ਕੋਈ ਰੋਕ ਸਕਦਾ। ਮੈਂ ਤਾਂ ਤੁਹਾਨੂੰ ਅੱਗੇ ਦੱਸਿਆ, ਮੈਂ ਤੇ ਅਲੀ ਅਕਬਰ ਦੇ ਡਰ ਤੋਂ ਚੁੱਪ ਕਰਕੇ ਉੱਤੇ ਆ ਗਿਆ ਤੇ ਗੱਲ ਸਾਡੀ ਸ਼ੁਰੂ ਹੋ ਗਈ ਜਾਨੀ ਭਾਈ ਦੇ ਨਾਲ। ਜਾਨੀ ਮੈਂ ਤੇ ਉਹਨਾਂ ਨੂੰ ਪਤਾ ਸਾਰੇ ਜਿਵੇਂ ਸਿਚੁਏਸ਼ਨ ਚੱਲਦੀ ਹੈ, ਇਹ 2-4 ਸਾਲ 5 ਸਾਲ ਨੂੰ ਚੁੱਕ ਕੇ ਰੱਖੋ ਕੰਮ ਨੂੰ। ਪਤਾ
ਤੇਰਾ ਪਤਾ ਤੁਹਾਨੂੰ ਕੋਈ ਰੋਕਦਾ ਨਹੀਂ, ਨਾ ਹੀ ਮੈਂ ਕਦੀ ਸੋਚਿਆ ਮੈਂ ਕਿਸੇ ਨੂੰ ਰੋਕਣਾ। ਮੈਂ ਤਾਂ ਸਿੰਪਲ ਜਿਹੀ ਸਿੱਧੀ ਜਿਹੀ ਗੱਲ ਕੀਤੀ ਜਾਨੀ ਬਾਈ ਦੇ ਨਾਲ। ਮੈਨੂੰ ਸ਼ਾਇਦ ਲੱਗਾ ਸੀ ਮੈਂ ਲੇਟ ਆਇਆ ਮਿਸਟਰ ਐਕਸ ਭਾਈ, ਮੈਂ ਤੁਹਾਡੀ ਗੱਲ ਨਹੀਂ ਪਹਿਲਾਂ ਸੁਣ ਸਕਿਆ ਕਿ ਅਲੀ ਅਕਬਰ ਨੇ ਤੁਹਾਨੂੰ ਕਿਹਾ ਤੁਸੀਂ ਤਾਂ ਉੱਤੇ ਆਏ ਹੋ ਨਾ। ਮੈਨੂੰ ਜਿਹੜਾ ਮਹਿਸੂਸ ਹੋਇਆ ਉਹ ਤੁਹਾਡੇ ਅੱਗੇ ਮੈਂ ਗੋਸ਼ਗਵਾਰ ਕਰ ਛੱਡਿਆ। ਉਹ ਤੁਸੀਂ ਕਹਿ ਰਹੇ ਹੋ ਨਹੀਂ ਮੈਂ ਇਸ ਮਾਮਲੇ 'ਚ ਬਿਲਕੁਲ ਨਹੀਂ, ਉਹ ਅੱਛੀ ਗੱਲ ਹੈ ਤੁਹਾਡਾ ਆਪਣੀ ਜ਼ਿੰਦਗੀ। ਮੈਨੂੰ ਮੇਰਾ ਇੱਕ ਤੱਲਾ ਕੇ ਪ੍ਰਾਈਵੇਟ ਲਈ ਵੀ ਛੋਟਾ ਜਿਹਾ ਅਲੀ ਅਕਬਰ ਨਾਲ ਤੇ ਜਾਂ ਅਸੀਂ ਅਬਰੋਡ ਤੇ ਵੀ, ਤੇ ਮੈਂ ਤੇ ਉਹਨਾਂ ਨੂੰ ਹਿਸਾਬ ਦੇ ਨਾਲ ਕਦੀ ਮਜ਼ਾਕ ਸ਼ਾਤਮੇ ਅੱਲਾ ਵੀ ਆਖਦੇ ਨਾ, ਤੇ ਉਹ ਇਸ ਗੱਲ ਗੁੱਸਾ ਵੀ ਕਿਸੇ ਨੇ ਕਰ ਜਾਂਦੇ ਨੇ, ਕਿਸੇ ਛੱਡ ਜਾਂਦੇ। ਉਹ ਤੇ ਮੇਰੀ ਕਿਸਮਤ, ਜੇ ਦਿਨ ਕਿਸਮਤ ਠੀਕ ਹੋਵੇ ਉਹ ਦਿਨ ਛੱਡ ਦਿੰਦੇ, ਤੇ ਜਿਸ ਦਿਨ ਨਾ ਹੋਵੇ ਤਾਂ ਡਾਂਟ ਡੂਟ ਵੀ ਦਿੰਦੇ। ਤੇ ਇਹ ਮੈਨੂੰ ਤਾਂ ਕੋਈ, ਤੁਸੀਂ ਚੁੱਕ ਕੇ ਰੱਖੋ ਜਿੱਥੋਂ ਤੱਕ ਜਾ ਸਕਦੇ ਹੋ ਜਾਓ, ਐਂਡ ਤੇ ਸੁਲਹ ਹੀ ਹੋਣੀ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿੰਨਾ ਕੁ ਚਿਰ ਇੱਕ ਦਿਨ ਥੱਕਣਾ ਹੀ ਥੱਕਣਾ ਸਾਰਿਆਂ। ਤੇ ਵੇਖ ਲਓ ਆਪਣਾ ਆਪਣਾ ਜਿਹਦੀ ਜਿੰਨਾ ਜ਼ੋਰ ਲੱਗਦਾ ਲਾਣਾ ਚਾਹੀਦਾ। केवल एक बार था पट्टो माइक मैं की पटना सर जी। जी सर, मिस्टर एक्स भाई फरमाएं, हुक्म करें प्यारे भाई, जैसे आप कहते हैं वैसे कर लेते हैं। नहीं नहीं मैं नहीं, तुझे मेरी कोई गल ना मने जी बिल्कुल। चुप करो, जिन्हों जितना गुस्सा है ना अपना एक दूसरे से कड्डो तो पूरी तरह करो यार। परसों चौथ ना सिर्फ इन्होंने एक रिक्वेस्ट करना आया था सिर्फ ਕਿ ਯਾਰ ਜਿਹੜਾ ਆ ਤੁਸੀਂ ਧਮਕੀ ਲਾਣ ਡਏ ਹੋ ਨਾ ਕਿ ਅਸੀਂ ਜੀ ਤਸਵੀਰਾਂ ਲਾ ਦਿਆਂਗੇ ਇਹਨਾਂ ਦੀਆਂ, ਮੈਂ ਇਹ ਇੱਕ ਰਿਕੁਐਸਟ ਕਰਨਾ ਆ, ਠੀਕ ਹੈ, ਕਿ ਯਾਰ ਆਹ ਕੰਮ ਨਾ ਕਰਿਓ। ਮੈਂ ਸਖਤੀ ਦੇ ਨਾਲ ਇਹਨੂੰ ਸੀਸੀਡੀ ਨੇ ਇੱਕ ਮੈਸੇਜ ਕੀਤਾ, ਮੈਂ ਕਿਹਾ ਯਾਰ ਇਹ ਹਰਕਤ ਤੂੰ ਨਹੀਂ ਕਰਨੀ, ਇਹ ਨਸਲੀ ਬੰਦੇ ਕਰੋਗੇ ਵੀ। ਵੇਖੋ ਤੁਸੀਂ ਇੱਕ ਜਮਾਤ ਨਾਲ ਇੱਕ ਦੂਜੇ ਸਾਰੇ ਮਿਲੋ, ਅਗਰ ਤਸਵੀਰ ਉਹਨਾਂ ਦੀ ਤੁਹਾਡੇ ਕੋਲ, ਤੁਹਾਡੀ ਵੀ ਤਾਂ ਹੋਣੀ ਹੈ ਕਿ ਨਹੀਂ। ਇਹੀ ਗੱਲ ਮੈਂ ਆ ਕੇ ਸਮਝਾਈਏ ਨਾ ਕਿ ਕੋਈ ਵੀ ਇਹੋ ਜਿਹੀ ਦੁਨੀਆ ਦੇ ਕਿਸੇ ਕੋਨੇ ਤੇ ਵੀ ਬੈਠਾ ਨਾ ਮਿਸਟਰ ਐਕਸ ਭਾਈ, ਉਹਦੀ ਤਸਵੀਰ ਲੈਣਾ ਸਿਰਫ 2 ਮਿੰਟ ਦੀ ਖੇਡ ਹੈ। ਬਿਲਕੁਲ। ਔਰ ਇਹ ਤੇ ਮੇਰੇ ਖਿਆਲ ਨਾਲ ਜਦੋਂ ਤੁਸੀਂ ਕਲੋਜ਼ ਹੋਏ ਕਿਤੇ ਤੁਹਾਡੇ ਕੋਲ ਇੱਕ ਦੂਜੇ ਦੀ ਫੈਮਿਲੀ ਦੀ ਤਸਵੀਰਾਂ ਹੋਣੀਆਂ ਨੇ, ਫਿਰ ਇਹਦਾ ਮਤਲਬ ਕਿ ਇਹਦੀ ਜਿਸਲੇ ਗੁੱਸੇ ਚ ਹੁੰਦਾ ਕੋਈ ਤੇ ਉਹਦਾ ਐਂਡ ਕੀ ਹੈ? ਕੁਛ ਵੀ ਨਾ, ਨੁਕਸਾਨ ਇਹਦੇ ਆਪਣੇ ਨੁਕਸਾਨ ਜਿੰਨਾ ਮਰਜ਼ੀ ਤੁਸੀਂ ਸੋਚੋ ਇੱਕ ਦੂਜੇ ਦੇ ਕਰਨਾ। ਮੈਂ ਤੇ ਵਰਬਲ ਨੂੰ ਵੀ ਸਹੀ ਨਹੀਂ ਸਮਝਦਾ। ਮੇਰੇ ਤੇ ਓਨੈਸਟਲੀ ਆ 2-4 ਦਿਨਾਂ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਤੁਸੀਂ ਇੱਕ ਜਿਹੜਾ ਗਰੁੱਪ ਨਾ ਅਲੀ ਅਕਬਰ, ਨਵਾਜ਼ ਰਜ਼ਾ ਸਾਹਿਬ, ਅਹਿਮਦ ਜਾਟੀ, ਸਾਰੇ ਇਹ ਏਡਾ ਫਰਮ ਗਰੁੱਪ ਹੈ ਕਿ ਇਹਨਾਂ ਦੇ ਆਖਿਆ ਜਾ ਸਕਦਾ ਵੀ ਸਾਰੇ ਇੱਕ ਦੂਜੇ ਨੂੰ ਦੋਸਤ ਰਹੀਏ। ਉਹ ਇਹ ਤੇ ਉਸ ਗੱਲਾਂ ਉਸ ਤੋਂ ਬਾਅਦ ਨਿਕਲੀ ਜਿੱਦਣ ਵਾਕਿਆ ਹੋਇਆ ਨਾਸਰ ਭੱਟ ਸਾਹਿਬ ਵਾਲਾ ਤੇ ਬਹਿਰੀਨ ਨਾਲ, ਉਸ ਤੋਂ ਬਾਅਦ ਗੱਲ ਦੀ ਸਮਝ ਲੱਗੀ ਕਿ ਕਿੰਨੀ ਗੱਲ ਅੱਗੇ ਵੱਧ ਚੁੱਕੀ ਔਰ ਕਿੰਨੇ ਭਰੇ ਹੋ ਇੱਕ ਦੂਸਰੇ ਦੇ ਵਾਸਤੇ। ਨਹੀਂ ਇਹ ਮੈਂ ਤੁਹਾਨੂੰ ਨਾ ਸਰ 1 ਮਿੰਟ ਦੇ ਦਿਓ ਮੈਨੂੰ, ਮੈਂ ਬਿਜ਼ੀ ਸੀ। ਇਹਦੇ ਭਰੇ ਭੁਰੇ ਕੋਈ ਨਹੀਂ, ਮਸਲਾ ਇਹ ਸੀ ਕਿ ਉਹ ਨਾਸਰ ਭੱਟ ਸਾਹਿਬ ਆਏ ਸੀ, ਠੀਕ ਹੈ, ਉਹ ਬਹਿਰੀਨ ਇੱਕ ਸ਼ੈਤਾਨ ਆਦਮੀ ਹੈ, ਉਹਨਾਂ ਦੀ ਆਪਸ ਚ ਬਹਿਸ ਮੁਬਾਹਿਸਾ ਹੋ ਗਿਆ, ਫੋਨ ਕਾਲ ਹੋਈ, ਉਹਦੇ ਤੇ ਸੀਸੀਟੀਵੀ ਨੂੰ ਬੁਲਾ ਕੇ ਇਹ ਗੱਲ ਹੋ ਰਹੀ ਸੀ ਕਿ ਯਾਰ ਉਸ ਬੰਦੇ ਨੇ ਚਵਲ ਮਾਰੀ ਹੈ। ਵਾਕਿਆ ਅਸੀਂ ਉਸ ਨੂੰ ਸੋਲਵ ਕਰਨ ਵਾਸਤੇ ਬੈਠੇ ਸੀ। ਉਹ ਵਿੱਚ ਜਦੋਂ ਮੈਂ ਵੜਿਆ ਨਾ, ਮੈਨੂੰ ਇਹਨੇ ਲਿੱਤਾ ਕਾਲ ਦੇ ਵਿੱਚ, ਇਹ ਜਿਹੜੇ ਦੋਵੇਂ ਸ਼ੈਤਾਨ ਰਜੀਮ ਨੇ ਨਾ, ਗਜਨੀ ਤੇ ਇਹ ਕੀ ਉਹਨੂੰ ਕਹਿੰਦੇ ਨੇ ਦੂਸਰਾ ਮੁਬਸ਼ਰ ਰਜ਼ਾ, ਇਹ ਮੈਨੂੰ ਜੁੜ ਗਏ ਨੇ। ਇਹਦੇ ਵਿੱਚ ਰੀਜ਼ਨ ਦੱਸਦਾ, ਵਜ੍ਹਾ ਤਾਂ ਦੱਸਦਾ ਕੀ ਵਜ੍ਹਾ ਇਹ ਹੈਗੀ ਹੈ ਕਿ ਇਹਨਾਂ ਨੇ ਕੁਛ ਦਿਨ ਪਹਿਲੇ ਜਿਹੜੇ ਮਲਕ ਦੀ ਬਰਾੜ ਤੇ ਗੰਦ ਪਾਇਆ ਸੀ ਨਾ, ਆਮਨ ਨਜ਼ੀਰ ਦੇ ਸਾਹਮਣੇ ਬਹਿ ਕੇ ਗਾਲਾਂ ਕਢਾਈਆਂ ਤੇ ਉਧਰੋਂ ਵੀ ਕੱਢੀਆਂ, ਫਿਰ ਆਪਣੀ ਬਰਾਡਾਂ ਤੇ ਕੱਢੀਆਂ। ਉਹ ਮੁੱਦਾ ਇਹਨਾਂ ਦੇ ਉੱਤੇ ਪੈ ਚੁੱਕਿਆ ਸੀ ਔਰ ਉਸ ਮੁੱਦੇ ਨੂੰ ਮੀਰ ਸਲੀਮ ਸਾਹਿਬ ਵਗੈਰਾ ਬਾਕੀ ਬੰਦੇ ਬੁਰੀ ਤਰ੍ਹਾਂ ਕੰਡੈਮ ਕਰ ਰਹੇ ਸੀ। ਹੁਣ ਇਹਨਾਂ ਨੂੰ ਫੇਸ ਸੇਵਿੰਗ ਚਾਹੀਦੀ ਸੀ ਕਿ ਅਸੀਂ ਯਾਰ ਕਿਸ ਤਰੀਕੇ ਨਾਲ ਵਾਪਸ ਦੁਬਾਰਾ ਟਿਕਟ ਦੁਨੀਆ 'ਚ ਇਨ ਹੋਈਏ। ਇਹਨਾਂ ਨੇ ਮੌਕਾ ਗਨੀਮਤ ਸਮਝਦੇ ਹੋਏ ਕਿ ਭਾਈ ਜੀ ਅਸੀਂ ਗੱਲ ਇੱਧਰ ਮੋੜ ਦਈਏ। ਕਿਉਂ ਇਹਨਾਂ ਨੂੰ ਪਹਿਲੇ ਕਿਉਂ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਮੀਰ ਸਲੀਮ ਦੀ ਹਮਾਇਤ ਦੇ ਵਿੱਚ ਨਾ ਸ਼ੁਰੂ ਹੋ ਜਾਈਏ, ਅਲੀ ਅਕਬਰ ਨੂੰ ਜੁੜ ਜਾਈਏ, ਤੇ ਉਹ ਲੋਕੀ ਮਾਮਲਾ ਭੁੱਲ ਗਏ ਨਾ। ਤੇ ਇਹ ਸਾਡੀ ਉਹ ਗੱਲ ਜੋ ਅਸੀਂ ਉੱਥੇ ਕਚਰਾ ਫੈਲਾਇਆ ਮਲਕ ਦੀ ਬਰਾਤ ਤੇ ਬਾਅਦ ਚੋਂ ਆਪਣੀ ਬਰਾਤਾਂ ਤੇ, ਉਹ ਦਬ ਜੇ ਤੇ ਅਸੀਂ ਇਹ ਚੁੱਕ ਦਈਏ। ਹਾਲਾਂਕਿ ਇਹਨਾਂ ਦਾ ਵੱਲਾ ਅਜ਼ੀਮ ਮਸਲਾ ਹੀ ਕੋਈ ਨਹੀਂ ਸੀ, ਨਾ ਗਜਨੀ ਦਾ, ਨਾ ਸੈਫੀ ਦਾ, ਨਾ ਇਹ ਸਰਕਾਰ ਝੂਠੇ ਬਾਂਦਰ ਦਾ, ਤੇ ਨਾ ਹੀ ਹੁੰਦਾ ਦੂਸਰਾ ਮੁਬਸ਼ਰ ਰਜ਼ਾ ਦਾ। ਠੀਕ ਹੈ, ਇਹਨਾਂ ਦਾ ਚਾਰਾਂ ਦਾ ਮਸਲਾ ਹੀ ਕੋਈ ਨਹੀਂ ਸੀ। ਮਸਲਾ ਉਸੇ ਟਾਈਮ ਮੁੱਕ ਜਾਣਾ ਸੀ। ਅਸੀਂ ਬਾਟ ਸਾਹਿਬ ਨਾਲ ਉਸੇ ਟਾਈਮ ਗੱਲ ਕਲੀਅਰ ਕਰ ਲੈਣੀ ਸੀ। ਅਸੀਂ ਅੱਜ ਤੋਂ ਬਾਅਦ ਬਹਿਰੀਨ ਨੂੰ ਨਹੀਂ ਸੀ ਬਿਠਾਣਾ। ਇਹਨਾਂ ਨੇ ਆ ਕੇ ਵਿੱਚ ਇਹ ਸਿਆਸਤ ਚੱਲੀ, ਇਹ ਐਸੇ ਮੁਨਾਫਿਕ ਆਦਮੀ, ਝੂਠੇ ਆਦਮੀ ਨੇ, ਲਾਂਤੀ ਆਦਮੀ ਨੇ। ਠੀਕ ਹੈ, ਜਿਸ ਨੇ ਮੈਂ ਇਸ ਮਾਮਲੇ ਤੇ ਗਜਨੀ ਨੇ ਗੱਲ ਕੀਤੀ, ਗਜਨੀ ਵੀ ਇਹ ਆਖਿਆ ਕਿ ਜਿਸ ਨੇ ਮੈਂ ਇੰਟਰਫੇਅਰ ਕੀਤਾ ਤੇ ਮੇਰਾ ਮਕਸਦ ਇਹ ਸੀ ਕਿ ਇਸ ਗੱਲ ਨੂੰ ਮੁਕਾਓ। ਧਮਕੀ ਨਹੀਂ ਮੈਂ ਸੁਣਦਾ ਸਕੇ ਭਰਾ ਦੀ ਵੀ ਧਮਕੀ ਲਾ। ਮੈਨੂੰ ਕਹਿੰਦਾ ਫੋਨ ਦੇ ਵਿੱਚ, ਕਹਿੰਦਾ ਜੇ ਤੁਸੀਂ ਇਹ ਮਾਮਲਾ ਅਗਰ ਇੱਥੇ ਨਾ ਰੁਕੇ ਤੇ ਫਿਰ ਮਾਮਲਾ ਅੱਗੇ ਵੱਧ ਸਕਦਾ। ਉਹ ਇਹ ਕੀ ਅੱਗੇ ਵਧਾਣਗੇ? ਇਹ ਉਦੋਂ ਹੀ ਬਾਅਦ ਮੈਂ ਫਿਰ ਅੱਗੋਂ ਕਿਹਾ, ਮੈਂ ਕਿਵੇਂ ਵੱਧ ਸਕਦਾ ਜਿਹੜਾ ਤੂੰ ਵਰਿਆਮ ਦੀ ਬਰਾੜ ਤੇ ਬਹਿ ਕੇ ਆਖਿਆ ਸੀ ਮਲਕ ਦੇ ਮੂੰਹ ਚ ਟੱਟੀ ਕਢਾਈ ਟੱਟੀ, ਸਾਰੇ ਦੂਜੇ ਤੇ ਜਾ ਕੇ ਤੁਸੀਂ ਮਾਫੀ ਮੰਗ ਲਈ ਉਹਦੇ ਕੋਲੋਂ, ਮਲਕ ਕੋਲੋਂ। ਇਹ ਮਾਮਲਾ ਅੱਗੇ ਵਧੇਗਾ। ਟੀਵੀ ਤੇ ਹੁੰਦੀ ਨਾ ਕਿਸੇ ਦਾ ਕਰੈਕਟਰ ਸਾਹਮਣੇ ਲੈ ਕੇ ਆਉਣਾ, ਕਿਸੇ ਨੂੰ ਗਾਲਾਂ ਹੀ ਕੱਢਦਾ, ਤੇ ਦੂਸਰੇ ਨੰਬਰ ਤੇ ਤੁਹਾਡੀ ਇੱਕ ਅੰਡਰਸਟੈਂਡਿੰਗ ਉਹਦੀ ਤੇ ਜਿਹੜੀ ਗੱਲ ਮੇਰੀ ਗਜਨੀ ਨਾਲ ਪ੍ਰਾਈਵੇਟ ਚ ਹੋਈ, ਤੋਂ ਆਂਦਾ ਮੈਂ ਇਹ ਚਾਹੁੰਦਾ ਹਾਂ ਕਿ ਸੁਲ੍ਹਾ ਹੋ ਜੇ, ਗੱਲ ਅੱਗੇ ਨਾ ਵਧੇ। ਤੇ ਮੈਂ ਤਾਂ ਉਸ ਤਰੀਕੇ ਨਾਲ ਗੱਲ ਕੀਤੀ ਸੀ ਜਿਹਨੂੰ ਹੋਰ ਅੰਦਾਜ਼ ਚ ਲਿਆ ਗਿਆ।
ਉਹ ਨਹੀਂ, ਉਹ ਬੜਾ ਉਸ ਵੱਡਾ ਤੋਂ ਗੱਲ ਵਧੀ ਹੈ, ਫਿਰ ਮਤਲਬ ਉਹਨਾਂ ਗੱਲ ਸੁਣ ਲਓ ਨਾ, ਗੱਲ ਸੁਣ ਲਓ। ਫਿਰ ਮੈਂ ਤਾਂ ਉਹ ਗੱਲ ਕਰਨਾ ਜਿਹੜੀ ਮੈਂ ਸੁਣੀ। ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਮੈਨੂੰ ਇਹ ਨਾ ਆਖਿਆ ਤੂੰ ਮੈਨੂੰ ਧਮਕੀ ਲਾਣਾ ਤੇ ਨਾਲ ਇਹਨਾਂ ਨੇ ਛੱਟਾ ਲਾ ਦਿੱਤਾ, ਤੇ ਫਿਰ ਮੈਂ ਵੀ ਜਵਾਬੀ ਕਾਰਵਾਈ ਕੀਤੀ ਔਰ ਬਹੁਤ ਡਾਢੀ ਕੀਤੀ। ਔਰ ਉਸ ਗੱਲ ਤੇ ਮੈਨੂੰ ਕੰਡੈਮ ਕੀਤਾ ਕਿ ਤੁਹਾਡੇ ਅਲਫਾਜ਼ ਵੀ ਗਾਲਾਂ ਤਾਂ ਚਲੋ ਕੱਢਦੇ, ਲੇਕਿਨ ਏਡੀਆਂ ਬੁਰੀਆਂ ਔਰ ਗੰਦੀਆਂ ਗਾਲਾਂ ਦਾ ਬਿਲਕੁਲ ਕਿਸੇ ਹਾਲ ਵਿੱਚ ਮੇਰੇ ਕਾਬਿਲ ਕਬੂਲ ਨਹੀਂ। ਮੈਂ ਤੁਹਾਨੂੰ ਲਾਈਵ ਬਰੋਡ ਤੇ ਪੁੱਛਿਆ ਔਰ ਆਖਿਆ ਵੀ। ਬਹਰਹਾਲ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਦਾ ਪੁਆਇੰਟ ਇਹ ਸੀ ਕਿ ਮੈਂ ਤਾਂ ਸਿਰਫ ਕਹਿੰਦਾ ਮੁਕਾਓ ਗੱਲ ਹੈ। ਗਜਨੀ ਨੇ ਜਦੋਂ ਮੈਂ ਕਿਹਾ ਨਾ ਕਿ ਮਾਮਲਾ ਅੱਗੇ ਵਧਣਾ, ਤੂੰ ਕਰ ਰਿਹਾ ਸੀ, ਮੈਂ ਗਜਨੀ ਸਾਹਿਬ ਕਰ ਰਿਹਾ ਸੀ। ਮੈਂ ਕਿ ਦੇਖੋ ਪਹਿਲੇ ਅਲਫਾਜ਼ ਮੇਰੇ ਜਿਵੇਂ ਬਰਾੜ ਤੇ ਮੈਂ ਸਰਕਾਰ ਨੂੰ ਕਿਹਾ ਸੀ ਨਾ ਕਿ ਆਪਣੀ ਗੱਲ ਕਰ, ਮਜ਼ਹਬ ਨੂੰ ਨਾ ਯੂਜ਼ ਕਰ। ਫੋਨ ਤੇ ਮੈਂ ਗਜਨੀ ਨੂੰ ਇਹੀ ਕਿਹਾ, ਮੈਂ ਕਿ ਦੇਖੋ ਮੈਂ ਗਜਨੀ ਸਾਹਿਬ ਕਹਿ ਰਿਹਾ, ਮੇਰੇ ਨਾਲ ਤੂੰ ਤੜਾ ਨਾ ਕਰ, ਤੂੰ ਤੜਾ ਕੇ ਨਾ ਗੱਲ ਕਰ, ਠੀਕ ਹੈ। ਮੈਨੂੰ ਧਮਕੀਆਂ ਵੀ ਨਾ ਦੇ ਤੇ ਤੂੰ ਤੜਾ ਵੀ ਨਾ ਕਰ। ਉਹ ਤਾਂ ਉਸ ਟਾਈਮ ਬਦਤਮੀਜ਼ੀ ਤੇ ਆ ਗਏ ਅਸੀਂ। ਇਹਨਾਂ ਦਾ ਮਕਸਦ ਹੀ ਇਹ ਸੀ ਕਿ ਅਸੀਂ ਵਿੱਚ ਅਲੀ ਅਕਬਰ ਨੂੰ ਪਾ ਕੇ ਮਾਮਲੇ ਸਾਰਾ ਮੋੜ ਦੀ ਇਸ ਪਾਸੇ, ਠੀਕ ਹੈ। ਤੇ ਫਿਰ ਦਿੱਤਾ ਨਾ ਸਬਕ ਚੰਗੀ। ਅਸੀਂ ਤੋੜ ਮਦੀਨਾ ਸ਼ਰੀਫ ਵਾਲੇ ਹੋਰ ਵਿਖਾਣਾ ਇਸ ਗਰੁੱਪ ਨੂੰ। ਸਾਡਾ ਬੱਟ ਸਾਹਿਬ ਨਾਲ, ਫਾਈਟਰ ਨਾਲ, ਉਹਨਾਂ ਨਾਲ ਕੋਈ ਝਗੜਾ ਨਹੀਂ ਹੈਗਾ। ਉਹ ਮੁੱਕ ਗਿਆ ਬਹਿਰੀਨ ਨੂੰ, ਅਸੀਂ ਸਵੇਰੇ ਨਹੀਂ ਬਿਠਾਇਆ ਉੱਤੇ, ਆਇਆ ਸੀ ਵਾਪਸ ਭੇਜ ਦਿੱਤਾ। ਇਹ ਜਿਹੜੇ 4 ਬੰਦੇ ਨੇ ਨਾ, ਇਹਨਾਂ ਨੂੰ ਮੈਂ ਕਰਬਲਾ ਵੀ ਵਿਖਾ ਕੇ ਆਵਾਂਗਾ ਤੇ ਮਦੀਨਾ ਵਿਖਾਵਾਂਗਾ। ਇਹ ਘੋੜਾ ਤੇ ਇਹ ਘੋੜੇ ਦਾ ਮੈਦਾਨ। ਇਹ ਇੱਥੇ ਬਲੈਕ ਹਾਈਜੈਕਰ ਗਰੁੱਪ ਬਣ ਕੇ ਫਿਰਦੇ ਪਏ ਨੇ ਕਿ ਅਸੀਂ ਬਦਮਾਸ਼। ਮੈਂ ਤੇ ਨਾ ਫਿਰ ਬੈਸਟ ਆਫ ਲੱਕ, ਇਹ ਤੇ ਬਦਮਾਸ਼ੀ ਜਰਾ ਠੰਡੇ ਹੋ ਨਾ, ਜਰਾ ਪਾਣੀ ਪੂਣੀ ਦੇ ਕੋ ਰੱਖਿਆ ਗੱਡੀ 'ਚ। ਪਾਣੀ ਕੋਈ ਨਹੀਂ, ਮੁੱਕ ਗਿਆ ਪਾਣੀ ਅਗਰ ਹੋਦਾ ਸੀ। ਮੈਂ ਦੇ ਜਾਂ ਖਿਸਤਾ ਪੂਰਾ ਨਹੀਂ, ਮੈਂ ਗਲੋਬਸ ਦੇ ਕੇ ਖਲੋਤਾ ਇੱਥੋਂ ਲੈ ਲੈਣਾ। ਜਾ ਕੇ ਅੰਦਰੋਂ ਪਾਣੀ ਛਾਣੀ ਪੀਓ। ਤੇ ਇਹ ਵੇ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਕਹਿੰਦੇ ਵੈਸੇ ਇਹਨਾਂ ਨੂੰ ਅਗਲਾ ਘਰ ਵਹਾਂ ਦੇ, ਤੇ ਇਹੋ ਹੀ ਗੱਲ ਉਹ ਵੀ ਉਧਰੋਂ ਕਰਦੇ ਜਾਣ। ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਅਸੀਂ ਕਿਸੇ ਨੂੰ ਸਵਾਏ ਗਾਲਾਂ ਤੋਂ, ਸਵਾਏ ਤਾਨਿਆਂ ਤੋਂ, ਸਵਾਏ ਤੁਸੀਂ ਕੁਝ ਵੀ ਨਹੀਂ ਕਰ ਸਕਦੇ। 2 ਸਾਲ ਕਰੋਗੇ, 4 ਸਾਲ ਕਰੋਗੇ, 10 ਸਾਲ ਕਰ ਲੋਗੇ, ਕੀ ਐਂਡ ਕੀ ਹੋਏਗਾ? ਪਰ ਤੁਸੀਂ ਫਿਰ ਵੀ ਸਮਝਦਾਰ ਹੋ, ਆਪਣੇ ਮਰਜ਼ੀ ਕਰੋ। ਨਹੀਂ, ਮੈਂ ਇਹਨਾਂ ਦੇਖੋ, ਇਹਨਾਂ ਨੇ ਅਲਫਾਜ਼ ਦੱਸਾਂ ਕੀ ਬੋਲੇ ਨੇ। ਮੇਰੇ 30 ਮਸੇਰ ਰਹਿੰਦੇ ਨੇ ਜਰਮਨੀ ਦੇ ਵਿੱਚ, ਮੈਂ ਸੁਣੇ ਸਨ ਅਲਫਾਜ਼, ਬਿਲਕੁਲ ਠੀਕ ਹੈ। ਤੇ ਕੱਲ ਉਹਨੇ ਕੀ ਬੋਲਿਆ ਕਿ ਜੇ ਇਹ ਮੈਨੂੰ ਹਾਫਿਜ਼ ਕਲਾਸ ਚ ਮਿਲ ਜਾਂਦਾ ਨਾ ਉੱਥੇ ਰਬਵੇ, ਇਹ ਅਲੀ ਅਕਬਰ, ਹਾਲਾਂਕਿ ਮੈਂ ਤਾਂ ਖੁਸ਼ਾਬ ਹਿਫਜ਼ ਕੀਤਾ ਸੀ, ਠੀਕ ਹੈ। ਇਹ ਜੇ ਮੈਨੂੰ ਉੱਥੇ ਮਿਲ ਜਾਂਦਾ ਨਾ ਤੇ ਮੈਂ ਉਹ ਹਾਫਿਜ਼ ਕਲਾਸ ਨੂੰ ਕੱਢੋ ਬਾਈ, ਮੇਰੀ ਜ਼ਬਾਨ ਦੀ ਵੜ ਦੇਣੀ ਸੀ। ਇਹ ਬਦਮਾਸ਼ ਨੇ, ਉਹ ਭੈਣ ਦੀ ਕੁਸ ਖਾਣੇ ਕੀਤੀ ਹੈ। ਇਹ ਗਜਨੀ ਨੇ ਕੀਤੀ, ਸੈਫੀ ਨੇ ਕੀਤੀ ਹੈ, ਠੀਕ ਹੈ। ਫਿਰ ਗੱਲ ਸੁਣਦੇ ਨੇ ਮੇਰੇ ਕੋਲੋਂ, ਇਹ ਤੇਰੀ ਔਕਾਤ ਹੈ ਸਾਡੇ ਟਿਕਟ ਕਟਾ ਕੇ ਆ ਕਹਿੰਦਾ ਇੱਥੇ ਜਰਮਨੀ ਗੱਲ ਸੁਣੋ ਨਾ ਤੁਸੀਂ, ਫਿਰ ਦੋਵੇਂ ਇੰਜ ਕਰੋ। ਗੱਲ ਸੁਣੋ ਇੱਕ ਵਾਰ, ਤੁਸੀਂ ਦੋਵੇਂ ਇੰਜ ਕਰੋ। ਗਾਲਾਂ ਵੇਖੋ ਨਾ, ਗਾਲਾਂ ਤੁਹਾਡੇ ਅਸਲ ਕੰਟਰੋਲ ਸੰਤਾਂ ਨਹੀਂ ਰਹਿੰਦਾ। ਗੱਲ ਇਹ ਵੇ ਕਿ ਤੁਸੀਂ ਦੋਵੇਂ ਇੰਜ ਕਰੋ, ਮੇਰੇ ਨਾਲ ਰਾਬਤਾ ਕਰੋ, ਮੈਂ ਤੁਹਾਨੂੰ 2 ਟਿਕਟਾਂ ਲੈ ਕੇ ਦੇਣਾ, ਤੁਸੀਂ ਜਾਓ ਦੋਵੇਂ ਪਾਕਿਸਤਾਨ ਤੇ ਪੂਰਾ ਆਪਣੇ ਸਾਹਮਣੇ ਬੈਗ ਨੂੰ ਗੁੱਸਾ ਕੱਢੋ। ਉਹ ਵੀ ਕੈਨੇਡਾ ਤੋਂ ਇੱਥੇ ਆਏਗਾ, ਤੁਸੀਂ ਕੈਨੇਡਾ ਦੀ ਕਾਨੂੰਨ ਸਹੀ ਨਹੀਂ ਹੈ। ਉਹ ਬਾਬਾ ਜੀ ਤੁਸੀਂ ਤੁਸੀਂ ਹੋਰ ਨਵੇਂ ਪਾਸਪੋਰਟ ਮੈਨੂੰ ਪਤਾ ਤੁਸੀਂ ਧਮਕੀ ਨਹੀਂ ਲਾਈ, ਮੈਨੂੰ ਪਤਾ ਉਤਰੀਆਂ ਬੰਦਿਆਂ ਵਾਲੀ ਗੱਲ। ਮੈਂ ਤੇ ਉਹਦੀ ਧਮਕੀ ਦਾ ਵਾਪਸੀ ਜਵਾਬ ਦੇ ਰਿਹਾ ਕਿ ਜੇ ਕਰਨਾ ਤੇ ਆ ਕੇ ਕਰੇ। ਮੈਂ ਧਮਕੀ ਕਦੋਂ ਲਾਈ ਹੈ? ਮੈਂ ਤਾਂ ਉਹਦਾ ਜ਼ਿਕਰ ਤੱਕ ਨਹੀਂ ਕਰਦਾ। ਕੁੱਤੇ ਦਾ ਨਾਮ ਲੈਣਾ ਜ਼ਬਾਨ ਪਲੀਤ ਕਰਨ ਲਈ ਗੱਲ ਹੈ। ਅਸੀਂ ਤੇ ਬਿਲਕੁਲ ਦੂਸਰੇ ਪਾਸੇ ਸੀ। ਅਸੀਂ ਤੇ ਸਗੋਂ ਬੱਟ ਸਾਹਿਬ ਨੂੰ ਸੌਰੀ ਕਰਨ ਲੱਗੇ ਸੀ ਕਿ ਸਰ ਬਹਿਰੀਨ ਨੇ ਜੋ ਕੀਤਾ ਉਹ ਵੀ ਬਿਜ਼ੀ ਸੀ, ਮੈਂ ਵੀ ਬਿਜ਼ੀ ਸੀ, ਖਤਮ ਕਰਨ ਲੱਗੇ। ਇਹਨਾਂ ਸਾਰਿਆਂ ਨੇ ਵਿੱਚ ਆ ਕੇ ਅਸੀਂ ਸ਼ੈਤਾਨੀ ਪਾਈਏ, ਇਹਨਾਂ ਨੂੰ ਅਸੀਂ ਤੋੜ ਤੱਕ। ਹੁਣ ਮੈਂ ਕਹਿ ਰਿਹਾ ਟਿਕਟੋਕ ਦੀ ਲੜਾਈਆਂ ਝਗੜੇ ਹੁੰਦੇ ਪਏ ਨੇ ਨਾ, ਤੇ ਇੱਥੇ ਜੀ ਕੇ ਵਿਖਾਣ ਟਿਕਟੋਕ ਦੇ ਉੱਤੇ। ਫਿਰ ਠੀਕ ਹੋ ਗਿਆ। ਰੋਜ਼ਾ ਖੋਲੇ ਹੁਣ ਪਾਣੀ ਲਿਆ ਜੇ ਕਿ ਨਹੀਂ? ਪਾਣੀ ਲਿਆ ਜੇ ਗਲੋਬਲ ਕਿ ਬਾਹਰੋਂ ਬਾਰੀ ਹੋ? ਫਿਰ ਚੱਲਾਂ ਗੱਡੀ ਪਾਰਕਿੰਗ ਲਾਈ ਹੁਣ ਲਓ ਪਾਰਕਿੰਗ ਤੇ ਫੋਟੋ ਕਾਲਰ ਨਾਲ ਬਕਾਇਦਾ ਪਾਣੀ ਤੇ ਕਿਹੜਾ ਲਿਆ? ਮਤਲਬ ਉਹ ਬਲੂ ਕਿਸਮ ਦਾ ਪਾਣੀ ਲੈ ਲਓ। ਓਕੇ ਤੋਰਾ ਮੈਂ ਭਾਈ ਤੁਸੀਂ ਵਾਵਾ ਜਿਹੜੀ ਗੈਪ ਰਹੇ ਹੋ। ਹਾਂਜੀ, ਬ੍ਰੇਕ ਵਿੱਚ ਥੋੜੀ ਜਿਹੀ ਲੈਣੀ ਚਾਹੀਦੀ ਹੈ। ਬੰਦਾ ਬਹੁਤਾ ਜਿਹੜਾ ਨਾ ਫਿਰ ਉਹ ਹੋ ਜਾਂਦਾ ਹੈ। ਇਹ ਤੁਹਾਡੀ ਬਰੋਡ ਬੜੀ ਕੰਮ ਕਰਦੀ ਸੀ, ਜਿਹੜੀ ਉਹ ਟਾਲਰੈਂਸ ਤੇ ਲਾਉਂਦੇ ਸੀ ਨਾ, ਤੇ ਉਹਦੀ ਤੇ ਕਮੀ ਰਹੀ ਹੈ। ਹਾਂਜੀ, ਬਸ ਉਹ ਵਿਚਾਰੇ ਮਾਮਲਾ ਹੋਵੇ ਮੁਖਲਸ ਜੁੱਤੀਆਂ ਪਾਈਆਂ ਨੇ, ਤੇ ਮੈਨੂੰ ਲੱਗਾ ਤੁਸੀਂ ਵੀ ਆਖਿਆ ਮਿਸ਼ਨ ਤੁਹਾਡਾ ਪੂਰਾ ਹੋ ਗਿਆ। ਨਹੀਂ ਕੋਈ ਨਹੀਂ। ਉਹ ਗੱਲ ਹੈ ਕਿ ਤੁਹਾਨੂੰ ਵੀ ਪਤਾ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਉਹ ਬੰਦੇ ਬਦਲ ਜਾਂਦੇ ਨੇ, ਤਹਿਰੀਕਾਂ ਦੇ ਨਾਮ ਬਦਲ ਜਾਂਦੇ ਨੇ। ਇਹ ਚੀਜ਼ ਰੁਕ ਤੇ ਨਹੀਂ ਸਕਦੀ ਨਾ। ਉਹ ਜਿੰਨੀ ਦੇਰ ਉਹ ਟਿਸ਼ੂ ਦੀ ਜ਼ਰੂਰਤ ਹੁੰਦੀ ਉਨੀ ਦੇਰ ਇਸਤੇਮਾਲ ਕੀਤਾ ਜਾਂਦਾ, ਉਸ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ ਇਸਤੇਮਾਲ ਕਰਕੇ। ਫਿਰ ਰੂਟ ਕਾਜ਼ ਕੀ ਹੋਇਆ? ਇਹ ਗੱਲ ਤੇ ਉਹ ਇਹਨਾਂ ਜਿਹੜੇ ਕਰਵਾਉਂਦੇ ਨੇ ਫੌਜੀ, ਹਾਂਜੀ, ਪ੍ਰੈਸ਼ਰ ਗਰੁੱਪ ਬਣਾਏ ਹੁੰਦੇ ਨੇ। ਬਿਲਕੁਲ ਤੁਹਾਨੂੰ ਪਤਾ ਹੀ ਹੁੰਦੇ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਮੁਖਤਲਿਫ ਲਕਸ਼ਰ ਜੰਗਲੀ ਹੋਵੇ ਜਾਂ ਸਿਪਾ ਸਾਹਿਬ ਸਾਰੇ ਆਪ ਬਣਾਉਂਦੇ ਨੇ। ਤੇ ਇੱਕ ਬੰਦੇ ਇਸ ਗੱਲ ਦਾ ਵੀ ਗੁੱਸਾ ਲੱਗ ਜਾਏ ਕਿ ਮੇਰੀ ਫੌਜ ਦੇ ਇਲਾਵਾ ਗੱਲ ਨਾ ਕਰਿਆ ਜਾਏ। ਬਿਲਕੁਲ ਉਹ ਸਾਰਿਆਂ ਨੂੰ ਪਤਾ। ਹੁਣ ਵਕਤੀ ਤੌਰ ਤੇ ਸ਼ਾਇਦ ਲੋਕਾਂ ਨੂੰ ਲੱਗਦਾ ਹੋਵੇ
ਉਹਨਾਂ ਦੇ ਹੱਥ 'ਚੋਂ ਨੇ। ਠੀਕ ਹੈ, ਲੋਕਾਂ ਨੂੰ ਇਹ ਬਸ ਉਹ ਕੀ ਕਹਿੰਦੇ ਨੇ ਟੱਕ ਦੀ ਬੱਤੀ ਪਿੱਛੇ ਲਾਇਆ ਹੈ ਬਸ ਕਿ ਠੀਕ ਹੈ ਬਈ ਠੀਕ ਹੈ। ਮਰਦਾ ਉਹੀ ਮਾੜਾ ਬੰਦਾ ਹੋਵੇ, ਸਿੱਧੀ ਜਿਹੜੀ ਗੱਲ ਹੈ, ਉਹ ਮਜ਼ਹਬੀ ਹੋਵੇ ਜਾਂ ਸਿਆਸੀ ਹੋਵੇ। ਬਿਲਕੁਲ ਐਸੀ ਗੱਲ ਹੈ। ਸਾਡਾ ਰਿਐਲਿਟੀ ਕੱਲ ਇੱਕ ਇੰਡੀਆ ਨਾਲ ਸਫ਼ਰ ਕਰਦਾ ਹਾਂ ਤੇ ਉਹਦੇ ਨਾਲ ਇਹ ਗੱਲ ਹੋ ਰਹੀ ਸੀ ਕਿ ਸਾਨੂੰ ਉਸ ਨਾ ਸਰਕਲ ਦੇ ਵਿੱਚ ਰੱਖਿਆ ਗਿਆ ਤੇ ਸਾਨੂੰ ਬਾਹਰ ਨਿਕਲਣ ਹੀ ਨਹੀਂ ਦਿੱਤਾ ਗਿਆ। ਨਾ ਸਾਡੀ ਆਵਾਮ ਦੇ ਨਾ ਜਿਨ੍ਹਾਂ ਦੀ ਕੋਈ ਮੇਰਾ ਮਤਲਬ ਗਰੋਥ ਹੋਣੀ ਉਹ ਹੀ ਮਤਲਬ ਇਸਲਾਮੀ ਸਰਕਲ ਦੇ ਵਿੱਚ ਹੀ ਰੱਖ ਕੇ ਨਾ ਤੇ ਦੁਨਿਆਵੀ ਤੌਰ ਤੋਂ ਕੱਟ ਆਫ ਕਰਕੇ ਉਸ ਤੋਂ ਬਾਅਦ ਸਾਡੇ ਲੋਕ ਜ਼ਿਆਦਾ ਜਾਹਲ ਨੇ ਜਾਂ ਅਲੱਗ ਪੜ੍ਹੇ ਲਿਖੇ ਬੰਦੇ ਬੜੇ ਠੀਕ ਠਾਕ ਮਤਲਬ ਐਜੂਕੇਟਿਡ ਹੋਣਗੇ ਤੇ ਉਹਨਾਂ ਦੇ ਵਿੱਚ ਜੇ ਸੋਚ ਪੁੱਛੋਗੇ ਨਾ ਤੇ ਇਹੋ ਐਕਸਟ੍ਰੀਮਿਜ਼ਮ ਵਾਲੀ ਹੁੰਦੀ ਤੇ ਫਿਰ ਐਜ਼ ਇੰਡੀਅਨਸ ਦੀ ਤਰਫ ਹੀ ਹੈ। ਲੇਕਿਨ ਕਿਉਂਕਿ ਉਹ ਮਤਲਬ 150 ਮਿਲੀਅਨ ਦਾ 1.5 ਬਿਲੀਅਨ ਦਾ ਨਾ ਉਹਦੇ 'ਚ ਵੀ ਇਹ ਹੈ। ਲੇਕਿਨ ਇਹਨਾਂ ਆਉਂਦਾ ਹੈ ਕਿ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਠੀਕ ਹੈ ਲੇਕਿਨ ਸਾਡੀ ਆਬਾਦੀ ਵੀ ਉਨੀ ਹੈ ਤੇ ਲੇਕਿਨ ਤੁਸੀਂ ਛੋਟੇ ਹੋ ਗਏ ਜ਼ਿਆਦਾ ਐਕਸਟ੍ਰੀਮਿਸਟ ਹੋ ਤੇ ਉਹ ਆਦਾ ਸਾਡੇ ਕੋਲ ਤੇ ਐਸਾ ਕੋਈ ਕੰਟਰੋਲ ਨਹੀਂ ਹੈ ਕਿ ਸਾਡੇ ਕੱਲ ਨਾ ਇੱਥੇ ਇੱਕ ਬੰਦੇ ਨੇ ਬੜੀ ਖੂਬਸੂਰਤ ਗੱਲ ਕੀਤੀ ਮਿਸਟਰ ਐਕਸ ਭਾਈ। ਉਹਨੇ ਕਿਹਾ ਮਰੀਦ ਜਿੰਨਾ ਜਾਹਲ ਹੋਏਗਾ ਨਾ ਉਨਾ ਹੀ ਪੀਰ ਕਾਮਲ ਹੋਏਗਾ। ਤੇ ਉਹ ਗੱਲ ਮਤਲਬ ਠੀਕ ਗੱਲ ਕਮਾਲ ਦੀ ਗੱਲ ਹੈ। ਹੁਣ ਇੱਕ ਜਿਹੜਾ ਪੀਰ ਬਣਾਏ ਫਿਰਦੇ ਨੇ ਇਹਨਾਂ ਦੇ ਵਿੱਚ ਕਿਹੜੀ ਐਸੀ ਐਕਸਟਰਾ ਚੀਜ਼ ਹੁੰਦੀ ਹੈ ਕਿ ਜਿਹੜੀ ਆਮ ਬੰਦੇ 'ਚ ਨਹੀਂ ਹੁੰਦੀ? ਕਿਹੜੀ ਐਸੀ ਗੱਲ? ਕੁਛ ਨਹੀਂ ਹੁੰਦਾ, ਸਿਰਫ ਜਹਾਲਤ ਹੈ। ਤੇ ਉਹ ਪੀਰ ਖਾਨੇ ਬਣੇ ਨੇ ਔਰ ਪੀਰ ਖਾਨੇ ਵੀ ਚਲਾਉਣ ਵਾਲੀ ਫੌਜ ਹੈ। ਉਹਨਾਂ ਨੂੰ ਉੱਤੇ 4-5 ਬੰਦਿਆਂ ਨੂੰ ਉਹਨਾਂ ਦੇ ਪਿੱਛੇ ਲਾ ਕੇ ਅਸਲ ਗੱਲ ਹੁੰਦੀ ਕਿ ਆਵਾਮ ਕਿਤੇ ਪਿੱਛੇ ਲੱਗਦੀ ਕਿਹਨੂੰ ਪ੍ਰਮੋਟ ਕਰਕੇ ਉਹਨੂੰ ਪੀਰ ਬਣਾ ਕੇ ਰੱਖੀ ਜਾਂਦੇ ਨੇ। ਜਦੋਂ ਰਗੜਦਾ ਹੋਵੇ ਉਹ ਪੀਰ ਨੂੰ 4 ਦਿਨ ਜੇਲੇ ਦਿੰਦੇ ਨੇ। ਤਾਂ ਆਪਣੇ ਮੇਰਾ ਮਤਲਬ ਮਕਸਦ ਹੁੰਦੇ ਨੇ, ਮਕਾਸਦ ਉਹ ਪੂਰੇ ਕਰ ਲੈਂਦੇ ਨੇ। ਜਦੋਂ ਕਰ ਲਿਆ ਤੇ ਕਰ ਲਿਆ। ਇਹ ਹੁਣ ਸਾਧ ਰਿਜ਼ਵੀ ਦੇ ਵਾਲਦ ਵਾਲੀ ਬੰਦਾ ਕੋਈ ਸੋਚ ਸਕਦਾ ਅਚਾਨਕ ਇਹ ਗੇਮ ਪੈਣੀ? ਉਹਨੂੰ ਮਾਰ ਦਿੱਤਾ ਕਿਸੇ ਤਰ੍ਹਾਂ। ਠੀਕ ਹੈ, ਅਚਾਨਕ। ਔਰ ਉਸ ਬੰਦੇ ਨੂੰ ਕਿੰਨਾ ਇਸਤੇਮਾਲ ਕੀਤਾ ਗਿਆ, ਕਿੰਨਾ ਇਸਤੇਮਾਲ। ਉਸ ਤੋਂ ਬਾਅਦ ਉਹਦੇ ਮੁੰਡੇ ਨੂੰ ਇਸਤੇਮਾਲ ਕੀਤਾ ਗਿਆ। ਉਹ ਜਿੰਨੀ ਦੇਰ ਠੀਕ ਸੀ, ਜਦੋਂ ਉਹੀ ਗੱਲ ਹੈ ਕਿ ਇਹਨਾਂ ਦੇ ਜਦੋਂ ਹੱਥੀ ਪੈਣ ਲੱਗਦਾ ਫਿਰ ਸਾਰੀ ਗੱਲ ਫਿਰ ਆਪਣਾ ਕਹਿੰਦੇ ਅੱਛਾ ਸਾਡਾ ਕੁੱਤਾ ਕੀ ਆਂਦੇ ਨੇ ਸਾਨੂੰ ਨਹੀਂ ਤੂੰ ਭੌਂਕਣਾ ਸ਼ੁਰੂ ਕਰ ਦੇਵੇਂ ਤਾਂ ਫਿਰ ਨਹੀਂ ਭੌਂਕਣ ਦਿੰਦੇ ਅਗਲੇ। ਆ ਜਾਓ ਬਈ। ਇਹ ਵੀ ਗੱਲ ਠੀਕ। ਇਹ ਅਸਲ ਜੀ ਇਸੇ ਤਰ੍ਹਾਂ ਚੱਲਦੇ ਰਹੇ ਨਾ ਜਿੰਨਾ ਚਿਰ ਕੋਈ ਸਹੀ ਇੱਕ ਇਨਕਲਾਬੀ ਸੂਰਤ ਹਾਲ ਨਾ ਬਣੀ। ਔਰ ਇਨਕਲਾਬੀ ਸੂਰਤ ਹਾਲ ਵੀ ਦੂਸਰੀ ਇੰਟਰਨੈਸ਼ਨਲ ਲੋਕਾਂ ਦੀ ਮਦਦ ਤੋਂ ਇਲਾਵਾ ਮੁਮਕਿਨ ਨਹੀਂ। ਤੇ ਜੇ ਜਿਨ੍ਹਾਂ ਦੀ ਮਦਦ ਆਉਣੀ ਹੈ ਉਹਨਾਂ ਨੂੰ ਆਪਣੇ ਆਪ ਜਾ ਕੇ ਉਹਨਾਂ ਨੂੰ ਆਪਣਾ ਪੇਸ਼ ਕਰ ਦਿੰਦੇ ਨੇ ਜਰਨੈਲ। ਉਹ ਆਂਦੇ ਨੇ ਠੀਕ ਹੈ ਸਾਡਾ ਮਕਸਦ ਹੱਲ ਹੋਇਆ, ਸਾਨੂੰ ਕਿਹੜੀ ਲੋੜ ਇੱਥੇ ਇਹੋ ਜਿਹੇ ਕੰਮ ਲਿਆਉਣ ਦੀ। ਸਾਡੇ ਕੰਮ ਠੀਕ ਕਰਦੇ ਨੇ, ਸ਼ਾਇਦ ਜਮਹੂਰੀ ਬੰਦਾ ਇਹ ਨਾ ਕਰ ਸਕੇ। ਇਸ ਵਾਸਤੇ ਇਹ ਸਾਡੀ ਕਿਸਮਤ ਇੰਝ ਦੀ ਹੈ। ਅਸੀਂ ਇੱਕ ਕੈਦ ਜਿਹੜੀ ਸੀ ਅੰਗਰੇਜ਼ਾਂ ਦੇ ਛੁੱਟੇ ਤੇ ਫੌਜੀਆਂ ਦੀ ਜੋ ਆ ਗਈ ਇਹ ਸਾਡੀ ਕਿਸਮਤ ਇੰਝ ਹੀ ਰਹਿਣੀ। ਗੱਲ ਇਹ ਵੇ ਕਿ ਸਾਡੇ ਅੰਦਰ ਜਿਹੜੀ ਗੁਲਾਮਾਨਾ ਸੋਚ ਹੈ ਨਾ ਉਹ ਖਤਮ ਹੋ ਹੀ ਨਹੀਂ ਸਕਦੀ। ਮੇਰਾ ਜਿੰਨਾ ਕੋ ਮਤਲਬ ਕੰਮ ਲੰਜਾਮਾ ਬੰਦਾ ਵਾ, ਜਿੰਨੀ ਦੇਰ ਉਹ ਸੋਚ ਖਤਮ ਨਹੀਂ ਨਾ ਹੋਏਗੀ ਅਸੀਂ ਤਰੱਕੀ ਕਦੀ ਨਹੀਂ ਕਰ ਸਕਦੇ। ਔਰ ਸਾਨੂੰ ਪਸੰਦ ਹੈ ਗੁਲਾਮੀ। ਇਮਰਾਨ ਖਾਨ ਨੂੰ ਅਗਰ ਵੇਖਿਆ ਜਾਏ 8 ਫਰਵਰੀ ਨੂੰ ਕਿੰਨੇ ਜ਼ਿਆਦਾ ਵੋਟ ਮਿਲੇ ਨੇ ਲੇਕਿਨ ਸਿੱਧੀਆਂ ਉਹਨਾਂ ਗੋਲੀਆਂ ਮਾਰ ਕੇ ਹਰ ਚੀਜ਼ ਆਪਣੀ ਮਰਜ਼ੀ ਦੀ ਕਰ ਰਹੀ। ਜਿਹੜੀ ਹੁਣ ਇਹ ਵੇ ਲੋਕੀ ਆਪਣੀ ਇੱਜ਼ਤ ਬਚਾਉਂਦੇ ਨੇ। ਜਿਹੜੀ ਫੌਜ ਤੁਹਾਡੀ ਹਿਫਾਜ਼ਤ ਵਾਸਤੇ, ਜਿਹੜੀ ਪੁਲਿਸ ਤੁਹਾਡੀ ਹਿਫਾਜ਼ਤ ਵਾਸਤੇ ਤੁਹਾਡੇ ਘਰਾਂ ਦੇ ਬੂਹੇ ਪਾੜ ਕੇ ਤੁਹਾਡੀ ਬੀਬੀਆਂ ਦੇ ਕੱਪੜੇ ਪਾੜੇਗੇ ਤੇ ਲੋਕੀ ਤੇ ਇੱਜ਼ਤ ਨੂੰ ਅੰਦਰ ਪੈ ਜਾਣਗੇ ਨਾ। ਹੁਣ ਇਹ ਉਹਨਾਂ ਦਾ ਵੀ ਕੋਈ ਨਹੀਂ, ਉਹਨਾਂ ਦਾ ਸੁਣਨ ਵਾਲਾ ਕੋਈ ਨਹੀਂ। ਉਹਨਾਂ ਕੋਲ ਜਾਂ ਤੇ ਹਥਿਆਰ ਚੁੱਕ ਲੈਣ ਉਹ ਵੀ ਮੁਮਕਿਨ ਨਹੀਂ ਕਿਉਂਕਿ ਭੁੱਖ ਦੇ ਨਾਲ ਇੰਨਾ ਕੁ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਕਿ ਉਹ ਆਪਣੀ ਰੋਟੀ ਤੋਂ ਤੰਗ ਨੇ ਲੋਕ। ਜਾਂ ਤੇ ਹਥਿਆਰ ਚੁੱਕ ਲੈਣ ਤੇ ਇਹਨਾਂ ਨੂੰ ਸਿੱਧੀਆਂ ਸਿੱਧੀਆਂ ਗੋਲੀਆਂ ਉਸੇ ਤਰ੍ਹਾਂ ਹੀ ਮਾਰਨ ਤੇ ਜਾਂ ਚੁੱਪ ਕਰਕੇ ਸਹਿਣ ਦੇ ਸ਼ੁਰੂ ਉਹਨਾਂ ਡਿਸਾਈਡ ਕਰ ਲੈ ਕਿ ਹਾਂ ਸਹਿਣਾ। ਔਰ ਇਹੋ ਕਿਸਮਤ ਰਹਿਣੀ ਜਿੰਨਾ ਕੋ ਬੜਾ ਕੋਈ ਗ੍ਰੈਂਡ ਜੀ ਚੀਜ਼ ਨਾ ਹੋਵੇ। ਇੱਕ ਬੜੀ ਦੁਨੀਆ ਦੇ ਵਿੱਚ ਨਾ ਜਿਹੜਾ ਵੀ ਇਨਕਲਾਬ ਆਇਆ ਨਾ ਉਹਦੇ ਵਾਸਤੇ ਇਨਸਾਨੀ ਜਾਨ ਦਾ ਜਿਹੜਾ ਵੇ ਨਾ ਕੁਰਬਾਨੀ ਜਿੰਨੀ ਨਹੀਂ ਦਿੱਤੀ ਤੇ ਉਹ ਇਨਕਲਾਬ ਨਹੀਂ ਆਇਆ। ਮੈਂ ਪਹਿਲਾਂ ਸਾਨੂੰ ਛੋਟਾ ਜਿਹਾ ਇਨਕਲਾਬ 9 ਮਈ ਵਾਲੇ ਦਾ ਵਾਕਿਆ ਤੋਂ ਬਾਅਦ ਅਗਰ ਤੁਸੀਂ ਵੇਖੋ ਨਾ ਉਹ ਐਸਾ ਡਰਾਇਆ ਕਿ ਹੁਣ ਕਿਸੇ ਦੀ ਜੁਰਤ ਨਹੀਂ ਹੈ ਕਿ ਬਾਹਰ ਆ ਜਾਏ। ਇਹੋ ਹੀ ਦੱਸਣਾ ਨਾ ਪਿਆ। ਵੇਖੋ ਜਿਹੜੀ 9 ਮਈ ਸੀ ਨਾ ਇਹ ਬਿਲਕੁਲ ਨਾਰਮਲ ਲੋਕਾਂ ਆਪ ਹੀ ਡਿਸਾਈਡ ਕੀਤਾ, ਆਪ ਹੀ ਕੋਈ ਪਲੈਨਿੰਗ ਨਹੀਂ ਸੀ। ਅਗਰ ਇਹਦੇ ਪਿੱਛੇ ਹੁੰਦੀ ਕੋਈ ਏਜੰਸੀ ਇੰਡੀਅਨ ਹੁੰਦੀ ਜਾਂ ਕੋਈ ਅਮਰੀਕਨ ਹੁੰਦੀ ਤੇ ਇਹਨਾਂ 2 ਮਿੰਟ ਨਹੀਂ ਸੀ ਟਿਕਣਾ ਫੌਜੀਆਂ। ਇਹ ਇਨਕਲਾਬ ਦਾ ਵੀ ਜਿਹੜੀ ਸਾਨੂੰ ਚੂਰਨ ਵੇਚਿਆ ਜਾਂਦਾ ਨਾ ਇਹ ਹਮੇਸ਼ਾ ਤੋਂ ਇਹ ਵੇ ਕਿ ਬੰਦੇ ਜਿਹੜੀਆਂ ਦੂਸਰੀਆਂ ਪਾਵਰਾਂ ਨੇ ਬੰਦੇ ਅੱਗੇ ਲਾ ਕੇ ਇਨਕਲਾਬ ਦਾ ਨਾਂ ਦੇ ਕੇ ਤੇ ਉਹ ਰਜੀਮ ਚੇਂਜ ਕਰਦੀਆਂ ਨੇ, ਇਸ ਤਰ੍ਹਾਂ ਕਰਦੀਆਂ। ਇਹ ਵੀ ਇੱਕ ਚੂਰਨ ਹੀ ਇਨਕਲਾਬ ਦਾ ਜਿਹੜਾ ਲਫ਼ਜ਼ ਹੈ ਨਾ। ਅਸਲ ਗੱਲ ਇਹ ਕਿ ਜਦੋਂ ਖੁਦਾ ਨੇ ਸੁਣੀ ਨਾ ਕਿਸੇ ਦੀ ਉਦੋਂ ਹੀ ਹੋਣੀ। ਇਸ ਤਰ੍ਹਾਂ ਦੇ ਜਿੰਨੇ ਮਰਜ਼ੀ ਟਾਈਮ ਤੁਸੀਂ ਲੱਗੇ ਜਾਓ ਜਿਹਨਾਂ ਕੋਲ ਬੰਦੂਕਾਂ ਨੂੰ 2 ਬੰਦੇ ਨੂੰ ਮਾਰਨ ਤੇ ਕੋਈ ਸਾਡੀ ਕੌਮ ਜਿਹੜੀ ਹੈ ਨਾ ਬੁਜ਼ਦਿਲ ਕੌਮ ਆ ਤੇ ਉਹ ਕਿੰਨੇ ਕੁ ਵੀ ਨਿਕਲਣਗੇ। ਜੇ ਉਹ ਚੁਣਦੇ ਨੇ ਜਾਂ ਆਪਣੇ ਟਾਰਗੇਟ ਕਰਕੇ ਬੰਦੇ ਮਾਰ ਦਿੰਦੇ ਨੇ ਦੂਜੇ 90-95% ਡਰ ਕੇ ਅੰਦਰ ਪੈ ਜਾਂਦੇ ਨੇ। ਇਹੋ ਹੀ ਕਿਸਮਤ ਇੱਥੇ ਰਹਿਣੀ। ਇਹ ਜਿਹੜੀ ਪਾਰਟੀਸ਼ਨ ਹੋਈ ਹੈ ਇਹ ਸਭ ਨਾਲ ਵੱਡੀ ਪ੍ਰੋਬਲਮ ਹੈ। ਪਾਰਟੀਸ਼ਨ ਹੋਣੀ ਨਹੀਂ ਚਾਹੀਦੀ। ਕਮ ਸੇ ਕਮ ਜਿੱਥੇ 2 ਪਾਵਰਾਂ ਹੋਣ ਉੱਥੇ ਬੈਲੈਂਸ ਰਹਿੰਦਾ।
ਇੱਥੇ ਤਾਂ ਪਾਵਰ ਹੀ ਸਿਰੇ ਸਾਰੀ ਮਿਲਟਰੀ ਦੇ ਕੋਲ ਹੈ, ਇਹ ਤੇ ਇਸੇ ਤਰ੍ਹਾਂ ਹੀ ਰਹਿਣੀ। ਕਿਉਂ ਨਹੀਂ ਇਕਬਾਲ ਸਾਹਿਬ ਪੱਟੋ ਮਾਈਕ। ਹਾਂਜੀ ਹਾਂਜੀ ਮੈਂ ਹੁਣ ਆ ਗਿਆ ਵਾਪਸ। ਮੈਂ ਇਹ ਦੱਸੋ ਕੀ ਤੁਸੀਂ ਮੈਂ ਨਾਲ ਸੁਣਦਾ ਜਾਂਦਾ ਸਾਰੇ ਇੱਥੇ ਫੌਜ ਦੇ ਖਿਲਾਫ ਪਾਣੀ ਲੈ ਲੈ ਪਾਣੀ। ਤੁਹਾਡੀ ਫੌਜ ਠੀਕ ਨਹੀਂ। ਅੱਛਾ ਤੁਸੀਂ ਕਹਿੰਦੇ ਰਹੋ, ਤੁਹਾਡੇ ਕਹਿਣ ਨਾਲ ਕਿਹੜਾ ਉਹਨੂੰ ਤੇ ਖਰਾਬ ਹੋ ਜਾਣਾ। ਮੈਂ ਫੌਜ ਨਹੀਂ ਮਰਵਾਇਆ ਸੀ ਬੇਨਜ਼ੀਰ ਨੂੰ। ਕੋਈ ਮਸਲਾ ਨਹੀਂ, ਫੌਜ ਫਿਰ ਵੀ ਠੀਕ ਹੈ। ਨਹੀਂ ਸੀ ਮਰਵਾਇਆ ਫੌਜ ਨੇ ਬਿਲਕੁਲ ਵੀ। ਇਹ ਤਾਲਿਬਾਨ ਨੇ ਮਾਰਿਆ ਸੀ, ਏਜੰਸੀਆਂ ਨੇ ਮਾਰੇ ਸੀ, ਅਮਰੀਕਾ ਦੀ ਏਜੰਸੀਆਂ ਸੀ, ਫੌਜ ਦਾ ਕੋਈ ਹੱਥ ਨਹੀਂ ਸੀ ਵਿੱਚ। ਅੱਛਾ ਠੀਕ ਹੋ ਗਿਆ। ਇਹ ਉਹੀ ਗੱਲ ਹੈ ਕਿ ਜਿਹੜਾ 9 ਮਈ ਵੇਲੇ ਵਾਕਿਆ ਹੋਇਆ ਤੇ ਕਿੰਜ ਬੰਦੇ ਅੰਦਰ ਉਹਨਾਂ ਦੇ ਘਰਾਂ ਤੱਕ ਕਿੰਜ ਵੜ ਗਏ ਤੇ ਉਹ ਕਿਸੇ ਦਾ ਹੱਥ ਕੋਈ ਨਹੀਂ, ਕੋਈ ਕਿਸੇ ਦਾ ਹੱਥ ਕੋਈ ਨਹੀਂ। ਬਈ ਮੁਲਕ ਦੇ ਅੰਦਰ ਆ ਕੇ ਕੋਈ ਗੇਮ ਪਾ ਦੇ, ਪਤਾ ਹੀ ਨਾ ਲੱਗੇ ਕਿਸੇ ਨੂੰ। ਨਹੀਂ ਤੇ ਜਿਹੜਾ ਉਹ ਜਨਾਬ ਉਸ ਦੀ ਗੱਲ ਕਰਦੇ ਨੇ, ਉਹਦੀ ਜਦੋਂ ਵੀਡੀਓ ਆਉਂਦੀ ਹੈ ਨਾ, ਉਹ ਤਾਂ ਹਰ ਸ਼ਾਇਦ ਅੱਗੇ ਟੁੱਟੀ ਭੱਜੀ ਸੀ। ਬਿਲਕੁਲ ਟੁੱਟੀ ਭੱਜੀ ਸੀ, ਬਿਲਕੁਲ ਉਹ ਆਪਣੇ ਆਪ ਪਹਿਲੇ ਕੰਮ ਹੋ ਗਿਆ ਸੀ। ਇਹ ਜਨਾਬ ਜੀ ਨਹੀਂ ਤੁਸੀਂ ਵੇਖ ਲਓ, ਉਹ ਉਹਨਾਂ ਦੇ ਬੇਸ ਤੇ ਕੀਤਾ ਬਿਲਕੁਲ। ਉਹਦੀ ਵੀਡੀਓ ਕਿੱਥੇ ਗਈ ਹੈ, ਫੌਜੀ ਕਿੱਥੇ ਨੱਸ ਗਏ ਸਨ। ਸਰ ਇੱਕ ਵੀਡੀਓ ਹੋਰ ਵੀ ਆਈ ਸੀ ਕਿ ਬੰਦਾ ਪੂਰਾ 6 ਮਹੀਨੇ ਸਿਰ ਦੇ ਉੱਤੇ ਬਾਲਟੀ ਲੈ ਕੇ ਫਿਰਿਆ ਤੁਰਿਆ, ਪਲਸਤਰ ਲਾ ਕੇ ਵੀਲ ਚੇਅਰ ਤੇ ਆਇਆ ਸੀ ਕੋਰਟ ਦੇ ਵਿੱਚ, ਤੇ ਰੇਂਜਰਾਂ ਨੇ ਖਾਲੀ ਮੋਢੇ ਤੇ ਹੱਥ ਰੱਖਿਆ ਸੀ। ਜਵਾਨ ਭੱਜਦਾ ਜਾਂਦਾ ਸੀ ਕਿ ਇੰਨੀ ਸ਼ਿਫਾਰ ਆਪਦੇ ਰੱਖੀ ਰੇਂਜਰ ਦੇ ਹੱਥ ਦੇ ਵਿੱਚ। ਇਸੇ ਤਰ੍ਹਾਂ ਹੀ ਗੱਲ ਹੈ, ਬਿਲਕੁਲ ਇਸੇ ਤਰ੍ਹਾਂ ਹੀ ਗੱਲ ਹੈ ਕਿ ਜਿਸ ਬੰਦੇ ਨੂੰ ਇੱਕ ਵਾਰੀ ਗੋਲੀ ਵੱਜੀ ਹੋਵੇ ਤੇ ਤੁਹਾਡਾ ਦਿਲ ਹੈ ਕਿ ਦੁਬਾਰਾ ਸਿਰ ਤੇ ਬਾਲਟੀ ਰੱਖ ਕੇ ਨਾ ਆਵੇ। ਇਹ ਗੱਲ ਠੀਕ ਹੈ ਤੁਹਾਡੀ। 6 ਮਹੀਨੇ ਛੱਤ ਦਾ ਪਲਸਤਰ ਖੋਲਿਆ, ਲੱਤ ਦਾ ਪਲਸਤਰ ਨਹੀਂ ਸੀ। ਇਹ ਗੱਲ ਤੁਹਾਡੀ 100% ਸਹੀ ਹੈ ਕਿ ਇੱਕ ਬੰਦੇ ਨੂੰ ਗੋਲੀ ਵੱਜੀ ਹੋਵੇ ਤਾਂ ਉਹਨੂੰ ਬਿਲਕੁਲ ਅਹਿਤਿਆਤੀ ਤਦਬੀਰ ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਉਂਕਿ ਗੱਲ ਤੇ ਸੁਣ ਲਓ ਨਾ, ਪੂਰੀ ਗੱਲ ਸੁਣ ਲਓ। ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਹਾਡੀ ਰੇਂਜਰ ਕੋ ਉਹਦਾ ਹੱਲ ਹੈ, ਤੁਹਾਡੇ ਰੇਂਜਰ ਕੋ ਬਲੋਚੀਆਂ ਦਾ ਵੀ ਹੱਲ ਹੈ, ਤੁਹਾਡੇ ਰੇਂਜਰ ਕੋ ਸਿੰਧੀਆਂ ਦਾ ਵੀ ਹੱਲ ਹੈ, ਤੁਹਾਡੇ ਕੋ ਰੇਂਜਰ ਹਰ ਬੰਦੇ ਦਾ ਹੱਲ ਹੈ। ਹੌਲੀ ਹੌਲੀ ਪਤਾ ਲੱਗੇਗਾ। ਇਹ ਉਹਨਾਂ ਤੇਰੀ ਇਹਨਾਂ ਉਹਨਾਂ ਦੀ ਗੱਲਾਂ ਕਰੀ ਦੀਆਂ ਨੇ। ਗੱਲ ਜਵਾਬ ਗੋਲ ਕਰ ਗਏ ਉਹ ਕਿ ਖਾਲੀ ਮੋਢੇ ਤੇ ਹੱਥ ਰੱਖਿਆ ਸੀ ਤੇ ਲੱਤ ਦਾ ਪਲਸਤਰ ਕਿਵੇਂ ਠੀਕ ਹੋ ਕਿਵੇਂ ਫਾਈਨਲ। ਨਹੀਂ ਉਹ ਤਾਂ ਕੋਈ ਗੱਲ ਨਹੀਂ ਸੀ ਐਸੀ, ਕੋਈ ਨਾ ਪਲਸਤਰ ਤੁਸੀਂ ਨਹੀਂ ਬਿਲਕੁਲ ਅੰਦਰ ਚੱਲ ਕੇ ਜਦੋਂ ਇੱਕ ਬੰਦਾ ਚੱਲ ਕੇ ਆਉਂਦਾ ਪਿਆ ਤਾਂ ਫਿਰ ਕਿਸ ਤਰ੍ਹਾਂ ਗੱਲ ਹੋਵੇ। ਇਹ ਉਹਨਾਂ ਚਿਰ ਇੰਨੀਆਂ ਗੱਲਾਂ ਮੂੰਹ ਚੋਂ ਜਾਂ ਠੱਠਾ ਨਿਕਲਦਾ ਜਿੰਨੇ ਚਿਰ ਆਪਣੇ ਆਪ ਤੇ ਨਹੀਂ ਪੈਂਦੀ। ਅਸੀਂ ਵੀ ਬਲੋਚੀਆਂ ਦੇ ਬਾਰੇ ਜਿਹੜਾ ਸਾਰਾ ਸਾਲ ਜਦੋਂ ਪ੍ਰੋਪੇਗੈਂਡਾ ਅਸੀਂ ਕਰਦੇ ਸਨ ਫੌਜ ਦੇ ਕਹਿਣ ਤੇ, ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਫੌਜ ਨਾਲ ਮੈਂ ਕਿੰਨਾ ਕਰੀਬ ਸਾਂ ਤੁਹਾਨੂੰ ਨਹੀਂ ਪਤਾ। ਤੇ ਉਹ ਜਦੋਂ ਅਸੀਂ ਪ੍ਰੋਪੇਗੈਂਡਾ ਫੈਲਾਉਂਦੇ ਸਨ ਤੇ ਉਦੋਂ ਅਸੀਂ ਉਹਨਾਂ ਨੂੰ ਬਿਲਕੁਲ ਇਹੋ ਹੀ ਸਮਝਦੇ ਹਾਂ ਜੋ ਤੁਸੀਂ ਅੱਜ ਇਹਨਾਂ ਨੂੰ ਸਮਝਦੇ ਹੋ। ਲੇਕਿਨ ਜਿਵੇਂ ਜਿਵੇਂ ਤੁਹਾਨੂੰ ਰਿਐਲਿਟੀ ਤੁਹਾਡੇ ਸਾਹਮਣੇ ਖੁੱਲ ਕੇ ਆਉਂਦੀ ਨਾ, ਤੁਹਾਨੂੰ ਬੜੀ ਸਿੱਧੀ ਤਰ੍ਹਾਂ ਸਮਝ ਆਉਂਦੀ। ਜਿਹੜਾ ਪੀੜ ਆਪਣੀ ਜਿਸਮ ਨੂੰ ਹੁੰਦੀ ਹੈ ਨਾ, ਉਸ ਵੇਲੇ ਪਤਾ ਲੱਗਦਾ ਹੈ ਕਿ ਇਹ ਰਿਐਲਿਟੀ ਹੈਗੀ ਔਰ ਕਿਸ ਤਰ੍ਹਾਂ ਅਸੀਂ ਸਾਰੇ ਯੂਜ਼ ਹੋਏ। ਠੀਕ ਹੈ, ਸ਼ਾਇਦ ਤੁਸੀਂ ਉਸ ਤਰ੍ਹਾਂ ਨਾ ਕੀਤੇ ਹੋ, ਮੈਂ ਤਾਂ ਹੁਣ ਤੁਹਾਨੂੰ ਸਹੀ ਸਾਰੀ ਗੱਲ ਦੱਸ ਨਹੀਂ ਸਕਦਾ। ਇਸ ਤਰ੍ਹਾਂ ਅਸੀਂ ਇੱਕ ਮਸ਼ੀਨ ਦੇ ਜਾਂ ਇੱਕ ਸਰਕਟ ਦੇ ਵਿੱਚ ਫੌਜ ਦੇ ਨਾਲ ਨਾ, ਤੇ ਉੱਥੋਂ ਨਿਕਲ ਕੇ ਮੈਨੂੰ ਪਤਾ ਲੱਗਦਾ ਹੈ। ਮੈਂ ਇੰਨੀ ਗੱਲ ਕਰਦਾ, ਅਗਰ ਫੌਜ ਅੱਜ ਹਰਾਮ ਹੈ ਤੇ ਇਹ ਕੱਲ ਵੀ ਹਰਾਮ ਸੀ। ਜਦੋਂ ਪਹਿਲੇ ਇਲੈਕਸ਼ਨ ਹੋਏ ਸੀ ਨਾ, ਜਿੱਥੇ ਗਲੇ 'ਚ ਪਟਕੇ ਪਾਉਂਦਾ ਸੀ ਨਾ ਬਨੀ ਗਾਲਾ ਦੇ ਵਿੱਚ, ਅੱਜ ਇਹ ਵਿਕਟ ਸ਼ੌਕਤ ਬਸਰਾ ਵੀ ਆ ਗਿਆ, ਵਿਕਟ ਗਿਰ ਗਈ, ਅੱਜ ਇਹ ਵਿਕਟ ਗਿਰ ਗਈ। ਉਹ ਜੋ ਪਿੱਛੋਂ ਉਦੋਂ ਹੀ ਫੌਜ ਗਲਤ ਹੀ ਸੀ। ਉਹ ਇੱਕ ਚੀਜ਼ ਸੀ ਉਦੋਂ ਕਦੀ ਕਿਸੇ ਦੇ ਘਰਾਂ 'ਚ ਜਾ ਕੇ ਰੇਡ ਨਹੀਂ ਸੀ ਮਾਰਦੀ, ਕਦੀ ਕਿਸੇ ਦੇ ਬਾਲਾਂ ਨੂੰ ਚੁੱਕ ਕੇ ਤੇ ਉਹਨੂੰ ਥ੍ਰੈਟ ਨਹੀਂ ਸੀ ਕਰਦੀ, ਕਦੀ ਕਿਸੇ ਦੇ ਨਾਲ ਕਿਸੇ ਬੀਬੀਆਂ ਦੇ ਕੱਪੜੇ ਨਹੀਂ ਸੀ ਪਾੜਦੀ, ਕਦੀ ਕਿਸੇ ਦੇ ਘਰ ਜਾ ਕੇ ਨਾ ਮਤਲਬ ਸ਼ੀਸ਼ੇ ਪੰਦੇ ਦਿਮਾਗ ਉਹਨਾਂ ਨੇ ਖਰਾਬ ਨਹੀਂ ਕਰਦੀ। ਗੱਲ ਸੁਣ ਲਓ ਉਹ ਤਾਂ ਹੋਇਆ ਨਾ, ਸੁਣ ਲਓ ਨਾ, ਤੁਹਾਡੀ ਗੱਲ ਆ ਗਈ। ਮੈਂ ਕਹਿਣਾ ਉਹ ਤਾਂ ਹੋਇਆ ਵੇ ਕਿ ਜਦੋਂ ਇੱਕ ਇਹਸਾਨ ਫਰਾਮੋਸ਼ ਬੰਦਾ ਇਹਸਾਨ ਫਰਾਮੋਸ਼ੀ ਕਰਦਾ ਤਾਂ ਉਹਨਾਂ ਨਾਲ ਇੰਝ ਹੀ ਹੋਣਾ ਚਾਹੀਦਾ। ਠੀਕ ਹੈ, ਇਹਸਾਨ ਫਰਾਮੋਸ਼ੀ ਉਦੋਂ ਹੁੰਦੀ ਹੈ ਕਿ ਜਦੋਂ ਕਿਸੇ ਦਾ, ਜਦੋਂ ਅਸੀਂ ਜਮਹੂਰੀ ਮੁਲਕ 'ਚ ਰਹਿੰਦੇ ਹਾਂ, ਇਹ ਸ਼ੁਰੂ ਤੋਂ ਲੈ ਕੇ ਜਦੋਂ ਨਵਾਜ਼ ਸ਼ਰੀਫ ਨੂੰ ਲਿਆਇਆ ਗਿਆ ਉਹ ਵੀ ਗਲਤ, ਫਿਰ ਜਦੋਂ ਬੇਨਜ਼ੀਰ ਨੂੰ ਮੰਗਵਾਇਆ ਗਿਆ ਉਹ ਵੀ ਗਲਤ। ਇਹ ਸਾਰੀ ਜਦੋਂ ਅਸੀਂ ਇਹਦੇ ਤੋਂ ਮੂੰਹ ਕਿਉਂ ਮੇੜ ਛੱਡਦੇ ਹਾਂ ਕਿ ਇਹ ਅਗਰ ਸਾਡੀ ਜਾਨ ਛੱਡ ਦਿੰਦੇ, ਜਦੋਂ ਦਾ ਵੀ ਇਹਨਾਂ ਸਿਆਸਤ ਕਰਨਾ, ਜਦੋਂ ਅਯੂਬ ਖਾਂ ਜਾਂ ਸਿਕੰਦਰ ਮਿਰਜ਼ਾ ਤੋਂ ਸ਼ੁਰੂ ਹੋਏ ਨੇ, ਇਹਨਾਂ ਸਾਨੂੰ ਹੋਸ਼ ਨਹੀਂ ਆਉਣ ਦਿੱਤੀ। ਸਿਰਫ ਔਰ ਸਿਰਫ ਹਮੇਸ਼ਾ ਇਹ ਹੀ ਪ੍ਰੋਪੋਗੇਟ ਕੀਤਾ ਗਿਆ ਕਿ ਸਿਆਸਤਦਾਨ ਭੈੜੇ, ਸਿਆਸਤ ਅਸਲ ਜੜ ਤੇ ਸਾਰੀਆਂ ਇਹ ਨੇ। ਇਹਨਾਂ ਅੱਜ ਤੱਕ ਕਿਸੇ ਵਜ਼ੀਰ ਆਜ਼ਮ ਨੂੰ ਪੂਰੀ ਕਰਨ ਦਿੱਤੀ, ਆਪਣੇ ਟੈਨਿਓਰ ਪੂਰਾ ਕਰਨ ਦਿੱਤਾ? ਕਿਉਂ ਨਹੀਂ ਕਰਨ ਦਿੱਤਾ? ਹਾਂ, ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਮਤਲਬ 5 ਸਾਲ ਬਾਅਦ ਵੋਟ ਹੋਣਗੇ, ਲੋਕੀ ਚੁੱਕ ਕੇ ਉਹਨੂੰ ਬਾਹਰ ਮਾਰਨਗੇ, ਤੁਸੀਂ ਅਗਲੇ ਬੰਦੇ ਨੂੰ ਕਰੋ। ਤੁਸੀਂ ਕਿਉਂ ਹਰ ਉਸ ਘੋੜੇ ਤੇ ਇਨਵੈਸਟ ਕਰਦੇ ਜਿਹੜਾ ਪਪੂਲਰ ਹੈ? ਤੁਸੀਂ ਕਿਉਂ ਕਰਦੇ ਹੋ? ਸਾਡਾ ਨਾਂ ਚੱਲਦਾ ਰਹੇ, ਬਾਕੀ ਠੀਕ ਹੈ। ਕਿਉਂ ਨਹੀਂ ਉਹਨੇ ਅਲੀ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣ ਲਓ, ਖੱਚਰੀ ਕਰ ਲਓ। ਹੁਣ ਮੈਨੂੰ ਇਹ ਸਿਰਫ ਦੱਸੋ ਕਿ ਉਹ ਫੌਜੀ ਜਿਹੜੇ ਜਰਨੈਲ ਉਹ ਕਿਉਂ ਅਲੀ ਅਕਬਰ ਤੇ ਨਹੀਂ ਇਨਵੈਸਟ ਕਰਦਾ, ਕਿਉਂ ਅਹਿਮਦ ਜੱਟ ਤੇ ਨਹੀਂ ਕਰਦਾ, ਕਿਉਂ ਮਿਸਟਰ ਐਕਸਨ ਨਹੀਂ ਕਰਦਾ? ਉਹਨਾਂ ਨੂੰ ਪਤਾ ਉਹ ਉਸ ਘੋੜੇ ਤੇ ਇਨਵੈਸਟ ਜਾਂ ਖੱਚਰ ਤੇ ਇਨਵੈਸਟ ਕਰਦੇ ਨੇ ਕਿ ਜਿਹੜੇ ਪਪੂਲਰ ਹੁੰਦੇ ਨੇ, ਜਿਹਨਾਂ ਦਾ ਕੋਈ ਵੋਟ ਬੈਂਕ ਹੁੰਦਾ, ਜਿਹਨਾਂ ਨਾਲ ਚੱਲਦੇ ਨੇ। ਫਿਰ ਜਦੋਂ ਅਸੀਂ ਇੱਕ ਰਿਜ਼ਲਟ ਵੇਨੇ ਰਾਤ ਨੂੰ 131 ਸਮਥਿੰਗ ਸੀਟਾਂ ਜਿਹੜੀਆਂ ਨੂੰ ਕਿਉਂ ਘਟਾ ਕੇ ਲੂਲੀ ਲੰਗੜੀ ਘੁੰਮਦੇ, ਇਹ ਹੈ ਕੌਣ ਨੇ? ਮਾਮੇ ਲੱਗਦੇ ਨੇ ਮੁਲਕ ਦੇ? ਪਿਛਲੇ ਵਾਰੀ ਆਵਾਮ ਦਾ ਮੁਲਕ
ਜਿਵੇਂ ਪਿਛਲੀ ਵਾਰੀ ਕੀਤਾ ਸੀ, ਇੱਕ ਸੀਟ ਬੰਦੇ ਨੇ ਜਿੱਤੀ ਸੀ ਤੇ ਨਾਲ ਜਨਾਬ ਅਗਲੇ ਸਾਲ ਸਾਰੀਆਂ ਸੀਟਾਂ ਦੇ ਦਿੱਤੇ, ਉਹ ਸ਼ਟ ਡਾਊਨ ਹੀ ਕਰ ਛੱਡੇ ਸਨ ਹਰ ਸ਼ਹਿਰ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੀ। ਇੱਕ ਸੀਟ ਜਿੱਤੀ ਸੀ ਇਹ ਇਮਰਾਨ ਅਹਿਮਦ ਖਾਨ ਨਿਆਜ਼ੀ ਵਾਲਦ ਕਰਾਮ ਸੀਟ ਜਿੱਤੀ ਸੀ ਜਦੋਂ ਪਹਿਲੇ ਦਫਾ ਇਹ ਪਾਰਲੀਮੈਂਟ ਹਾਊਸ ਤੋਂ ਪਹਿਲੀ ਦਫਾ ਆਇਆ ਸੀ, ਇੱਕ ਸੀਟ ਸੀ ਨਾ ਤਹਿਰੀਕ ਇਨਸਾਫ ਕੋਲ। ਤੇ ਜਦੋਂ 2013 ਅਨਵਰਡ ਸ਼ੁਰੂ ਕਰਾਂਗੇ ਜਦੋਂ ਅਗਲਾ ਇਲੈਕਸ਼ਨ ਹੋਇਆ ਤੇ ਜਦੋਂ ਪਟਕੇ ਪਾਏ ਗਲੇ ਦੇ ਵਿੱਚ ਨਾ ਅਸਲ ਵਿੱਚ ਤੁਹਾਡਾ ਨਾ ਸਿਆਸਤ ਦੇ ਨਜ਼ਰ ਸ਼ਾਇਦ ਉਨੀ ਨਹੀਂ ਜਿਸ ਤਰ੍ਹਾਂ ਲੋਕਾਂ ਦੀ ਹੈ। ਇਹ ਬਾਈ ਇੱਕ ਸੀਟ ਦੀ ਜਿਹੜੀ ਪਾਰਟੀ ਸੀ, ਇਹ ਪਹਿਲੇ ਇਲੈਕਸ਼ਨ ਨਹੀਂ ਸੀ, ਉਸ ਤੋਂ ਬਾਅਦ 14 ਅਗਸਤ ਹਾਈਪ ਬਣਾਈ ਗਈ ਤੋਂ ਸ਼ੁਰੂ ਹੋ ਮੇਰੇ ਨਾਲ ਸਰ, ਉੱਥੋਂ ਡਿਬੇਟ ਸ਼ੁਰੂ ਕਰ ਲਓ। ਤੁਸੀਂ ਨਜ਼ਰ ਨਹੀਂ ਕਹਿ ਸੀ ਨਾ ਉਹ ਇਮਰਾਨ ਖਾਨ ਨਹੀਂ ਸੀ ਨਾ, ਨਹੀਂ ਇਮਰਾਨ ਖਾਨ ਛੱਡ ਦੋ, ਤੁਸੀਂ ਸਾਰੇ ਗਿਣ ਰਹੇ ਹੋ ਨਾ, ਤੁਸੀਂ ਵੀ ਸਿਕੰਦਰ ਮਿਰਜ਼ਾ ਗਿਣ ਛੱਡਿਆ, ਉਹ ਇਮਰਾਨ ਖਾਨ ਆਇਆ ਸੀ ਨਹੀਂ। ਤੇ ਉਸ ਤੋਂ ਪਹਿਲਾਂ ਨਾ ਕੀ ਕੀਤਾ, ਕਹਿੰਦੇ ਉਹਨੂੰ ਮਾਰਨ ਵਾਲਾ ਕੌਣ ਕੀਤੀ ਲਿਆਕਤ ਅਲੀ ਨੇ ਮਾਰਿਆ ਸੀ। ਲਿਆਕਤ ਅਲੀ ਨੇ ਮਰਵਾਇਆ ਹੈ ਸੀ ਫੌਜ ਦੇ ਹੁੰਦੇ ਕੀਤਾ ਜਾਏ ਕਿਸ ਤਰ੍ਹਾਂ ਤੁਸੀਂ ਗੱਲਾਂ ਕੋਈ ਤੁਹਾਡਾ ਦਿਲ ਅੱਖਾਂ ਬੰਦ ਕਰਨਾ ਜ਼ਰੂਰ ਕਰੋ। ਕਿਤਾਬ ਪੜ੍ਹ ਲਓ, ਗੂਗਲ ਤੇ ਲਿਖੋ, ਤੁਸੀਂ ਪੜ੍ਹੇ ਲਿਖੇ ਇਨਸਾਨ ਹੋ। ਚਲੋ ਮੈਂ ਤੇ ਜਾਹਿਲ ਹਾਂ। ਮਾਈ ਬ੍ਰਦਰ ਕਿਤਾਬ ਦਾ ਨਾਮ ਹੈ, ਫਾਤਿਮਾ ਜਿੰਦਾਂ ਨੇ ਲਿਖੀ ਹੈ, ਉਹਦੀ ਭੈਣ ਨੇ। ਪੜ੍ਹ ਲਓ ਕਿੰਨੇ ਮਰਵਾਇਆ ਸੀ ਉਹਨੂੰ, ਕਾਇਦ ਆਜ਼ਮ ਨੂੰ। ਆਪ ਹੀ ਪੜ੍ਹ ਲਓ। ਮੈਨੂੰ ਇੱਕ ਚੀਜ਼ ਦੱਸੋ, ਅੱਜ ਤੱਕ ਕਾਇਦ ਆਜ਼ਮ ਤੇ PhD ਕਿਉਂ ਨਹੀਂ ਕੀਤੀ ਜਾਂਦੀ? ਮੈਂ ਸਰ ਅਰਜ਼ ਕਰ ਰਿਹਾ ਵਾਂ, ਉਹ ਮਾਈ ਬ੍ਰਦਰ ਕਿਤਾਬ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ 'ਚ ਬੈਨ ਹੋ ਗਈ ਏ, ਇਹਨਾਂ ਨੇ ਕਰ ਛੱਡੀ ਸੀ, ਉਹ ਕਿਤਾਬ ਪੜ੍ਹ ਲਓ ਸਿਆਸਤਦਾਨ। ਉਹ ਕਿਤਾਬ ਦੇ ਵਿੱਚ ਉਹਦੀ ਸਿਸਟਰ ਲਿਖ ਰਹੀ ਹੈ ਕਿ ਮੇਰੇ ਭਾਈ को मारने के अंदर हाथ लियाकत अली का था। ਮੈਨੂੰ ਇਸ ਤਰ੍ਹਾਂ ਹੀ ਲੈ ਲੈਣਾ ਜਿਸ ਤਰ੍ਹਾਂ ਤੁਸੀਂ ਇਹਨੂੰ ਆਂਦੇ ਹੋ। ਤੇ ਜਿਹੜੀ ਇਹ ਮੇਰਾ ਮਤਲਬ ਤੁਹਾਡੀ ਗਾਰਡੀਅਨ ਫੌਜ ਜਿਹੜੀ ਤੁਸੀਂ ਆਪਣਾ ਮਸੀਹਾ ਸਮਝਦੇ ਹੋ, ਇਹ ਸੁੱਤੇ ਸਨ ਜਿਹੜੇ ਉਹਦੇ ਨੰਬਰ 1 ਏਜੰਸੀ ਸਾਡੀ ਸੁੱਤੇ ਸਨ। ਇਹਨਾਂ ਨੂੰ ਨਹੀਂ ਪਤਾ ਕਿ ਉਹ ਮਰਵਾਣਾ ਚਾਹ ਰਹੇ ਸੀ ਕਿ ਖੁਦ ਮੁਲਵਸ ਸਨ ਤੇ ਉਹਨੂੰ ਅੱਗੇ ਲਾਇਆ ਸਨ। ਇਹਨਾਂ ਦੀ ਮਰਜ਼ੀ ਤੋਂ ਬਗੈਰ ਪਾਕਿਸਤਾਨ ਵਿੱਚ ਪਰ ਮਾਰ ਸਕਦਾ? ਅੱਖੋਂ ਮਾਰ ਸਕਦਾ? ਦਿਓ ਗਵਾਹੀ ਇਹਦੀ। फिर वो गल होंगी कि ये रूट काज ये नहीं पनपन देता यार। हर सच जरा ना, हर सच बोलने वास्ते नहीं हुंदा, बस करो। चलो बस कीता। काम होया है सीसीडी साहब ने साफ लफाजा जाके उन्होंने आख्या जी ठीक है, मैं ਉਹਦੇ ਤੋਂ ਨਾ ਕੋਈ ਇਖਤਲਾਫ ਰੱਖਣਾ ਵਾ, ਨਾ ਕੋਈ ਉਹਦੇ ਤੋਂ ਮੇਰਾ ਕਹਿ ਲਓ ਦੋਸਤ, ਮੈਂ ਉਹਨੂੰ ਨਾਲ ਬਿਠਾਵਾਂਗਾ, ਇਹ ਸਾਰੇ ਕੰਮ ਕਰਾਵਾਂਗਾ ਨਾ, ਉਹ ਕੋਈ ਮਸਲਾ ਨਹੀਂ। ਖਾਕਸਾਰ ਸਾਹਿਬ ਜਿਹੜੇ ਨੇ ਥੱਲੇ, ਅਗਰ ਤੁਹਾਡੇ ਕੋਲ ਆਡੀਓ ਮੌਜੂਦ ਨਹੀਂ ਹੈ, ਤੁਸੀਂ ਇਮਰਾਨ ਖਾਨ ਸਾਹਿਬ ਦਾ ਨੰਬਰ ਵੇਖ ਲਓ, ਸੁਭਾਨ ਅੱਲਾਹ ਸਾਹਿਬ ਦਾ ਨੰਬਰ ਵੇਖ ਲਓ, ਇਹ ਅਵੈਸ ਖਾਨ ਭਾਈ ਬੈਠੇ ਨੇ, ਇਹਨਾਂ ਦਾ ਵੇਖ ਲਓ, ਕਾਬ ਸਾਹਿਬ ਜਿਹਦਾ ਵੀ ਨੰਬਰ ਹੈ ਜਨਾ, ਉਹਦੇ ਕੋਲੋਂ ਤੁਸੀਂ ਇਹ ਵੀਡੀਓ ਉਹਨਾਂ ਦੀ ਸੁਣ ਸਕਦੇ ਹੋ। ਜਿਸ ਬਰਾਤ ਦੇ ਉੱਤੇ ਉਹਨਾਂ ਨੇ ਬਹਿ ਕੇ ਉਮੁਲ ਮੋਮਿਨੀਨ ਹਜ਼ਰਤ ਮਾਰੀਆ ਕਿਬਤੀਆ ਨੂੰ ਗੰਦੀ ਗਾਲ ਕੱਢੀ ਹੈ। ਪਹਿਲੀ ਗਾਲ ਜਿਹੜੀ ਹੈ ਉਹ ਅਬੂ ਬਕਰ ਮੀਰ ਗੈਰੰਦੀਆਂ ਦੀ ਬਰਾਤ ਦੇ ਉੱਤੇ ਅਬੂ ਬਕਰ ਮੀਰ ਨੇ ਆਪਣੀ ਆਡੀਓ ਅਪਲੋਡ ਕੀਤੀ ਹੈ, ਨੌਜ਼ੁਬਿल्लाह, ਅੱਲਾਹ ਮਾਫ ਕਰੇ। ਮੈਂ ਨਹੀਂ ਇਹ ਕਹਿੰਦਾ ਕਿ ਜਾ ਕੇ ਸਾਰੇ ਸੁਣੋ, ਲੇਕਿਨ ਅਗਰ ਕਿਸੇ ਨੂੰ ਨਾ ਯਕੀਨ ਆਏ ਮੇਰੀ ਗੱਲ ਤੇ ਉਹ ਜਾ ਕੇ ਟਾਈਮਲਾਈਨ ਦੇ ਵਿੱਚ ਜਾ ਕੇ ਵੇਖ ਸਕਦਾ ਕਿ ਕਿੰਨੀ ਗੰਦੀ ਗਾਲ ਇਹਨੇ ਉਸ ਟਾਈਮ ਕੱਢੀ ਸੀ। ਹੁਣ ਇਹਨੇ ਹੱਦ ਪਾਰ ਕਰਕੇ ਗਾਲ ਤੇ ਉਹ ਵੀ ਕਹਿ ਲਓ ਕਿ ਛੋਟੀ ਨਹੀਂ ਸੀ, ਲੇਕਿਨ ਹੁਣ ਜਿਹੜੀ ਇਹਨੇ ਗਾਲ ਕੱਢੀ ਹੈ ਇਹ ਗਾਲ ਰੁਕਣ ਨਹੀਂ ਲੱਗੀ ਹੈ। ਤੁਸੀਂ ਕਹਿੰਦੇ ਕਿ WhatsApp ਦੇ ਉੱਤੇ, ਮੈਂ WhatsApp ਦੇ ਵਿੱਚ ਰਾਜਾ ਤਾਉਲ ਬਨਾਰ ਸਾਹਿਬ, ਠੀਕ ਹੈ, ਫਾਤਿਹ ਇਸਲਾਮ ਸਾਹਿਬ ਯਾਨੀ ਕਿ ਅਨੀਸ ਸਾਹਿਬ ਜਿਹੜੇ ਨੇ ਉਹ ਵੀ ਮੌਜੂਦ ਨੇ, ਮੁਬਾਰਕ ਸਾਹਿਬ, ਠੀਕ ਹੈ, ਮੌਲਾਨਾ ਸਾਹਿਬ ਉਹ ਵੀ ਮੌਜੂਦ ਨੇ। ਇਹ ਤਿੰਨ ਬੰਦੇ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਤਾਹਰ, ਹਾਲਾਂਕਿ ਤਾਹਰ ਅਮਜਦ ਸਾਹਿਬ ਇਹਨਾਂ ਨੇ ਉਹ ਵੀਡੀਓ ਵੇਖੀ ਨਹੀਂ, लेकिन उस ग्रुप च मौजूद ने, शायद मसरूफियात की वजह तो वो मैसेज नहीं पढ़ सके, तो कोई मसला नहीं, आस्ता आस्ता पढ़ लैणगे। लेकिन जो भी पढ़नगे वो मेरा नहीं ख्याल कि एक्शन लैणगे, क्योंकि मैं उस तो पहली जी गाल सी इन्होंने कड्डी सी गाला, वेखो मैं ये नहीं कह रहा कि गाल एक ही कड्डी सी उन्हें तो वो उत्ते सानू दुख लग रहा है, या वो उत्ते कह रहे हैं मुसलसल कड्डते जा रहे अली अकबर साहब, मुसलसल कड्डते जा रहे हैं, हर रोज नवी तो नवी गाल कड्डणगे ते कड्डणगे किनू? ठीक है, ए आए ने साडे सुभान अल्लाह साहब ने, अगर मेरी इज्जत ना मैनू किसी ने मैनू नहीं बताया, मैं मेरे किसी ने दस्या कि तुसी मेरा नाम लिया सीगा, कहां नहीं मैं नाम लिया सी, तुसी वो ऑडियो सुनी सी ना, मैं बिल्कुल मैं ਉਹਨਾਂ ਦੀ ਆਡੀਓ ਨਹੀਂ ਸੁਣੀ, ਤੁਹਾਨੂੰ ਸੁਣੇਗਾ। मैं ਤੁਹਾਨੂੰ ਟੈਗ ਕਰ ਰਿਹਾ, ਮੈਂ ਤੁਹਾਨੂੰ ਟੈਗ ਕਰ ਰਿਹਾ। ਮੈਂ ਵੈਸੇ WhatsApp ਖੋਲੇ, ਹੁਣ ਮੈਂ ਅੱਜ ਮੈਂ WhatsApp ਤੇ ਮੈਂ WhatsApp ਜ਼ਿਆਦਾ ਖੋਲਦੇ ਨਹੀਂ ਹੈਗਾ, ਮੈਂ ਹੁਣ ਫੋਟਿਆ ਉਹ ਚ ਪਈ ਹੈ ਗੱਲ। ਹੀ ਨਹੀਂ ਗੱਲ ਇਹ ਵੇਖ ਕੇ ਮੈਂ ਤੁਸੀਂ ਨਹੀਂ ਮਨਵਨ ਪੁੱਛਿਆ ਮੈਨੂੰ ਇੱਕ ਮਿੰਟ ਗੱਲ। ਜੀ ਕੋਈ ਮਸਲਾ ਮੈਂ ਤੇ ਐਸੀ ਕੰਟਰੋਵਰਸੀ ਤੋਂ ਹਮੇਸ਼ਾ ਪੂਰੇ ਨਾ ਮੈਂ ਕਹਿੰਦਾ ਕਿ ਮੈਨੂੰ ਭਾਈ ਮਾਫ ਰੱਖੋ, ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ। ਮੈਂ ਬੇਇੱਜ਼ਤੀ ਕਰ ਰਹੇ ਮੇਰੀ ਕਿ ਮੈਂ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਲੈ ਕੇ ਆ ਰਿਹਾ ਵਾਂ। ਸੁਣ ਲਓ, ਮੈਂ ਤੁਹਾਡਾ ਨਾਮ ਲਿਆ, ਮੈਂ ਹੁਣੇ ਨਾਲ ਸੁਣ ਤੇ ਲਓ, ਸੁਣ ਲਓ
ਰਵਾਇਤਾਂ ਜਿਹਦਾ ਮੈਂ ਨਾਮ ਲਿਆ ਨਾ ਉਹ ਅਲੱਗ ਬੰਦੇ ਨੇ। ਤੁਹਾਡੀ ਮੈਂ ਗੱਲ ਕੀਤੀ ਤੁਸੀਂ ਉਹਦੇ ਕੋਲ ਬੈਠੇ ਸੀ ਮੈਂ ਉਹ ਇਹ ਗੱਲ ਕੀਤੀ ਹੈ ਬਾਬਾ ਨੂੰ ਸਭ ਅਗਰ ਜਦ ਮੇਰੀ ਗੱਲ ਸੁਣੋ ਨਾ, ਅਗਰ ਤੁਸੀਂ ਬੋਲਣਾ ਨਾ ਪਹਿਲਾਂ ਗੱਲ ਜੀ ਜੀ ਤੁਸੀਂ ਅਗਰ ਮੇਰਾ ਨਾਮ ਲਿਆ ਨਾ ਤੁਸੀਂ ਇਹਨਾਂ ਦੀ ਕੋਈ ਸੰਸਦੀ ਨਹੀਂ ਕਰਦੇ ਹੋ। ਸੁਭਾਨ ਸਾਹਿਬ ਨਹੀਂ ਕਰ ਸਿਰਫ ਇੰਨੀ ਗੱਲ ਲੋਕਾਂ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਇੱਕ ਗੱਲ ਕਲੀਅਰ ਕਰ ਦਿਓ ਕਿ ਤੁਸੀਂ ਅਜੇ ਤੱਕ ਆਡੀਓ ਨਹੀਂ ਸੁਣੀ। ਅਰੇ ਭਾਈ ਮੈਂ ਕਸਮ ਦੇ ਹਾਂ ਬਿਲਕੁਲ ਫੇਰ ਯਕੀਨ ਮੰਨੋ ਮੈਂ ਅਗਰ ਤੁਹਾਡੇ ਬਾਰੇ ਬਾਤ ਕੀਤੀ ਹੈ ਨਾ ਸੁਭਾਨ ਅੱਲਾਹ ਸਾਹਿਬ ਫਿਰ ਤੇ ਗੱਲ ਛੋੜ ਦਿੱਤੀ ਯਾਰ ਪਤਾ ਕੀ ਹੈ ਜਿਹਨੂੰ ਨਹੀਂ ਪਤਾ ਹੈਗਾ ਸਾਡੇ ਨਾ ਐਮਡੀ ਨੂੰ ਨਾ ਬੋਲਣ ਦਾ ਬਹੁਤ ਸ਼ੌਕ ਹੈ। ਕਰ ਲਓ ਬਹੁਤ ਘੱਟ ਸ਼ੌਕ। ਤਾਂ ਭਾਈ ਮੈਂ ਚੁੱਪ ਕਰਨਾ ਕਰੂੰਗਾ। ਅੱਛਾ ਗੱਲ ਸਿੰਪਲ ਸੀ ਕਰਦੇ ਵੇ ਅਗਰ ਤੁਸੀਂ ਮੇਰਾ ਨਾਂ ਲਿਆ ਸੀਗਾ ਤਾਂ ਤੁਹਾਨੂੰ ਇਹ ਵੀ ਮਾਲੂਮ ਹੋਣਾ ਤੇ ਮਤਲਬ ਫਾਸ ਕੀ ਹੈ ਸਰ। ਮੈਂ ਦੋਵਾਂ ਨੇ ਕਿਹਾ ਸੀ ਉਹਨਾਂ ਨੇ ਵੀ ਕਿਹਾ ਜਿਹਨੇ ਦੂਸਰੀ ਪਾਰਟੀ ਮੈਨੂੰ ਨਹੀਂ ਪਤਾ ਜੋ ਪਾਰਟੀ 'ਚ ਹੈ ਉਹ ਨਹੀਂ ਹੈਗੇ। ਮੈਂ ਕਿਹਾ ਤੁਸੀਂ ਦੋਵੇਂ ਭਾਵੇਂ ਆਪਣੀ ਜਗ੍ਹਾ ਤੇ ਹੱਕ ਤੇ ਹੋ ਤੇ ਭਾਵੇਂ ਦੋਨੋਂ ਹੀ ਗਲਤ ਹੋ। ਮੈਂ ਦੋ ਪਾਸੇ ਕਿਹਾ। ਮੈਂ ਕਿਹਾ ਇਹਦੇ 'ਚ ਬਦਨਾਮੀ ਜਮਾਤ ਦੀ ਹੋ ਰਹੀ ਹੈ ਤੁਹਾਡੇ ਦੋਵਾਂ ਨੂੰ। ਮੈਂ ਅਲਫਾਜ਼ ਕੇ ਸਾਥ ਮੈਂ ਕਿਹਾ ਨੁਕਸਾਨ ਕਿਹਦਾ ਹੋ ਰਿਹਾ ਜਮਾਤ ਦਾ ਰੈਪੂਟੇਸ਼ਨ ਕਿਹਦੀ ਖਰਾਬ ਹੋ ਰਹੀ ਜਮਾਤ ਦੀ। ਤੁਸੀਂ ਇਹ ਆਪਣੇ ਮਸਾਇਲ ਨੇ ਅਗਰ ਤੁਸੀਂ ਇਹਨੂੰ ਜਿੰਨਾ ਉਛਾਲੋਗੇ ਉਨਾ ਹੀ ਤੁਸੀਂ ਗੈਰਾਂ ਦੇ ਹੱਥ 'ਚ ਹਥਿਆਰ ਦਿਓਗੇ। ਲੋ ਆ ਕੇ ਸਭ ਛੁੱਤਰ ਮਾਰੋ। ਠੀਕ ਹੈ ਅਲਤਾਫ ਭਾਈ ਹੁਣ ਸੁਣੋ ਗੱਲ ਇਹ ਵੇ ਕਿ ਮੇਰੀ ਪਾਰਟੀ ਜਿਹੜੀ ਨਾ ਠੀਕ ਹੈ ਮੇਰਾ ਜਿਹੜਾ ਗਰੁੱਪ ਹੈ ਉਹ ਅਲੀ ਅਕਬਰ ਹਾਫਿਜ਼ੁल्लाह ਤਾਲਾ ਦਾ ਗਰੁੱਪ ਹੈ। ਠੀਕ ਹੈ ਮੈਂ ਉਹਨਾਂ ਨੂੰ ਆਪਣੇ ਗਰੁੱਪ 'ਚ ਸਮਝਣਾ ਕਿਉਂ ਕਿ ਉਹ ਆਪਣੇ ਮੂੰਹ ਇਹ ਗੱਲ ਕਹਿੰਦੇ ਨੇ ਕਿ ਮੈਂ ਅਹਿਮਦੀ ਮੁਸਲਮਾਨ। ਠੀਕ ਹੈ ਇਹ ਗੱਲ ਮੇਰੇ ਵੱਲੋਂ ਦੇਖ ਲਓ। ਮੇਰਾ ਅਗਰ ਗਰੁੱਪ ਹੈ ਵੇ ਤੇ ਉਹ ਅਲੀ ਅਕਬਰ ਸਾਹਿਬ ਵਾਲਾ ਹੈ। ਅਲੀ ਅਕਬਰ ਸਾਹਿਬ ਵਾਲਾ ਹੈ। ਹੁਣ ਅਲੀ ਅਕਬਰ ਸਾਹਿਬ ਨੇ ਜਿਹੜੀ ਮੇਰੀ ਅਲੀ ਅਕਬਰ ਸਾਹਿਬ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ। ਇੱਕ ਅਲਫਾਜ਼ ਨੇ ਜਿਹੜੇ ਉਹਨਾਂ ਨੇ ਉਮੁਲ ਮੋਮਿਨੀਨ ਹਜ਼ਰਤ ਮਾਰੀਆ ਕਿਬਤੀਆ ਦੇ ਬਾਰੇ ਚ ਬੋਲੇ ਨੇ। ਇੱਕ ਵਾਰੀ ਨਹੀਂ ਬੋਲੇ ਬਾਰ ਬੋਲੇ ਨੇ। ਮੁਖਤਲਿਫ ਅਲਫਾਜ਼ਾਂ ਨਾਲ ਬੋਲੇ ਨੇ ਮੁਖਤਲਿਫ ਜਗ੍ਹਾ ਤੇ ਬੋਲੇ ਨੇ ਬਿਲਾ ਵਜ੍ਹਾ ਬੋਲੇ ਨੇ ਬਿਲਾ ਕਿਸੇ ਅਗਲੇ ਦੇ ਜਵਾਬ ਤੋਂ ਬਗੈਰ ਬੋਲੇ ਨੇ। ਆਪਣੀ ਦਿਲ ਦੀ ਜਦੋਂ ਕਿਸੇ ਨੇ ਕੋਈ ਕੁਛ ਕਿਹਾ ਨਾ ਹੋਏ ਕਿਸੇ ਨੇ ਗਾਲ ਨਾ ਕੱਢੀ ਹੋਏ ਫਿਰ ਤੁਸੀਂ ਇਹ ਗੱਲ ਕਰਦੇ ਹੋ ਕਿਉਂ ਕੈਸੇ ਨਾ ਕਰਦੇ ਹੋ ਉਹ ਤੁਹਾਡੇ ਦਿਲ ਦੀ ਗੱਲ ਹੁੰਦੀ ਹੈ। ਇਹ ਦਿਲੋਂ ਗਾਲਾਂ ਕੱਢਦਾ ਹੈ ਉਮੁਲ ਮੋਮਿਨੀਨ। ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਿਸੇ ਕਿਸਮ ਦਾ। ਇਹ ਬੰਦਾ ਅਗਰ ਉਮੁਲ ਮੋਮਿਨੀਨ ਨੂੰ ਇਹਨੇ ਗਾਲਾਂ ਕੱਢੀਆਂ ਨੇ ਅਗਰ ਇੱਕ ਵਾਰੀ ਸਿਰਫ ਇਹ ਗੱਲ ਰਿਕਾਰਡ ਕਰਕੇ ਇਹ ਗੱਲ ਕਹਿ ਦੇ ਕਿ ਮੈਂ ਮਾਫੀ ਮੰਗਣਾ ਵਾ ਜਿਹੜਾ ਮੈਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ੋਜਾਨੋ ਹਜ਼ਰਤ ਇਬਰਾਹੀਮ अलैहिस्सलाम ਤੇ ਮਾਂ ਭੈਣ ਦੀ ਗੰਦੀ ਗਾਲ ਕੱਢੀਏ ਮੈਂ ਉਹਦੇ ਤੇ ਇੱਕ ਵਾਰੀ ਮਾਫੀ ਮੰਗਣਾ ਤੇ ਅੱਲਾਹ ਤਾਲਾ ਕੋ ਤੋਬਾ ਕਰਾਂਗਾ। ਖੁਦਾ ਦੀ ਕਸਮ ਇਹ ਗੱਲ ਇੱਥੇ ਇਸ ਤੋਂ ਉਸੇ ਪਲ ਤੋਂ ਬਾਅਦ ਮੈਂ ਮੇਰੀ ਮਾਂ ਭੈਣ ਨੂੰ ਉਹਨੇ ਆਜ ਵੀ ਕੁਝ ਗਾਲਾਂ ਕੱਢੀਆਂ। ਮੇਰੀ ਮਾਂ ਭੈਣ ਨੂੰ ਉਹਨੇ ਇਸੇ ਉੱਥੇ ਕਹ ਲੋ ਕਿ ਉੱਥੇ ਆਜ ਵਿੱਚ ਗਾਲਾਂ ਕੱਢੀਆਂ ਨੇ। ਉਸ ਤੋਂ ਪਹਿਲੋਂ ਕੱਢਦਾ ਰਿਹਾ ਮੈਨੂੰ ਕੋਈ ਮਸਲਾ ਨਹੀਂ। ਅੱਜ ਸਵੇਰ ਦਾ ਕੱਢ ਰਿਹਾ ਮੈਨੂੰ ਕੋਈ ਮਸਲਾ ਨਹੀਂ। ਮੁਖਤਲਿਫ ਲੋਕਾਂ ਨੂੰ ਬਣਾ ਕੇ ਕੱਢ ਰਿਹਾ ਮੈਨੂੰ ਕੋਈ ਮਸਲਾ ਨਹੀਂ। ਹਰ ਬੰਦੇ ਨੂੰ ਬਣਾ ਕੇ ਕੱਢੇ ਮੈਨੂੰ ਗੋਲਾ ਕੋਈ ਮਸਲਾ ਨਹੀਂ। ਇਹਨਾਂ ਬਣਾ ਕੇ ਲਾਏ ਇਹ ਲੋਟਾ ਹੈ ਇਹ ਮੁਖੰਨਸ ਹੈ ਇਹ ਫਨਾ ਹੈ ਇਹ ਢੀਂਗ ਹੈ ਮੈਨੂੰ ਕੋਈ ਮਸਲਾ ਨਹੀਂ। ਮੈਨੂੰ ਸਿਰਫ ਇਹ ਮਸਲਾ ਹੈ ਕਿ ਤੂੰ ਉਮੁਲ ਮੋਮਿਨੀਨ ਜ਼ਾਲਮਾ ਤੂੰ ਉਮੁਲ ਮੋਮਿਨੀਨ ਨੂੰ ਗਾਲਾਂ ਕੱਢੀ ਮੇਰੇ ਨਾਲ ਦੁਸ਼ਮਣੀ ਲੈਂਦਿਆਂ ਹੋਇਆ। ਅਗਰ ਤੈਨੂੰ ਮੇਰੇ ਨਾਲ ਦੁਸ਼ਮਣੀ ਹੈ ਜਾਂ ਕਿਸੇ ਹੋਰ ਬੰਦੇ ਨਾਲ ਦੁਸ਼ਮਣੀ ਹੈ ਤਾਂ ਤੂੰ ਸਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢ। ਠੀਕ ਹੈ ਉਮੁਲ ਮੋਮਿਨੀਨ ਨੂੰ ਕਿਉਂ ਗਾਲਾਂ ਕੱਢਣ ਡਿਆ ਉਹਨਾਂ ਕੀ ਵਿਗਾੜਿਆ ਤੂੰ ਐਡਾ ਕੰਮ ਕੀ ਮੈਂ ਹੋਰ ਕੀ ਕਰਾਂ ਮੈਨੂੰ ਦੱਸੋ ਮੇਰੇ ਕੋਲ ਅਲਫਾਜ਼ ਨਹੀਂ ਹੈ। ਨਾਰਾ ਵੀ ਹੋਣਾ ਚਾਹੀਦਾ ਮੈਨੂੰ ਬਹੁਤ ਜ਼ਿੰਦਾਬਾਦ ਸੀਰੀਅਸਲੀ। ਫੋਨ ਆਉਂ ਗਿਆ ਫੋਨ ਆ ਰਿਹਾ ਕਿ ਰਿਕਾਰਡਿੰਗ ਚੱਲ ਰਹੀ ਜੋ ਨਹੀਂ ਯਾਰ ਇੰਤਹਾਈ ਚਵਲ ਕੰਮ ਹੈ ਵੇਖੋ ਜਿਹੜਾ ਕੰਮ ਪਾਕਿਸਤਾਨ ਚ ਮੌਲਵੀ ਮੁੱਲਾ ਕਰਦੇ ਨੇ ਨਾ ਟੂ ਲਾਈਕ ਯਾਰ ਇਹਨਾਂ ਨੂੰ ਹੁਣ ਸੁਣਨਾ ਚਾਹੁੰਦਾ ਤੇ ਮਜ਼ਬੀ ਕਾਰ ਤੇ ਮੈਂ ਖੇਡਣਾ ਵੇ। ਠੀਕ ਹੈ ਹੋਰ ਮਖਨਸ ਗਰੁੱਪ ਦਾ ਕੰਮ ਕੀ ਹੈ। ਚਲੋ ਸਵੇਰੇ ਤੱਕ ਇੰਤਜ਼ਾਰ ਕਰਨ ਨਾ ਤਾਂ ਵੇਖ ਲੈਨੇ ਫਿਰ ਗੁਸਾਖੀ ਕਿੰਨੇ ਕੀਤੀ ਹੈ। ਕਿਤਾਬ ਦਾ ਨਾਮ ਹੈ देखो कल इन्हें क्या किसी बंदे ने जाके क्या कि तू उन्हें क्यों क्या जाके कहना मैं रिकॉर्डिंग करनी सी मैं अपनी कर ली जेड़ा मेरा काम सी मैं कर आया। ਕਰ ਲੈਣੇ ਇਹ ਗੁਸਤਾਖੀ ਖੇਡਣ ਦਾ ਨਾ चुप ਥੱਲੇ ਵਿਊਅਰਸ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਇਤਲਾਹ ਵਾਸਤੇ ਇੱਕ ਮੈਂ ਗੱਲ ਬਿਆਨ ਕਰਨਾ ਚਾਹੁੰਦਾ ਵਾਂ। ਮੇਰੇ ਕੋਲ ਇਸ ਟਾਈਮ WhatsApp ਦੇ ਉੱਤੇ ਉਹ ਵੀਡੀਓ ਮੌਜੂਦ ਪਈ ਹੈ ਜਿਹਦੇ ਬਾਰੇ ਚ ਮੈਂ ਜ਼ਿਕਰ ਕਰਨਾ ਚਾਹੁੰਦਾ। ਸਾਡੇ ਪਿਆਰੇ ਨੇ
अली अकबर साहब, ठीक है। हाफिज साहब ने अपना जमाते अहमदियत नाल तल्लक रखते ने, मुबल्लग ने, ठीक है। सीसीडी साहब उन्हां दे कह लो कि सज्जा बांह कह लो, खब्बी बांह कह लो, या सज्जा हथ कह लो, या दिल गुर्दा जो भी कह लो। सीसीडी साहब ने दूसरा रोल, ठीक है। ये दो रोल ने जिहड़े, एक सीसीडी साहब, दूसरा अली अकबर साहब। इन्हां दोनां ने बराड दे उत्ते अज तो कुछ दिन पहलों उम्मुल मोमिनीन हजरत मारिया किबतिया नूं गाल कड्डी सी। मेरे नाल दे मुद्दा बहस करदियां होया उन्हें आख्या सी, अगर तू यह गल करेगा ना कि मैं उम्मुल मोमिनीन हजरत मारिया किबतिया गल कड्डी है, मैं हुणे ही तेरी मारिया किबतिया नाउज़ बिल्ला खोल दियांगा, ठीक है। यह गल पिछले दिनों च होई सी। अज उन्होंने 2-4 दिन हो गए सानू गालां कड्ढने मां भैणां दियां। मैं उन्हां दी बरात ते गया वां, ठीक है। मुन्ना भी माफी मांग, नक रगड़ के माफिया मांगी है वो। मैं तेरे मुंह तो नहीं थोकदा, तू तो गुस्ताख है, ठीक है। यह मैं गल की करदे बार बार म्यूट कर दिया सी। अपने मुंह दे अल्फाज ने कि तुम मैनू हूं कह ना लै किनू गाल कड्डां, ठीक है। एक मिनट मेरी गल तुसीं मुकम्मल सुन लो नहीं मुड़ थल्ले लोकां दा सुनिया मैं बात करदा भाई अल्ताफ भाई मेरे प्यारे यार सुभान अल्लाह भाई नहीं मेरे थल्ले बंदियां वास्ते अली अकबर साहब ने बार-बार मैं सुभान अल्लाह भाई बार-बार के दौरान गल नहीं बंदेगी यार, सुभान भाई थल्ले बंदियां थल्ले बंदे छड़ दे तू ऑडियो में अमन कमेटी गल कर रहा हां मैं ठीक मैं हुण करन लगा। अमन कमेटी इस्लाम अमन कमेटी यार अल्ताफ भाई प्यारे ना कर यार 10 सेकंड दे दो 10 सेकंड दे मेरी गल खत्म हो गया। खुदा दी कसम मेरी गल सुन, किसे भी अल्ताफ भाई 10 सेकंड बना के वेला एंड डाउन लगा मैं तो दसने आवा एंड डाउन लगा तो तुसी मुझे रोक दिता। मसला है मैं बार सुना सकता सा, मैं नहीं सुना दिया। प्यारे जिन्ना तू गल नूं पहुंचाए खिलाएगा नुकसान साडा है। मैं कहंदा अगर फसल दे विच अल्ताफ भाई अगर कीड़े मार स्प्रे की जाए उहदा फसल नूं नुकसान नहीं हुंदा। उहदे वास्ते विच तुरना पैंदा, कोई एक अद्धा बूटा खोना पैंदा, एक अद्धा बूटा फेना पैंदा, एक अद्धा बूटे नूं नुकसान पहुंचाना पैंदा। उहदे नाल की हुंदा फसल दे विच सारे गंदे कीड़े मर जांदे। चीज़ां नहीं समझ आउंदी पई। मेरी गल छोटी सी गल सुन, मेरी एक गल सुन लो, मुझे आखिरी बात दसना जो सारे लुटे लबाब ते आखिरी मैं आज मेरे नाल बहस करना है। सुन अल्ताफ भाई बड़ी इज्जत करना, तुसी मेरे बड़े भाई हो। तेरी एवें तो तू सुनदा नहीं, तू अगले नूं सुनाना है अपनी। अल्ताफ भाई मैं इस तो बाद अगर माइक म्यूट करके तुहानू 5 मिनट वास्ते माइक ना दिया तां दसो, ठीक है। मेरी आखिरी अल्फाज पूरे होंदे मेरी हुण सारी मैं गल पिछली कीती सी, पिछला सारा रिकॉर्ड दस्सिया सी, यह गल दस्सण वास्ते यह गल मेरी हुण पूरी नहीं होण दी। मैं इसलिए कर मैनूं एक बारी सिर्फ म्यूट करके ना तुसीं मैनूं गल करन दे, उस तो बाद तुहाडी बारी। अच्छा वो वीडियो मैं अमन कमेटी इस्लाम अहमदियत वाले ग्रुप दे विच जिथे 38 अहमदी मुसलमान इस टाइम मौजूद ने, उस ग्रुप दे विच कल्ली सी, उस तो इलावा भी बहुत सारे बंदियां कोल पहुंच गई होएगी। वो वीडियो दे विच इन्हां ने मेरे नाल गल करदियां होया जिहदे विच मैं इन्हां नूं एक गाल मार सीसीवी साहब मां भैन नूं कर रहे ने जी इस मुखन्नस दे विच कौन बैठा होवे इस उत्ते? इमरान कालू, इरफान जट, यूनिवर्स पावर, उकाब हजरत उकाब अलैहिस्सलाम ते सुभान भाई ने, ठीक है। ते कोई अब्दुल वाहिद ए कर, ठीक है। मेरा गिरबान पढ़ लेना कि तू ये गल बोली क्यों, जो ने कड्डी भी सी ते कड्डी सी फिर की हो गया, तू बोली क्यों? मैं बोल नहीं सकता कि एडी वो गंदी गल सी मेरे मुंह तो अजे तक पूरी गल अजे तक निकली। मैं कल परसों दा चीकन डिया वा, रोन डिया वा, किलन डिया वा, कोई गल सारी इस बंदे ने समझा। हुण मैं म्यूट करदा इम्तियाज से पता है इमरान कालू ना राणा साहब प्लीज म्यूट करना। गजी भाई सलाम ते लैन दियो, सिर्फ सलाम लैन दी इजाजत। हजरत गजनी अलैहिस्सलाम आवे। इम्तियाज तेरा ते मेरा टाकरा ते मेरा कुछ चंद महीने दे विच होया, पहले ही होया, इस तो पहले मैं नहीं जानदा। इमरान कालू मैनू जानदा है WhatsApp दे दौर, ठीक है। ਅਸੀਂ WhatsApp ਦੇ ਵਿੱਚ ਅਸੀਂ ਗਰੁੱਪਾਂ 'ਚ ਹੁੰਦੇ ਸਾਂ, ਅਸੀਂ ਹਰ ਕੰਮ ਕਰਨੇ ਸਾਂ। ਇਹਨੂੰ ਇਸ ਚੀਜ਼ ਦਾ ਇਹ ਗਵਾਹੀ ਦੇ ਦੇਵੇ ਕਿ ਮੈਂ ਅੱਜ ਤੱਕ ਕੋਈ ਵੀ ਕੰਟਰੋਵਰਸ਼ਲ ਗੁਫ਼ਤਗੂ 'ਚ ਉਦੋਂ ਵੀ ਸ਼ਾਮਲ ਹੋਇਆ ਹਾਂ, ਮੈਂ ਅੱਜ ਵੀ ਨਹੀਂ ਸ਼ਾਮਲ ਹੋਇਆ। ਮੈਂ ਅਗਰ ਮੈਂ ਉਹ ਆਡੀਓ ਸੁਣਨਾ ਪਿਆ ਵਾ ਨਾ, ਆਡੀਓ ਤੇਰੀ ਆਵਾਜ਼ ਵਿੱਚ ਨਹੀਂ ਰਿਕਾਰਡਿੰਗ ਹੈਗੀ, ਉਹਦੀ ਰਿਕਾਰਡਿੰਗ ਆਵਾਜ਼ ਹੈ। ਅਕਬਰ ਕਿਸੇ ਹੋਰ ਬਲਾਕ ਤੇ ਨਹੀਂ ਆਉਂਦਾ, ਆਪਣੇ ਉਸ ਬਲਾਕ ਤੇ ਬੰਦਾ। ਤੈਨੂੰ ਕੀ ਜ਼ਰੂਰਤ ਸੀ ਉੱਥੇ ਜਾ ਕੇ ਤੈਨੂੰ ਪ੍ਰਯੋਗ ਕਰੇ? मैंने अपनी मां दे जवाब दे देना, ਇਹਦਾ ਸਰ ਜਵਾਬ ਦੇ ਕੇ ਬਹੁਤ ਵਾਰ मैं जवाब दे देना।
ਮੇਰੇ ਕੋਲ ਉਹ ਪੂਰੀ ਰਿਕਾਰਡਿੰਗ ਪਈ ਹੈ, ਠੀਕ ਹੈ, ਪੂਰੀ ਰਿਕਾਰਡਿੰਗ ਪਈ ਹੈ। ਮੈਂ ਕਦੀ ਵੀ ਇਹਨਾਂ ਦੀ ਬਰਾੜ ਤੇ ਜਾਵਾਂ, ਇਹ ਮਰ ਜਾਂਦੇ ਨੇ ਰਿਕੁਐਸਟ ਪਾ ਪਾ ਕੇ, ਮੈਂ ਨਹੀਂ ਜਾਂਦਾ। ਉਦਣ ਇਹੀ ਬੰਦਾ ਥੱਲੇ ਕਹ ਲੋ ਕਿ ਇਹਨਾਂ ਤੇ ਮੋੜ ਕਿਸੇ ਨੇ ਰਿਕੁਐਸਟ ਪਾਈ, ਮੈਨੂੰ ਬੋਰਡ ਦਾ ਨਾਮ ਨਹੀਂ, ਮੈਨੂੰ ਵੀਡੀਓ ਕੱਢਣੀ ਪੈਣੀ ਹੈ। ਮੈਂ ਪੂਰੀ ਵੀਡੀਓ ਕਹ ਲੋ 4-5 ਮਿੰਟ ਦੀ, ਇਹਨਾਂ ਨੇ ਖੁਦ ਰਿਕੁਐਸਟ ਪਾਈ ਹੈ, ਠੀਕ ਹੈ, ਖੁਦ ਰਿਕੁਐਸਟ ਪਾ ਕੇ ਤੇ ਉੱਤੇ ਮੇਰਾ ਜ਼ਿਕਰ ਸ਼ੁਰੂ ਕਰ ਦਿੱਤਾ, ਠੀਕ ਹੈ, ਉੱਤੇ ਮੇਰਾ ਜ਼ਿਕਰ ਸ਼ੁਰੂ ਕਰ ਦਿੱਤਾ। 2 ਦਿਨ ਪਹਿਲਾਂ ਮੈਨੂੰ ਹੀ ਗਾਲਾਂ ਕੱਢ ਰਹੇ ਨੇ ਤੇ ਖੁਦ ਰਿਕੁਐਸਟ ਪਾ ਕੇ ਮੈਂ ਉੱਤੇ ਗਿਆ ਵਾਂ। ਮੈਂ ਆਪਣੀ ਗੱਲ ਦਾ ਜਵਾਬ ਦੇਣ ਗਿਆ ਵਾਂ ਕਿ ਤੂੰ ਕਹਿਣਾ ਪਿਆ ਕਿ ਮੇਰੇ ਕੋਲ ਆ ਕੇ ਮਾਫੀ ਮੰਗੋ, ਨੱਕ ਰਗੜੋ, ਮੇਰੇ ਕੋਲ ਆ ਕੇ ਗਿਰਗਿਰਾਓ, ਮੈਂ ਤੇਰੇ ਮੂੰਹ ਤੇ ਨਹੀਂ ਥੁੱਕਦਾ। ਇਹ ਅਲਫਾਜ਼ ਕਹਿ ਗਿਆ ਸੀ ਜੀ, ਇਹ ਅਲਫਾਜ਼ ਮੇਰੇ ਉਹਨੇ ਸੁਣੇ ਨਹੀਂ, ਠੀਕ ਹੋ ਗਿਆ, ਅਲਫਾਜ਼ ਉਹਨੇ ਮੇਰੇ ਸੁਣੇ ਨਹੀਂ, ਹੋ ਗਿਆ। ਉਹਨੂੰ ਮਿਊਟ ਮੈਨੇ ਦੱਸ ਕਿ ਉਸ ਜਿਹੜੀ ਉਹ ਹੀਟ ਅਪ ਮੂਵਮੈਂਟ ਚੱਲਣ ਡਿਆ, ਉਹ ਚ ਮਾਰੀਆ ਕਿਪਤੀ ਦਾ ਨਾਮ ਪਹਿਲੇ ਸਾਹਮਣੇ ਪਹਿਲੇ ਕਿਹਨੇ ਲਿਆ? ਮਾਰੀਆ ਕਿਪਤੀ ਦਾ ਨਾਮ ਕਿਹਨੇ ਲਿਆ? ਹਾਂ, ਮਾਰੀਆ ਕਿਪਤੀਆ ਦਾ ਨਾਮ ਇਹਨੂੰ ਮੈਂ ਯਾਦ ਕਰਾਇਆ ਕਿ ਤੂੰ ਕਿਉਂ ਯਾਦ ਅਸਲ ਹੈ ਸਵਾਲ। ਸੁਭਾਨ ਅੱਲਾਹ ਭਾਈ, ਵਿੱਚ ਟੱਪਿਆ ਹੀ ਉਹ ਇਮਰਾਨ ਕਾਲੂ ਆਇਆ ਹੁਣ। ਆਪਣਾ ਵਾਡੀ ਸਾਡੀ ਪਤਾ ਕੀ ਕਮਜ਼ੋਰੀ ਹੈ, ਠੀਕ ਹੈ। ਅਸੀਂ ਕਰ ਰਹੇ ਇਮੋਸ਼ਨਲ ਬਲੈਕਮੇਲ। ਅੱਛਾ ਜੀ, ਇਮੋਸ਼ਨਲ ਬਲੈਕਮੇਲ ਜੋ ਤੁਸੀਂ ਕਰਦੇ ਹੋ, ਫਿਰ ਤੁਸੀਂ ਬਾਬਾ ਕਰਨਾ ਸ਼ੁਰੂ ਕਰ ਦਿੰਦੇ ਹੋ। ਇਹ ਕੰਮ ਨਹੀਂ ਕਰਨਾ ਹੈ, ਇਸ ਕੰਮ ਨੂੰ ਰੋਕੋ, ਖੁਦਾ ਦਾ ਨਹੀਂ ਇਹ ਕਿਸ ਨੂੰ ਰੋਕੋ ਕਿ ਮੇਰਾ ਉੱਥੇ ਜਾਣਾ ਰੋਕੋ ਜਾਂ ਉਹਨਾਂ ਦੀਆਂ ਗਾਲਾਂ ਸਭ ਤੋਂ ਪਹਿਲੀ ਗੱਲ ਸੁਭਾਨ ਅੱਲਾਹ ਭਾਈ ਨੂੰ ਪੁੱਛਣ ਦਿਓ। ਸੁਭਾਨ ਅੱਲਾਹ ਭਾਈ ਜੀ ਜੀ, ਇਹਨਾਂ ਨੂੰ ਸਿਰਫ ਇੱਕ ਸਵਾਲ ਪੁੱਛਣ ਦਿਓ ਕਿ ਮੇਰਾ ਉੱਥੇ ਜਾਣਾ ਰੋਕਣਾ ਹੈ ਜਾਂ ਉਮੁਲ ਮੋਮਿਨੀਨ ਮਾਰੀਆ ਕਿਪਤੀਆ ਨੂੰ ਗਾਲਾਂ ਕੱਢਣੀਆਂ ਰੋਕਣੀਆਂ, ਕੀ ਕਰਨਾ ਹੈ, ਕੀ ਰੋਕਣਾ ਮੈਨੂੰ ਦੱਸੋ। ਤੁਸੀਂ ਜਦ ਤੱਕ ਪੁਆਇੰਟ ਨਹੀਂ ਨਾ ਫੜਨਾ ਹੈਗਾ ਉਦੋਂ ਤੱਕ ਤੁਸੀਂ, ਮੈਂ ਤੁਹਾਨੂੰ ਨਹੀਂ ਸਮਝਾ ਸਕਦਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਚਲਾਇਆ, ਮੈਂ ਇਹਨਾਂ ਚੀਜ਼ਾਂ ਨੂੰ ਨੁਕਸਾਨ ਮੇਰੀ ਗੱਲ ਸੁਣੋ ਅਲਤਾਫ ਭਾਈ, ਤੁਸੀਂ ਅਗਰ ਨਾ ਬਿਆਨ ਦਿਓ ਕਿ ਤੁਹਾਡੀ ਮੇਰੀ ਨਜ਼ਰ 'ਚ ਓਨੀ ਹੋਈ ਇੱਜ਼ਤ ਜਿੰਨੀ ਪੈਂਦੀ ਸੀ। ਇਮਤਿਆਜ਼ ਮੇਰੀ ਗੱਲ ਸੁਣ, ਨਹੀਂ ਘੱਟ ਹੋਏ। ਮੈਂ ਇਸ ਚੀਜ਼ ਦੇ ਵਿੱਚ ਇਮਤਿਆਜ਼ ਮੈਂ ਇਸ ਸੋਸ਼ਲ ਮੀਡੀਆ ਦੇ ਵਿੱਚ ਮੈਂ ਆਪਣੀ ਫੈਮਿਲੀ ਖੋਈ ਹੈ, ਆਪਣੀ ਫੈਮਿਲੀ ਮੇਰੇ ਦਿਲ ਦੀ ਤਕਲੀਫ ਹੈ ਜਿਹੜੀ ਮੈਂ ਦੱਸਣ ਆਇਆ ਵਾਂ, ਠੀਕ ਹੈ ਨਾ। ਇਹਨਾਂ ਚੀਜ਼ਾਂ ਨੂੰ ਉਹਨੇ ਗਾਲ ਕੱਢੀ, ਤੁਸੀਂ ਇਧਰ ਆ ਕੇ ਬਰਾੜ ਲਾਤੀ ਯਾਰ। ਇਹ ਛੋਟੀ ਛੋਟੀ ਚੀਜ਼ਾਂ ਨੇ, ਅਗਰ ਇਹਨਾਂ ਦਾ ਤੁਸੀਂ ਥੋੜਾ ਜਿਹਾ ਮੈਂ ਬਰਾੜ ਨਹੀਂ ਲਾਈ। ਸੁਣ ਲਓ, ਮੈਂ ਬਰਾੜ ਇਸ ਵਜ੍ਹਾ ਤੋਂ ਨਹੀਂ ਸੀ ਲਾਈ। ਮੈਂ ਬਰਾੜ ਕੱਲ ਇਹਨਾਂ ਨੇ ਕੱਲ ਸੁਬਾਹ ਦਾ ਕੰਮ ਕੀਤਾ ਹੈ, ਇਹਨਾਂ ਨੇ ਇਸ ਤੋਂ ਪਹਿਲੋਂ ਵੀ ਕਰੋੜਾਂ ਗਾਲਾਂ ਕੱਢੀਆਂ ਨੇ ਉਮਲ ਮੋਮਿਨੀਨ ਦੀ ਮਾਰੀ ਕਿਪਤੀਆਂ ਨੂੰ। ਮੈਂ ਕਦੀ ਬਰਾੜ ਨਹੀਂ ਲਾਈ। ਇਹਨਾਂ ਨੇ ਇਸੇ ਚੀਜ਼ ਨੂੰ ਹਵਾ ਬਣਾ ਕੇ ਤੇ ਉਲਟਾ ਇਹ ਗੱਲ ਜਿਹੜੀ ਹੈ ਕਿ ਅਸੀਂ ਗਾਲਾਂ ਕੱਢਾਂਗੇ, ਇਸ ਗਾਲ ਦੀ ਸਪੋਰਟ ਦੇ ਵਿੱਚ ਜਿਹੜਾ ਬੰਦਾ ਗਿਆ, ਮੈਨੂੰ ਉਸ ਗੱਲ ਨੇ ਮੇਰੇ ਦਿਲ ਦੇ ਵਿੱਚ ਸਾਡੇ ਐਮਟੀ ਮੁਸਲਮਾਨ ਇੱਕ ਗਲਤ ਗੱਲ ਨੂੰ ਕਮ ਸ ਕਮ ਬਹੁਤ ਦਿਲ ਦੁਖ ਰਿਹਾ, ਬਹੁਤ ਦਿਲ ਦੁਖ ਰਿਹਾ ਇਹਦਾ। ਕਿਉਂ ਸਮਝਾਵਾਂਗੇ, ਆਪ ਹੀ ਆਪਣੀ ਸਲਾਹ ਕਰ ਲੇਗਾ। ਇੰਨੀ ਗੱਲ ਇੱਕ ਆਮ ਐਮਟੀ ਦਾ ਹੱਕ ਬਣਦਾ। ਲੇਕਿਨ ਅਗਰ ਤੁਸੀਂ ਇਹ ਗੱਲ ਕਰੋ ਕਿ ਨਾ ਬਈ ਉਹਨੇ ਇਹ ਗਾਲ ਕੱਢੀ ਹੈ, ਇਹਦੇ ਚ ਸਾਰਾ ਕਸੂਰ 1122 ਦਾ ਗਾਲ ਉਹਨੇ ਕੱਢੀ ਹੈ, ਬੇਸ਼ੱਕ ਫਿਰ ਕੀ ਹੋ ਗਿਆ, ਸਾਰਾ ਕਸੂਰ ਮੈਂ ਸਾਰੀ ਦਿਹਾੜੀ ਸੁਬਾਹ ਤੋਂ ਲੈ ਕੇ ਤੇ ਸ਼ਾਮ ਤੱਕ ਇਹ ਗੱਲ ਸੁਣਦਾ ਆ ਰਿਹਾ, ਕੱਲ ਤੋਂ ਲੈ ਕੇ ਅੱਜ ਤੱਕ ਸਾਰੇ ਕਹਿ ਰਹੇ ਨੇ ਗਾਲ ਕੱਢੀ ਕੀਤਾ। ਇੱਕ ਸੈਕਿੰਡ ਮਿਊਟ ਲਾ ਦੇ। ਗੱਲ ਸੁਣ ਲਓ ਮੇਰੀ, ਇੱਕ ਮਿੰਟ ਸਬਰ ਕਰੋ। ਕੋਈ ਨਹੀਂ ਕਹਿ ਰਿਹਾ ਠੀਕ ਕੀਤਾ, ਕੋਈ ਨਹੀਂ ਕੀਤਾ। ਅੱਛਾ ਤੁਸੀਂ ਪੁੱਛੋ ਹਾਂ ਅਹਿਮਦ ਜੱਟ ਨੂੰ ਜਾ ਕੇ ਪੁੱਛੋ, ਹਾਂ ਗਰਿਆਮ ਨੂੰ ਪੁੱਛੋ ਸਾਂ, ਉਹਨਾਂ ਜਾ ਕੇ ਮੈਂ ਤੁਹਾਡਾ ਨਾਂ ਨਹੀਂ ਲਿਆ। ਨਾ ਅਲਤਾਫ ਭਾਈ ਮੈਂ ਤੁਹਾਡਾ ਨਾਂ ਨਹੀਂ ਲਿਆ। ਮੇਰੀ ਨਜ਼ਰ 'ਚ ਮੈਂ ਤੁਹਾਨੂੰ ਦੱਸਣ ਡਿਆ, ਤੁਸੀਂ ਉਸੇ ਟਾਈਮ ਆ ਕੇ ਦੱਸਿਆ ਕਿ ਮੈਂ ਵੀਡੀਓ ਨਹੀਂ ਸੁਣੀ। ਮੈਂ ਯਕੀਨ ਮੰਨੋ ਪਿੱਛੇ ਹਰ ਉਹ ਬੰਦਾ ਲਾਨਤੀਏ, ਹਰ ਉਹ ਬੰਦਾ ਲਾਨਤੀਏ, ਉਹਦੀ ਮਾਂ ਤੇ ਲਾਨਤ ਹੈ, ਉਹਦੀ ਨਸਲ ਤੇ ਲਾਨਤ ਹੈ ਜਿਹੜਾ ਗੁਸਤਾਖ ਨੂੰ ਸਪੋਰਟ ਕਰਦਾ ਹੈ। ਮਿਊਟ ਲਾਣਾ ਜ਼ਰਾ ਇੱਕ ਸੈਕਿੰਡ। ਮੈਂ ਪੁੱਛਣਾ ਹੈ ਕਿ ਜਿਹੜਾ ਸਵਾਲ, ਜਿਹੜਾ ਇਹੀ ਸਵਾਲ ਕੱਲ ਦਾ ਮੈਂ ਕਰ ਰਿਹਾ ਕਿ ਜਦੋਂ ਉਹ ਉੱਥੇ ਆਇਆ, ਤੁਸੀਂ ਜ਼ਰਾ ਮੈਨੂੰ ਨਾ ਇੱਕ ਬੰਦੇ ਨੇ ਫੋਨ ਕਰਕੇ ਕਿਹਾ ਕਿ ਸੀਸੀਟੀ ਨੂੰ ਕਹੋ ਕਿ ਜਿਹੜੀ ਕੱਲ ਆਇਆ ਸੀ ਨਾ ਉਹ ਰਿਕਾਰਡਿੰਗ ਉੱਥੋਂ ਟੋਟਾ ਕੱਢ ਕੇ ਨਾ ਜ਼ਰਾ ਚਲਾਓ ਤੇ ਇਹਨਾਂ ਸੁਣਾਓ ਕਿ ਕਿਹਨੇ ਪ੍ਰਵੋਕ ਕੀਤਾ। ਉਹ ਸੁਭਾਨ ਅੱਲਾਹ ਨੇ ਠੀਕ ਉਹੀ ਸਵਾਲ ਮੈਂ ਕਰ ਕੇ ਮੈਂ ਇਹਨੂੰ ਪੁੱਛਿਆ, ਜਦੋਂ ਕਹਿੰਦਾ ਨਾ ਕੱਢ ਗਾਲਾਂ ਤੇ ਮੈਂ ਕੋ ਪੁੱਛਿਆ ਕਿਹਨੂੰ ਕੱਢਾਂ, ਤੇ ਕਹਿੰਦਾ ਮਾਰੀਆ ਕਿਪਤੀਆ ਨੂੰ ਕੱਢ। ਨਾ ਉਹਨੇ ਲਿੱਤਾ, ਮੈਂ ਨਹੀਂ ਲਿੱਤਾ। ਇਹ ਜਿਹੜਾ ਹੁਣ ਇੱਥੇ ਕਹਿ ਰਹੇ ਕਿ ਮੇਰੇ ਦਿਲ ਪਾਸ ਟੁਕੜੇ ਹੋ ਗਿਆ ਗਾਲ ਸੁਣ ਕੇ, ਉਹ ਖੁਦ ਸਾਲਿਆ ਤੂੰ ਆ ਕੇ ਬਰਾੜ ਤੇ ਕਹਿਣ ਡਿਆ ਕਿ ਮਾਰੀਆ ਕਿਪਤੀਆ ਨੂੰ ਗਾਲਾਂ ਕੱਢ, ਤੂੰ ਆ ਕੇ ਕਹਿਣ ਡਿਆ ਨਾ ਇਹਨੇ ਪਹਿਲੇ ਲਿੱਤਾ ਆ ਕੇ। ਇਸ ਪੁਆਇੰਟ ਨੂੰ ਫੜਦੇ ਨੇ ਪਿਆ ਕਿ ਪਹਿਲੇ ਆ ਕੇ ਸ਼ੁਰੂ ਹੋ ਗਏ, ਰਿਕਵੈਸਟ ਵੀ ਨਹੀਂ ਕਿਸੇ ਨੇ ਪਾਈ, ਖੁਦ ਨੇ ਰਿਕਵੈਸਟ ਪਾਈ। ਇਹ ਕੀਤੀ ਹੈ ਯਾਰ, ਸੁਭਾਨ ਭਾਈ ਨੇ ਉੱਥੇ ਗੱਲ ਕੀਤੀ ਹੈ ਕਿ ਤੂੰ ਪਹਿਲਾਂ ਨਾਂ ਕਿਨੇ ਲਿਆ। ਸੁਭਾਨ ਭਾਈ ਨੇ ਗੱਲ ਕੀਤੀ ਉੱਥੇ
ਇਹਨੇ ਪਾਈ ਤੂੰ ਲਿਆ ਤਾਂ ਹੀ ਤਾਂ ਕਹਿਣ ਡਿਆ ਨਾ, ਤਾਂ ਹੀ ਤੇ ਉਹਨੂੰ ਰੋਕ ਦਿੰਦਾ ਵਾ ਕਿ ਤੇਰੀ ਮੇਰੇ ਨਜ਼ਰ 'ਚ ਬਹੁਤ ਇੱਜ਼ਤ ਆ। ਹਾਂ ਚਲੋ ਸੁਣਾਓ। ਉਹਨਾਂ ਨੇ ਨਾਂ ਲਿਆ ਵੇ, ਇਹ ਨਾ ਕਹਿ ਤੂੰ ਨਹੀਂ ਲਿਆ, ਲਿਆ ਉਹਨਾਂ ਨੇ ਕਿ ਤੂੰ ਪਹਿਲਾਂ ਕਿਉਂ ਨਾਂ ਲੈ ਕੇ ਕੱਢ ਨੂੰ ਗਾਲ। ਠੀਕ ਹੈ, ਕੋਈ ਜੋ ਤੇਰਾ ਇਲਾਜ ਵੀ ਹੈ, ਤੇਰਾ ਖਾਸ ਤੌਰ ਤੇ ਇਲਾਜ ਹੀ, ਤੈਨੂੰ ਕੋਈ ਜਵਾਬ ਨਹੀਂ। ਤੂੰ ਕੱਢ ਮਾਂ ਭੈਣਾਂ ਦੀ ਕੱਢ ਲਾਈਵ ਲਾ ਕੇ ਮਾਂ ਭੈਣਾਂ ਦੀ ਗੱਲ ਕੱਢੀ ਜਾਂਦਾ। ਕਦੀ ਕਿਸੇ ਗੁੱਡੀ ਦੇ ਥੱਲੇ ਜਾਣਾ ਹੈ, ਕਦੀ ਮਲਕ ਸਾਹਿਬ ਕੋਲ ਜਾਣਾ ਹੈ, ਕਦੀ ਕਿੱਥੇ ਜਾ ਕੇ ਜਾਣਾ। ਚੀਕਾਂ ਆਏ ਚੀਕਾਂ ਮਜ਼ਾ ਆ ਰਿਹਾ, ਮਾਰ ਚੀਕਾਂ ਬਹਿ ਕੇ ਚੀਕਾਂ ਮਾਰੋ। ਪਰ ਤੈਨੂੰ ਜਵਾਬ ਉਹ ਜਵਾਬ ਦੇ ਨਹੀਂ ਸਕਦਾ, ਜਵਾਬ ਦੇਣਾ ਮੁਖੰਨਸ। ਇਸੇ ਤਰ੍ਹਾਂ ਮਾਰਨਾ ਹੈ ਕਿ ਤੈਨੂੰ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ, ਤੇਰਾ ਨਾਮ ਵੀ ਨਹੀਂ ਲੈ। ਓਹੋ ਮੁਖੰਨਸ, ਉਹ ਮੁਖੰਨਸ ਇਸੇ ਤਰ੍ਹਾਂ ਮਾਰਾਂਗੇ ਤੂੰ ਬੇਕਾਰ ਕਰ ਕੱਢ ਗਾਲਾਂ ਕੱਢ। ਮੁਖੰਨਸ ਤੈਨੂੰ ਗਾਲ ਕੱਢਾਂਗਾ, ਦੱਸਾਂਗਾ ਤੈਨੂੰ ਗਾਲ ਕੀ ਹੁੰਦੀ ਹੈ, ਦੱਸਾਂਗਾ। ਵਕਤ ਆਏਗਾ ਤੇ ਗਾਲ ਵੀ ਤੈਨੂੰ ਕੱਢ ਲਾਂਗਾ। ਮੈਨੂੰ ਤਾਂ ਉਹਦੀ ਕੋਈ ਟੈਨਸ਼ਨ ਨਹੀਂ ਸੀ। ਉਹ ਮੈਂ ਆ ਚੀਕਾਂ ਤੇਰੀਆਂ ਸੁਣਾਈਆਂ ਜਾ ਰਹੀਆਂ ਨੇ ਸਾਰੀਆਂ। ਤੜਫਣਾ ਪਿਆ ਸਿਰਫ ਇੱਕ ਗੱਲ ਤੋਂ, ਜਿਹੜੀ ਉਹਨੇ ਸਾਡੀ ਮਾਂ ਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਗਮ ਨੂੰ ਹਾਏ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਗਮ ਦੀ ਜ਼ਿਆਦਾ ਇੱਜ਼ਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹੈ? ਗੈਰਤ ਈਮਾਨੀ ਰੱਖਣ ਵਾਲਾ ਬੰਦਾ ਉਹਦੇ ਦਿਲ ਵਿੱਚ ਦੇਖ ਕੇ ਓਏ ਹੋਏ ਹੋਏ ਛੁਰੀ ਫੇਰ ਲੈ ਆਪਣੇ ਆਪ। ਮੁਬਸ਼ਰ ਰਜ਼ਾ ਦੇ ਨਬੀ ਪਾਕ ਨੂੰ ਗਾਲਾਂ ਕੱਢੀਆਂ। ਉਹ ਮੈਂ ਚਲਾਨਾ, ਓਏ ਹੁਣ ਮੈਂ ਚਲਾਨਾ ਸਾਰਾ ਕੁਝ। ਸਾਰਾ ਕਰਾਮ ਮੈਂ ਟੂਟੂ ਦਾ ਉਹ ਭਾਈ ਮੈਂ ਟੂਟੂ ਦੇ ਅਲਫਾਜ਼ ਤੇ ਵਿਖਾਓ ਕਿ ਜਿਹੜੇ ਮੈਂ ਟੂਟੂ ਨੇ ਉੱਥੇ ਗਲਤ ਕੀ ਬੋਲੇ ਨੇ। ਯਾਰ ਮੈਂ ਅਗਰ ਉਹਦੀ ਜਿਹੜਾ ਐਮ ਦੀ ਉੱਥੇ ਸੁਣਨ ਡਿਆ ਬਲਕਿ ਤਾਂ ਸੁਣੀ ਕੋਈ ਡਿਆ ਹੋਵੇ ਤਾਂ ਕੀ ਗੱਲ ਕਰਨੀ। ਤੂੰ ਮੈਨੂੰ ਮੇਰੀ ਨੂੰ ਗੱਲ ਕਰਨੀ ਕਾਹਦਾ ਹਾਫਜ਼ ਹੈ? ਐਸੀ ਕੀ ਕੁਰਾਨ ਜੀ ਤੂੰ ਕਿ ਮਾਵਾਂ ਨੂੰ ਗਾਲਾਂ ਕੱਢੀਆਂ ਨੇ? ਵੇਖੀ ਨਹੀਂ ਉੱਥੇ ਕੀ ਫਜ਼ੀਲਤ ਇਹਨਾਂ ਮਾਵਾਂ ਦੀ, ਵੇਖੀ ਨਹੀਂ ਕੀ ਹਸੀਅਤ ਉੱਥੇ ਦੇ ਨਾ ਇਹਨਾਂ ਓਏ ਹੋਏ ਹਾਏ 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 ਚੀਕਾਂ ਚੈੱਕ ਕਰ ਰਹੇ ਹੋ? ਨਹੀਂ ਮੈਂ ਤਾਂ ਓਵਰਆਲ ਗੱਲ ਕਰ ਰਿਹਾ ਨਾ ਕਿ ਉਹ ਮਾਵਾਂ ਦੀ ਕੀ ਹਸੀਅਤ ਤੂੰ ਭੁੱਲ ਗਿਆ। ਔਰ ਰਸੂਲ ਅੱਲਾਹ ਦੀ ਕੀ ਹਸੀਅਤ ਹੈ ਤੁਹਾਡੇ ਨਜ਼ਦੀਕ? ਸੁਣਨ ਤੇ ਗਿਆ ਸਾਂ ਹੋਰ ਤਾਂ ਨਹੀਂ ਸਨ ਸੂਰ ਸਵੇਰ ਕੇ ਸੁਣਨ ਡਿਆ ਮੈਂ ਤੇਰੀ ਬਰਾਡਾ ਥੱਲੇ ਮੈਂ ਕੱਢਣੀ ਦੇ ਕੱਢੋ ਆਏ ਹੋਰ ਕੱਢ ਲਓ। ਆਹਾ ਉਹ ਲੇਕਿਨ ਮਾਂ ਨੂੰ ਜੇ ਬਖਸ਼ੜੋ ਆਏ ਹਾਏ ਹਾਏ ਚੀਕਾਂ ਉਹਨਾਂ ਕੀ ਵਿਗਾੜਿਆ ਤੁਹਾਡਾ? ਬਹੁਤ ਦੁੱਖ ਹੈ ਵਿਚਾਰਿਆਂ ਨੂੰ, ਬਹੁਤ ਦੁੱਖ ਹੈ ਯਾਰ। ਗਰਦਨ ਕੱਟ ਲੈ, ਆਪਣੀ ਨਸ ਵੱਢ ਲੈ। ਇੰਨਾ ਤੈਨੂੰ ਅਫਸੋਸ ਹੈ, ਨਸ ਵੱਢ ਜਾ ਕੇ। ਇੰਤਹਾ ਦਰਜੇ ਦੀ ਇਸ ਬੰਦੇ ਨੂੰ ਹੋ ਰਹੀ ਹੈ। ਸਿਰਫ ਕੀ ਹੈ ਕਿ ਭਾਈ ਉਹਨੇ ਦੁਸ਼ਮਣੀ ਦੇ ਵਿੱਚ ਉਹ ਕਰੋ ਯਾਰ, ਸਪੋਰਟਾਂ ਵੀ ਕਰੋ ਮੈਨੂੰ ਸਿਰਫ ਅਸੀਂ ਹਰ ਉਸ ਬੰਦੇ ਦੀ ਮਾਂ ਤੇ ਔਰ ਉਹਦੇ ਖਾਨਦਾਨ ਤੇ ਤੁਹਾਡੇ ਬਕੌਲ ਲਾਨਤ ਪਾਉਂਦੇ ਆ। ਕੋਈ ਸਪੋਰਟ ਕਿਸੇ ਦੀ ਨਹੀਂ ਹੈ। ਗਲਤ ਅਲਫਾਜ਼ ਬੋਲੇ ਨੇ ਉਹ ਗੁਸਤਾਖੀ ਦੇ ਜ਼ਮਰੇ ਤੇ ਹੁੰਦੇ ਨੇ, ਉਹਦੇ ਤੇ ਉਹਨੂੰ ਅੱਲਾਹ ਤਾਲਾ ਕੋ ਤੋਬਾ ਕਰਨੀ ਚਾਹੀਦੀ ਹੈ। ਉਹਨੂੰ ਅੱਲਾਹ ਭਾਈ ਆਏ ਨੇ ਪੈਸੋ ਸਾਹਿਬ ਜੀ, ਪੈਸੋ ਸਾਹਿਬ ਇਹਨਾਂ ਨੂੰ ਪੁੱਛ ਲਓ, ਕੋਈ ਵੀ ਗੈਰਮ ਦੀ ਬੰਦਾ ਨਾ ਉੱਤੇ ਚੁੱਕੀ। ਮੈਂ ਵੀ ਪੈਸੋ ਸਾਹਿਬ ਇਹ ਗਾਲ ਕਰ ਲੈ ਥੱਲੇ, ਮੈਨੂੰ ਮਾਂ ਭੈਣ ਨੂੰ ਗਾਲ ਬੈਠੇ ਤੇ ਉੱਤੇ ਗਾਲ ਕੱਢਣ ਨਾ, ਉੱਤੇ ਕਿਉਂ ਚੁੱਪ ਕਰਕੇ ਬੈਠੇ ਨੇ, ਥੱਲੇ ਗਾਲਾਂ ਕੱਢਣ ਜੋਗੇ। ਭਾਈ ਮਾਇਕ ਖੁੱਲਿਆ, ਕੌਣ ਗਾਲ ਕੱਢਣ ਲਿਆ? ਹੈਲੋ ਗਾਲੀਬਾਤ ਭਾਈ, ਜੇ ਤੁਸੀਂ ਗੈਰ ਅਹਿਮਦੀ ਹੋ ਤੇ ਤੁਹਾਡੇ ਹੱਥ ਤੋਹਫਾ ਕਬੂਲ ਕਰੋ। ਸੀਸੀਡੀ ਸਾਹਿਬ ਮੈਂ 5 ਮਿੰਟ ਤੱਕ ਵਾਪਸ ਆ ਰਿਹਾ। ਵੀ ਮੇਰੇ ਭਾਈ ਜੇ ਗੈਰ ਅਹਿਮਦੀ ਹੋ ਤੇ ਆ ਵੇਖੋ ਤੁਹਾਡੇ ਵਾਸਤੇ ਤੋਹਫਾ ਮੋਤਾ ਕੀ ਸ਼ਰੀ हैसियत है। अब्दुल वाहिद ए साहब सामने को अपना तारुफ कराओगे? अब्दुल साहब अगर तारुफ नहीं कराना तो बेशक तले मैं कहने हैं सुभान अल्लाह भाई, ओ सुभान अल्लाह भाई तुसी भाईओ अपने ठीक है सुभान अल्लाह भाई उन्हां नु करो गैर सुभान अल्लाह भाई साहब यार जनाब बोलने लगना को फिर बन बोलने लग पैंदा 1 1 2 घुंगरू टूट गए जे कोई बात नहीं यार बोलूंगा का भाई मौका दियो यार सिर्फ एक बंदे का कंफर्म कर ला तो अब्दुल वहाब साहब जेड़े ने भाई जो ना करवाना वा अकाब भाई जिम्मेदार ने ਵੱਡੇ ਭਾਈ ਨੇ ਸਾਡੇ ਅਕਾਬ ਭਾਈ ਇਹ ਸੂਰਤ ਹਾਲ ਤੁਹਾਡੇ ਸਾਹਮਣੇ ਹੀ ਹੈ ਤੇ ਮਕਸਦ ਸਾਡਾ ਸਾਰਿਆਂ ਦਾ ਜਿਹੜਾ ਟਿਕਟੌਕ ਤੇ ਆਉਂਦਾ ਹੈ ਜਾਂ ਸੋਸ਼ਲ ਮੀਡੀਆ ਤੇ ਬਹਿੰਦਾ ਹੈ ਔਰ ਆਪਣੀ ਪਹਿਚਾਨ ਸ਼ੋ ਕਰਕੇ ਐਜ਼ ਐਨ ਦੀ ਸ਼ੋ ਕਰਕੇ ਜਦੋਂ ਅਸੀਂ ਬੈਠਦੇ ਆ ਨਾ ਤੇ ਸਾਡੀਆਂ ਬੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਾ ਸਾਡੇ ਕੰਨਿਆਂ ਤੇ ਪੈ ਜਾਂਦੀਆਂ। ਬੜੀ ਅੱਛੀ ਗੱਲ ਮਕਸਦ ਤੇ ਅਸੀਂ ਮੰਨੋ ਬਾਲੋ ਸਾਹਿਬ ਸਾਰੀ ਗੱਲ ਦਾ ਜਿਹੜੀ ਤੁਸੀਂ ਅੱਗੇ ਵੀ ਕਰਨੀ ਹੈ ਨਾ ਉਹ ਵੀ ਮੈਂ ਹੀ ਬਿਆਨ ਕਰ ਦੇਣਾ ਵਾ। ਦਰਅਸਲ ਦੇ ਵਿੱਚ ਦੁੱਖ ਬੇਬਾ ਹੈ, ਇੰਨਾ ਕੁ ਦੁੱਖ ਹੈ, ਇੰਨੀ ਕੁ ਤਕਲੀਫ ਹੈ ਇਸ ਚੀਜ਼ ਦੀ ਕਿ ਜਦੋਂ ਆਪਣੇ ਭਾਈਆਂ ਦੇ ਮੂੰਹੋਂ ਇਹ ਗਾਲੀਆਂ ਨਿਕਲਦੀਆਂ ਨੇ ਤੇ ਯਕੀਨ ਕਰੋ ਕਿ ਸੀਨਾ ਜਿਹੜਾ ਨਾ ਉਹ ਛਲਨੀ ਹੋ ਜਾਂਦਾ। ਅਗਲੇ ਦਿਨ ਵੀ ਮੈਂ ਪਤਾ ਨਾ ਕਰ ਗਿਆ ਮੈਂ ਇਹ ਲੈਕਚਰ ਦਿੱਤਾ ਤੇ ਇਸ ਕੰਮ ਨੂੰ ਖਤਮ ਕੀਤਾ। ਇੱਕ ਕੰਮ ਖਤਮ ਹੁੰਦਾ ਹੈ ਤੇ ਦੂਸਰਾ ਭਲਵਾਨ ਜਿਹੜਾ ਉਹ ਸਾਡੇ ਵਾਸਤੇ ਬਦਮਾਸ਼ ਉੱਠ ਪੈਂਦਾ ਹੈ
ਮੈਂ ਆਲਮ ਆਇਆ ਵਾਂ ਜੀ, ਮੈਂ ਹਾਫਜ਼ ਬਣ ਗਿਆ ਵਾਂ। ਕਿੰਨਿਆਂ ਸਾਲਾਂ 'ਚ ਬਣਿਆ ਜੀ? ਮੈਂ ਜੀ 4 ਸਾਲਾਂ 'ਚ ਹਾਫਜ਼ ਬਣਿਆ ਵਾਂ। ਹੁਣ ਤੈਨੂੰ ਐਦਾਂ ਆ ਗਈਆਂ ਨੇ, ਹੁਣ ਤੂੰ ਜਿੰਨੂੰ ਮਰਜ਼ੀ ਗਾਲਾਂ ਕੱਢੀ ਜਾ, ਤੇਰਾ ਨਾਂ ਹਾਫਜ਼ ਹੋ ਗਿਆ। ਠੀਕ ਹੈ, ਇੰਜ ਨਹੀਂ ਕੰਮ ਚੱਲਣਾ। ਫੌਰੀ ਤੌਰ ਦੇ ਉੱਤੇ ਜਿੰਨੀ ਸਪੀਡ ਦੇ ਵਿੱਚ ਹੋ ਸਕਦਾ ਇੱਕ ਬੰਦਾ ਜਿਹੜਾ ਉਹ ਪੋਸਟ ਤਿਆਰ करे कि जो बंदा सोशल मीडिया के ऊपर गालियां निकालता है वो हमारी जमात में से नहीं। ठीक है, मोटा सारा जनाब अली लिखो, पहला ना ही ਇਹਦਾ ਹੋਣਾ ਕਾਬ ਦਾ। और हर बंदा ਜਿਹੜਾ ਬੰਦਾ ਬਰਾੜ ਖੋਲਦਾ है वो बंदा अपनी ਸੁਣਨਾ ਵਾ ਖੁਤਬਾ ਤੇ ਕਾਬ ਕੇ ਯਾਰ ਸਾਹਿਬ ਨੂੰ ਸੀਰੀਅਸ ਨਹੀਂ ਲੈਣਾ। ਇਹੋ ਹੀ ਪੋਸਟ ਲਾਏ ਕਿ ਜੋ ਬੰਦਾ ਨਹੀਂ ਉਹ ਥੋੜਾ ਪਾਗਲ ਲੱਗ ਜਾ ਰਿਹਾ ਨਾ, ਉਹਨੂੰ ਛੱਡ ਦੋ ਇਸ ਗੱਲ ਨੂੰ। ਇਹ ਮੈਸੇਜ ਜਿਹੜਾ ਹੈ रमजान का महीना चलाओ। ठीक है, अस्सलाम वालेकुम व रहमतुल्लाहि व बरकातुहू। वालेकुम सलाम। वालेकुम सलाम रहमतुल्लाहि व बरकातुहू। राणा साहब की हाल है? शुक्र है अल्लाह दी जात दा, सब खैर वधिया यार। अहमद जट साहब आए ने? हाँ जी। तो जट साहब की हाल है? शुक्र अल्हम्दुलिल्लाह। राणा साहब तुसीं सुनाओ। शुक्र है अल्लाह दी जात दा, सब खैर वधिया। सीडी भाई की हाल जे? ठीक जे? खैर खैरियत अल्हम्दुलिल्लाह। मैं बिजी हूं इस टाइम ना, मैं ड्यूटी पे हूं। ठीक हो गया, ठीक हो गया। और जानी भाई सब खैर? हाफिज साहब की हाल है? शुक्र अल्लाह दा, ठीक ठाक अलहमदुलिल्लाह। राजपूत साहेब केड़ी जवान दिती जे? कोई नहीं देती, बस जवान निकल गई। यार कोई मसला नहीं, कोई मसला। ਅੱਜ ਮੈਂ ਉਹ ਆਡੀਓ ਕੱਢਦਾ ਵਾਂ ਜਿਹਦੇ ਚ ਇਹਨੇ ਆ ਕੇ ਕਿਹਾ ਸੀ ਨਾ, ਇਸ ਆਡੀਓ ਚ ਉਹਨੇ ਫਸ ਜਾਣਾ ਵਾ। ਮੈਂ ਅੱਗੇ ਕੱਢਣਾ ਨਹੀਂ ਸੀ ਚਾਹੁੰਦਾ, ਲੇਕਿਨ ਮੈਨੂੰ ਅੱਜ ਮਜਬੂਰਨ ਕੱਢਣੀ ਪੈਣੀ ਹੈ। ਮੈਂ ਹਰ ਮੋਡਰੇਟਰ ਦਾ ਆਪਸ਼ਨ ਵੀ ਖਤਮ ਕੀਤਾ ਸੀ ਕਿ ਉਹਦੇ ਕੋਲ ਰਿਕਾਰਡਿੰਗ ਨਾ ਜਾਏ ਕਿਸੇ ਕਿਸਮ ਦੀ, ਲੇਕਿਨ ਅੱਜ ਮੈਨੂੰ ਉਹ ਕੱਢਣੀ ਪੈਣੀ ਹੈ ਜਿਹੜੀ ਇਹਨੇ ਕੱਲ ਆ ਕੇ ਸਾਰਾ ਕੁਝ ਕੀਤਾ ਸੀ ਨਾ। ਤੇ ਹੁਣ ਉੱਥੇ ਦੁੱਖ ਦਾ ਇਜ਼ਹਾਰ ਕਰ ਰਿਹਾ। ਮੈਂ ਤਾਂ ਕਹਿੰਦਾ ਮੈਂ ਇੱਥੇ ਅਫਸੋਸ ਨਾ ਕਰਾਂਗਾ ਜਾ ਕੇ। ਨਹੀਂ ਤੁਹਾਡਾ ਸਾਰਿਆਂ ਨੂੰ ਅਫਸੋਸ ਕਰਨਾ ਜਾਂਦਾ ਹੈ। अच्छा मेरी गल सुनो, मैं तेन एक गल करनी है। अच्छा इल्तिजा करनी है, एक कोई छोटा गलती हुई है मेरे को? मिस्टर एक्स भाई की हाल जे? ठीक जे? ठीक है मैडम, मेरे को गलती तो नहीं कोई हुई? नहीं नहीं मेरी जान प्यारे हो, ये किस तरह हो सकता है यार? तुम वीर हो, सारे भरा हो अपने। सीडी भाई एक इल्तिजा करन लगा है, करा या ना करा? बोलो बोलो, मैं सुन रहा। मैं ड्यूटी ਤੇ ਮਿਊਟ ਇੱਕ ਭਾਈ ਹੋਣ ਦੇ ਨਾਤੇ ਜਿਹੜਾ ਨਾ ਖੁਦਾਰਾ ਤੁਸੀਂ ਆਪਣਾ ਜਿਹੜਾ ਨਾ ਆਪਣਾ ਕੰਮ ਕਰੋ, ਇੱਥੇ ਬਹਿ ਕੇ ਜਿਹੜਾ ਤੁਸੀਂ ਆਪਣਾ ਸਿਸਟਮ ਚਲਾ ਰਹੇ ਸੀ ਨਾ, ਅੱਛਾ ਉਹਨੂੰ ਜਾਰੀ ਰੱਖੋ। ਬਾਕੀ ਅੰਨੇ ਬਨੇ ਦੀਆਂ ਗੱਲਾਂ ਨੂੰ ਛੱਡ ਦੋ ਜੋ ਹੋਣ ਦਿਆ। ਰਾਜਪੂਤ ਸਾਹਿਬ ਤੁਹਾਨੂੰ ਵੀ ਪਤਾ ਵਾ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਆ, ਨਾ ਹੀ ਮੈਂ ਇਹਨਾਂ ਪੰਗੀਆਂ ਚ ਪੈਂਦਾ। ਜ਼ਰੂਰਤ ਨਹੀਂ ਹੈ ਯਾਰ, ਲੇਕਿਨ ਇਹਨਾਂ ਨੇ ਖੁਦ ਕੇ ਫੇਰ ਕੇ ਲਿਆਂਦਾ ਇਧਰਲੀ ਸਾਈਡ ਤੇ ਨਾ ਯਾਰ। ਇਹਨਾਂ ਨੂੰ ਮੀਰ ਸਲੀਮ ਨੇ ਗੰਦਿਆਂ ਕੀਤਾ ਸੀ, ਇਸ ਬੰਦੇ ਨੂੰ ਮੀਰ ਸਲੀਮ ਨੇ, ਤੇ ਉਸ ਵਜ੍ਹਾ ਨਾਲ ਇਹ ਕੋਈ ਨਾ ਕੋਈ ਲੱਭਣ ਡਏ ਸੀ। ਹੁਣ ਮਾਮਲਾ ਜੇ ਹੋਇਆ ਬਹਿਰੀਨ ਦਾ ਤੇ ਉਹਦਾ ਕੀ ਨਾਮ ਆ, ਨਾਸਰ ਭੱਟ ਸਾਹਿਬ ਦਾ, ਉਸ ਮਾਮਲੇ ਦੇ ਇਹਨਾਂ ਦਾ ਕੀ ਤਲਕ ਆ? ਇਹ ਚੌਧਰੀ ਬਣ ਕੇ ਬਹਿ ਕੇ ਬਰੋਡ ਲਾ ਕੇ ਤੇ ਉਹ ਗਾਲਾਂ ਤੇ ਇਹ ਉਹ ਮੈਨੂੰ ਵਿੱਚ ਫੋਨ ਤੇ ਗਾਲਾਂ ਕੱਢੀਆਂ ਢੇਰ ਸਾਰੀਆਂ। ਮੈਂ ਫਿਰ ਵੀ ਖਮੋਸ਼ ਰਿਹਾ। ਮੈਂ ਕਿਹਾ ਚਲੋ ਯਾਰ ਤਾਂ 2 ਦਿਨ ਨਹੀਂ ਮੈਂ ਕੋਈ ਨਾ ਲਿਆ। ਪਿੱਛੋਂ ਦੂਜੀ ਬਰਾੜ ਨੂੰ ਤੇ ਮਿਊਟ ਲਾ ਲਓ, ਉਹ ਵੀ ਚੱਲਣ ਦੀ ਆਵਾਜ਼ ਸਮਝ ਨਹੀਂ ਆ ਰਹੀ। ਇਹਨਾਂ ਨੇ ਫਿਰ ਜੀ ਤੇ ਟਾਈਮ ਦਿੱਤੇ ਤੇ ਇੱਥੇ ਇਹ ਤੇ ਉਹ ਮੈਨੂੰ ਤਾਂ अच्छा मैंने इजाजत दो जरा, मैं ना जरा एक जगह पे हो रहा जी, जी। कि मैं कोई गल करनी ਤੁਸੀਂ ਹਾਜ਼ਰੀ ਤੁਸੀਂ ਕਰਾਓ, ਜਾਰੀ ਠੀਕ ਹੈ। ਸਹੀ ਹੈ ਮਿਸਟਰ ਐਕਸ ਭਾਈ, ਸਹੀ ਹੈ। ਅੱਲਾਹ ਤਾਲਾ ਖੁਸ਼ ਬਾਤ ਰੱਖੇ। ਦੇਖੋ ਰਮਜ਼ਾਨ ਦਾ ਮਹੀਨਾ ਹੈ, ਰਹਿਮਤਾਂ ਦਾ ਮਹੀਨਾ ਹੈ, ਠੀਕ ਹੈ। ਤੇ ਗੱਲ ਇਹ ਹੈ ਕਿ ਜਿਹੜਾ ਨਾ ਸਬਰ ਨਾਲ ਕੰਮ ਲਓ, ਮਾਹੌਲ ਨੂੰ ਠੰਡਾ ਕਰੋ, ਮਾਹੌਲ ਨੂੰ ਜਿਹੜਾ ਨਾ ਮਿੱਠਾ ਬਣਾਓ, ਆਪਣਾ ਜਿਹੜਾ ਨਾ ਇੱਕ ਤਰਤੀਬ ਦੇ ਨਾਲ ਲੈ ਕੇ ਚੱਲੋ ਯਾਰ। ਅਸੀਂ ਦੁਨੀਆ ਨੂੰ ਫਤਹ ਕਰਨਾ, ਠੀਕ ਹੈ। ਖੁਦਾਰਾ ਯਾਰ ਮਤਲਬ ਕਿ ਜਿਹੜੇ ਜਵਾਨ ਹੋ ਗਏ ਆ ਅਸੀਂ ਤੇ ਬਾਸ਼ਊਰ ਬਣੋ। ਮੇਰੀ ਨਿੱਕੀ ਜੀ ਉਮਰ ਹੈ, ਤੁਹਾਡੇ ਚੋਂ ਮੈਂ ਸਾਰਿਆਂ ਦੇ ਵਿੱਚੋਂ ਮੇਰੀ ਛੋਟੀ ਉਮਰ ਹੈ, 33 ਸਾਲ ਉਮਰ ਹੈ ਮੇਰੀ। अच्छा जी, ਗੱਲਾਂ ਵੀ ਕਰੀਏ ਸਾਰਾ ਕੁਝ। ਖੁਦਾ ਦਾ ਖੌਫ ਕਰੋ। 33 ਸਾਲ ਉਮਰ ਹੈ। ਮੈਂ ਸੱਚੀ ਗੱਲ ਕਰਨ ਦਿਆਂ, ਮੇਰੀ 32-33 ਸਾਲ ਉਮਰ ਹੈ ਤੇ ਹਲੇ ਯਕੀਨ ਮੰਨੋ ਕਿ ਕਬੱਡੀ ਖੇਲਣ ਵਾਲੇ ਦਿਨ ਮੇਰੇ, ਸਮਝਿਓ।
ਬਾਈ ਲੇਕਿਨ ਇਹ ਹੈ ਕਿ ਖੁਦਾ ਦੀ ਕਸਮ ਆ ਕਿ ਲਾ ਇਲਾਹਾ ਇल्लल्लाह ਇਹ ਰਾਤਾਂ ਕੱਢ ਕੇ 33 ਸਾਲ ਦੱਸੀ ਆ, ਆਹੋ ਰਾਤਾਂ ਕੱਢ ਕੇ 33 ਸਾਲ ਦੱਸੀ ਆ। ਅੱਛਾ ਆਈਡੀਆ ਦੇ ਰਾਤਾਂ ਕੱਢ ਕੇ ਜਾਂ ਦਿਨ ਕੱਢ ਕੇ ਮਾਰੋ ਜਿਸ ਤਰ੍ਹਾਂ ਮਰਜ਼ੀ ਯਾਰ। ਰਾਣਾ ਭਾਈ ਅਸੀਂ ਬਸ ਦੂਸਰੀ ਬਰਾੜ ਦੀ ਬੈਕ ਨਾ ਕਮੈਂਟਰੀ ਸੁਣ ਰਹੇ ਆ। ਇਹ ਤਲਕੀਨ ਵੈਸੇ ਤੋਂ ਦੂਸਰੀ ਜਿੱਥੇ ਲੱਗੇ ਆ ਨਾ ਖੁਤਬਾ ਲਾਈਵ ਉਹ ਮੈਂ ਨਹੀਂ ਜਾਣਾ ਚਾਹੀਦਾ ਹੈ। ਨਹੀਂ ਮੈਨੂੰ ਨੇ ਮੈਂ ਉੱਥੇ ਗੱਲ ਕਰਨੀ ਹੈ ਜਿੱਥੇ ਮੇਰੀ ਗੱਲ ਮੰਨੀ ਜਾਂਦੀ ਹੈ, ਜਾਂ ਮੈਂ ਆਪਣੇ ਭਰਾਵਾਂ ਨੂੰ ਸਮਝਦਾ। ਸਮਝ ਰਹੇ ਹੋ? ਵਾਲੇਕੁਮ ਰਹਿਮਤੁल्लाह व बरकातहू। ਗੱਲ ਸੁਣ, ਗੱਲ ਇਹ ਜਾਨੀ ਭਾਈ ਕਿ ਕੀ ਨਾ ਹੈ, ਗੱਲ ਇਹ ਆ ਕਿ ਮੂੰਹ ਮਾਰੀ ਬੜੇ ਬੜੇ ਬੰਦਿਆਂ ਦੀ ਹੋ ਜਾਂਦੀ ਹੈ। ਆ ਮੇਰੀ ਅਲੀ ਅਕਬਰ ਦੀ ਹੋਈ ਹੈ। ਵਾਲੇਕੁਮ ਸਲਾਮ व बरकातहू। ਹੁਣ ਮੈਂ ਇੱਕ ਮਿਸਾਲ ਦੇਣ ਲੱਗਾ ਤੁਹਾਨੂੰ, ਠੀਕ ਹੈ? ਮੈਂ ਪਰਮਨ ਬਣਾਉਣਾ ਮੈਂ ਟਿਕਟੌਕ ਦੇ ਤੇ ਅੱਛਾ ਭੱਟੀ ਸਾਹਿਬ ਇੱਕ ਮਿੰਟ ਖਲੋ ਜੇ, ਅਜੇ ਮੈਨੂੰ ਗੱਲ ਕਰ ਲੈਣ ਦਿੰਦੇ ਆ, ਫਿਰ ਤੁਸੀਂ ਕਰ ਲੈ। ਡਿਪਟੀ ਸਾਹਿਬ, ਠੀਕ ਹੈ ਡਿਪਟੀ ਸਾਹਿਬ ਇੱਕ ਮਿੰਟ। ਮਤਲਬ ਕਹਿਣ ਦਾ ਇਹ ਕਿ ਮੇਰੀ ਅਲੀ ਅਕਬਰ ਦੇ ਨਾਲ ਬੜੀ ਮਤਲਬ ਕਿ ਜ਼ਬਰਦਸਤ ਜਿਹਨੂੰ ਕਹੀਦਾ ਨਾ ਮੂੰਹ ਮਾਰੀ ਹੋਈ ਸੀ। ਠੀਕ ਹੈ, ਮੈਂ ਜ਼ਿੰਦਾ ਤੁਹਾਨੂੰ ਗੱਲ ਦੱਸਣ ਲੱਗਾ ਇੱਥੇ। ਠੀਕ ਹੈ, ਤੇ ਲੇਕਿਨ ਇਹ ਆ ਕਿ ਮੇਰੇ ਵਾਸਤੇ ਸਾਰੇ ਅਹਿਮਦੀ ਭਾਈ ਨੇ। ਠੀਕ ਹੈ, ਮੈਂ ਇਹ ਸਮਝਣਾ ਕਿ ਨਾ ਇੱਥੇ ਬਰਾਡਾਂ ਦੇ ਉੱਤੇ ਬਹਿ ਕੇ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਯਾਰ ਇਖਤਲਾਫ ਹੀ ਨਹੀਂ ਹੋਣਾ ਚਾਹੀਦਾ। ਪਤਾ ਨਹੀਂ ਯਾਰ, ਤਾਂ ਮਤਲਬ ਕਿ ਖੂਨ ਦੇ ਵਿੱਚ ਠੀਕ ਹੈ ਗੁੱਸਾ ਆ ਜਾਂਦਾ ਬੰਦੇ। ਰਾਣਾ ਭਾਈ ਤੁਹਾਨੂੰ ਨਾ ਇਹ ਗੱਲ ਦੱਸ ਦਿਆਂ, ਇਹ ਹੁਣ ਅੱਜ ਕੱਲ ਜਿਹੜੀ 2-3 ਦਿਨ ਤੋਂ ਐਪੀਸੋਡ ਚੱਲ ਰਹੀ ਹੈ ਨਾ, ਇਹ ਥੋੜੀ ਜੀ ਜ਼ਿਆਦਾ ਹੀ ਘਟੀਆ ਹੋ ਗਈ ਹੈ ਕਿ ਮਜ਼ਹਬ ਕਾਰਡ ਯੂਜ਼ ਕੀਤਾ ਜਾ ਰਿਹਾ ਯਾਰ। ਜਿਹੜਾ ਕੰਮ ਪਾਕਿਸਤਾਨ ਗਲਤ ਹੈ ਲੋਕਾਂ ਦੇ ਉੱਤੇ ਜਾ ਕੇ ਜੀ ਇਹਨੇ ਇਹ ਕਰ ਦਿੱਤਾ, ਸ਼ਾਤਮੀਅਤ ਕਰਦੀ, 295 ਸੀ ਯਾਰ। ਰਾਣਾ ਸਾਹਿਬ ਤੁਸੀਂ ਐਕਸਪੈਕਟ ਕਰ ਸਕਦੇ ਹੋ ਐਮਦੀਆਂ ਦੀ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਕੇ? ਨਹੀਂ ਹੋਣਾ ਚਾਹੀਦਾ ਹੈ, ਗਲਤ ਹੈ। ਬਹਰਾਲ ਭਾਈ ਜੀ ਗੱਲ ਇਹ ਆ ਕਿ ਬਹੁਤ ਦੂਰ ਚਲੀ ਗਈ ਯਾਰ ਗੱਲ। ਅਸੀਂ ਦੁਨੀਆ ਦੇ ਹਾਲਾਤ ਚੇਂਜ ਕਰਨ ਆਏ ਆ ਜਨਾਬ ਜੀ। ਠੀਕ ਹੈ, ਅੱਲਾ ਨੇ ਸਾਨੂੰ ਮਤਲਬ ਕਿ ਪੈਦਾ ਕੀਤਾ ਹੈ ਦੁਨੀਆ ਦੇ ਹਾਲਾਤ ਚੇਂਜ ਕਰਨ ਨੂੰ। ਠੀਕ ਹੈ, ਤੇ ਜਨਾਬ ਜੀ ਕਿ ਨਾ ਇਹ ਮਤਲਬ ਕਿ ਅਸੀਂ ਆਪਸ 'ਚ ਹੀ ਮੈਦਾਨ ਖੋਲ ਲਏ ਨੇ। ਅਫਸੋਸ ਹੈ ਯਾਰ। ਬਹਰਾਲ ਕੋਈ ਨਹੀਂ, ਗਾਹੇ ਬਗਾਹੇ ਰਿਪੋਰਟ ਸਾਰੀ ਜਾ ਰਹੀ ਹੈ ਭਾਜੀ ਹੱਜ ਸਾਹਿਬ ਨੂੰ। ਇਹ ਸੱਚੀ ਗੱਲ ਦੱਸ ਰਿਹਾ ਤੈਨੂੰ, ਝੂਠ ਨਹੀਂ ਹੈ। ਜੇ ਮੈਂ ਇੱਕ ਵੀ ਝੂਠ ਬੋਲਾਂ ਨਾ, ਤੁਸੀਂ ਮੈਨੂੰ ਜਿੱਥੇ ਮਰਜ਼ੀ ਖਿਲਾਰ ਕੇ ਤੇ ਫਾਂਸੀ ਲਾ ਸਕਦੇ। ਤੁਹਾਡੀਆਂ ਬਰਾਡਾਂ ਜਿਹੜੀਆਂ ਨੇ ਉਹ ਲੋਕਲ ਮੁਰੱਬੀ ਦੇਖ ਰਹੇ ਨੇ। ਲੋਕਲ ਮੁਰੱਬੀ ਉੱਥੇ ਲੋਕਲ ਮੁਰੱਬੀ ਜਿਹੜੇ ਨੇ ਜਮਾਤਾਂ ਦੇ, ਜਿਸ ਤਰ੍ਹਾਂ ਜਰਮਨੀ ਦੇ ਨੇ, ਜਿਸ ਤਰ੍ਹਾਂ ਜਨਾਬ ਜੀ ਇਸ ਤਰ੍ਹਾਂ ਮਤਲਬ ਕਿ ਇਹ ਸੂਰਤ ਹਾਲ। ਠੀਕ ਹੈ, ਉਹ ਦੇਖ ਰਹੇ ਨੇ, ਪੂਰੀ ਆਵਾਜ਼ ਹੋ ਰਹੀ ਹੈ ਜਨਾਬ ਜੀ ਕਿ ਕੌਣ ਕੀ ਮਤਲਬ ਕਿ ਅਹਿਮਦੀ ਕਿਹੜਾ ਅਹਿਮਦੀ ਕੀ। सोमालिया में रहता हूँ मैं राणा भाई, सोमालिया में रहता हूँ। सोमालिया में ਪਤਾ ਨਹੀਂ ਯਾਰ ਸੋਮਾਲੀਆ ਜਾਂ ਕਿੱਥੇ ਆ। ਬਹਰਾਲ ਇਹ ਆ ਕਿ ਇਹ ਸਾਨੂੰ ਅਮਾਨਤ ਖੁਦਾ ਤਾਲਾ ਵੱਲੋਂ ਅਮਾਨਤ ਥਮਾਈ ਗਈ ਹੈ। ਠੀਕ ਹੈ, ਅਸੀਂ ਅਮਾਨਤ ਦੇ ਵਿੱਚ ਖਿਆਨਤ ਕਰ ਰਹੇ ਹਾਂ ਭਾਜੀ, ਸਾਫ਼ ਸਿੱਧੀ ਜੀ ਗੱਲ ਹੈ। ਅੱਗੋਂ ਆਪਣੇ ਭਾਈ ਜੀ ਮੈਂ ਆਪਣੇ ਜ਼ਿਹਨ ਨੂੰ ਟਟੋਲਦਾ। ਠੀਕ ਹੈ, ਆਪਣੇ ਨਫਸ ਨੂੰ ਟਟੋਲਦਾ ਮੈਂ ਕੀ ਕਰਦਾ ਪਿਆ। ਮੈਂ ਇਹ ਨਹੀਂ ਕਹਿੰਦਾ ਕਿ ਵੀ ਠੀਕ ਹੈ ਇਨਸਾਨ 'ਚ ਕਮਜ਼ੋਰੀਆਂ ਖਾਮੀਆਂ, ਠੀਕ ਹੈ, ਕੁਰਾਨੇ ਪਾਕ 'ਚ ਲਿਖਿਆ। ਠੀਕ ਹੈ, ਤੇ ਬਹਰਾਲ ਇਹ ਕਿ ਸਾਨੂੰ ਥੋੜਾ ਜਿਹਾ ਆਪਣੇ ਤੇ ਬਜ਼ਾਤੇ ਖੁਦ ਮੰਨੋ ਵੀ ਜਿਹੜਾ ਹੈ ਹਰ ਭਾਈ ਨੂੰ ਖਿਆਲ ਕਰਨਾ ਚਾਹੀਦਾ। ਬਸ ਇਹ ਚੀਜ਼ਾਂ ਨਹੀਂ ਯਾਰ, ਬਾਕੀ ਕਿਸੇ ਭਾਈ ਤੋਂ ਕੋਈ ਗਿਲਾ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਪਿਆਰ ਮੁਹੱਬਤ ਨਾਲ ਜੋੜ ਕੇ ਚੱਲੋ। वाकई 33 इयर्स के यार, आप छोटी सारी उम्र में बहुत माशाल्लाह अक्लमंद है, बड़ी अच्छी बातें करते हैं आप यार। ਇਹਦੇ 'ਚ ਕੋਈ ਬਹਾਦਰੀ ਨਹੀਂ ਹੈ। ਠੀਕ ਹੈ, ਇਹ ਤੇ ਦਿੱਤਾ ਖੁਦਾ ਦਾ ਹੈ। ਠੀਕ ਹੈ, ਆਪਣਾ ਕੁਛ ਨਹੀਂ ਇਨਸਾਨ ਦਾ। ਠੀਕ ਆ, ਏਜ ਤੇ ਸੀ ਤੁਸੀਂ ਮੈਂ ਦੱਸਦਾ ਵਾਂ, ਮੈਂ ਇੱਕ ਮਿੰਟ ਗੱਲ ਸੁਣੋ ਨਾ। ਗੱਲ ਇਹ ਕਿ ਆਪਣੇ ਜਨੂਨ ਦੇ ਵਿੱਚ ਨਾ ਇਹ ਰਾਣਾ ਸਾਹਿਬ ਟਿਕਟੌਕ ਦੀ ਉਮਰ ਵਹਾਉਂਦੇ ਨੇ। ਇਨਸਾਨ ਆਪਣੇ ਜਨੂਨ ਦੇ ਵਿੱਚ ਨਾ ਉਹ ਕੱਢ ਕੇ ਗੱਲ ਇਹ ਹੈ ਕਿ ਇਨਸਾਨ ਆਪਣੇ ਜਨੂਨ ਦੇ ਗੱਲ ਇਹ ਹੈ ਕਿ ਇਨਸਾਨ ਆਪਣੇ ਜਨੂਨ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਕਰ ਜਾਂਦਾ, ਲੇਕਿਨ ਐਡੇ ਜੋਗਾ ਹੁੰਦਾ ਨਹੀਂ ਹੈ। ਸਮਝ ਰਹੇ ਹੋ? ਕੁਛ ਵੀ ਨਹੀਂ। ਲੇਕਿਨ ਅੱਜ ਦੀ ਜਿਹੜੀ ਅਨਾਜ ਦੀ ਉਹਦੇ ਵਿੱਚ ਹੀ ਬਰਕਤ ਹੈ। ਆਜਜ਼ੀ ਤੋਂ ਹਟ ਕੇ ਜਾਂ ਮਤਲਬ ਕਿ ਇਨਸਾਨੀਅਤ ਤੋਂ ਹਟ ਕੇ ਕੋਈ ਸੋਚੋਗੇ ਕਰੋਗੇ ਤੇ ਭਾਈ ਜੀ ਉਹਦਾ ਖਮਿਆਜ਼ਾ ਭੁਗਤਣਾ ਪੈਣਾ ਜੀ।
ਸਿਆਣੇ ਹੋ ਨਾ, ਮੈਂ 33 ਸਾਲ ਦੀ ਉਮਰ ਚ ਇਸ ਤੋਂ ਅੱਧਾ ਵੀ ਸਿਆਣਾ ਨਹੀਂ ਸਜਿਆ ਹੈ। ਨਹੀਂ ਮੈਂ ਸਿਆਣਾ ਨਹੀਂ ਆ ਯਾਰ, ਮੈਂ ਦੇਖੋ ਮੈਂ ਖੁਸ਼ ਨਹੀਂ ਅੱਲਾਹ ਤਾਲਾ ਤੁਹਾਨੂੰ, ਮੈਂ ਕਸਮ ਜ਼ਾਤੀ, ਮੈਂ ਕੋਈ ਮਤਲਬ ਕਿ ਇਹਦੇ ਚ ਮੇਰੀ ਕੋਈ ਪੜ੍ਹਾਈ ਨਹੀਂ ਹੈ, ਠੀਕ ਹੈ ਨਾ, ਇਹਦੇ ਚ ਮਤਲਬ ਕਿ ਮੈਂ ਬਹਰਾਲ ਇਹ ਹੈ ਕਿ ਮੇਰੇ ਕੋ ਵੀ ਗਲਤੀਆਂ ਹੁੰਦੀਆਂ ਨੇ, ਮੈਂ ਵੀ ਮਤਲਬ ਕਿ ਇਨਸਾਨ ਆ ਭਾਈ ਜੀ। ਤੇ ਰਾਣਾ ਸਾਹਿਬ ਗੱਲ ਤੇ ਸੁਣੋ ਮੇਰੀ, ਮੇਰਾ ਹੁਣ ਫੋਨ ਆ ਗਿਆ, ਤੁਸੀਂ ਗੱਲ ਸੁਣੀ, ਤੁਸੀਂ ਅੱਗੋਂ ਫੋਨ ਸੁਣਨ ਤੋਂ ਜੀ। ਰਾਣਾ ਬਾਈ ਤੁਸੀਂ ਜਾਰੀ ਰੱਖੋ। ਉਹਨੇ ਜਾਰੀ ਕੀ ਰੱਖਣਾ ਯਾਰ, ਮੈਂ ਤੇ ਵੈਸੇ ਨਾ ਜਿਵੇਂ ਦਾ ਮਾਹੌਲ ਆ ਨਾ, ਮੈਂ ਥੱਲੇ ਬਹਿ ਕੇ ਤੁਹਾਨੂੰ ਮੈਂ ਨਾ ਸੁਣਦਾ ਰਹਿ ਨਵਾਂ ਬਰਾ ਲਿਆ ਕਿ ਤਕਲੀਫ ਬਹੁਤ ਹੈ ਯਾਰ। ਅੱਲਾ ਅੱਛਾ ਅੱਲਾ ਤਾਲਾ ਫਜ਼ਲ ਫਰਮਾਏ। ਹਾਂ ਸਮਝ ਨਹੀਂ ਆਉਂਦੀ ਤਕਲੀਫ ਕਿਸ ਚੀਜ਼ ਦੀ ਲੈਂਦੇ ਹੋ ਤੁਸੀਂ? ਨਹੀਂ ਗੱਲ ਇਹ ਹੈ, ਨਹੀਂ ਦੱਸੋ ਸਹੀ ਨਾ, ਉਹ ਹੱਲ ਕਰ ਦਿੰਦੇ ਆ, ਦਵਾਈ ਦਿੰਦੇ ਆ ਤੁਹਾਨੂੰ, ਤੁਸੀਂ ਦੱਸੋ। ਦਵਾਈ ਦਵਾਈ ਨਹੀਂ ਮੈਨੂੰ ਚਾਹੀਦੀ, ਠੀਕ ਹੈ। ਗੱਲ ਇਹ ਹੈ ਕਿ ਦਵਾਈ ਇਹ ਹੈ ਕਿ ਕਲਮਾ ਪੜੋ। ਸਿਆਣੇ ਕਹਿੰਦੇ ਨੇ ਸ਼ੇਰ ਲੜਦੇ ਹੀ ਚੰਗੇ ਲੱਗਦੇ ਨੇ, ਸ਼ੇਰ ਨਾ ਲੜਨ ਤੇ ਲੋਕੀ ਨਾ ਕਰ ਯਾਰ, ਪੱਟੀ ਨਾ ਕਰ ਯਾਰ, ਨਾ ਕਰ ਯਾਰ, ਦੇਖ ਨਾ ਕਰ। ਇਹ ਬੰਦਾ ਆਪਣੇ ਲਫ਼ਜ਼ਾਂ ਦੇ ਵਿੱਚ ਫਸ ਜਾਂਦਾ ਹੈ, ਬੰਦੇ ਨੂੰ ਪਤਾ ਨਹੀਂ ਲੱਗਦਾ। ਇੱਟਾਂ ਨੇ, ਇੱਟਾਂ ਖੜਕਾਉਣ ਵਾਸਤੇ ਹੁੰਦੀਆਂ ਨਾ, ਬੰਦਾ ਕਹਿੰਦਾ ਮੈਂ ਤੈਨੂੰ ਇੱਟਾਂ ਨਾਲ ਖੜਕਾ ਛੱਡਣੀ ਹੈ, ਇੱਟ ਖੜਕਾਉਣ ਵਾਸਤੇ ਹੁੰਦੀ ਹੈ। ਨਹੀਂ ਭਾਜੀ ਨਹੀਂ। ਅੱਛਾ ਰਾਣਾ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਤੁਸੀਂ ਵੀ ਕੱਲ ਸਾਡੇ ਤੇ ਖੁਤਬਾ ਦਿੱਤਾ ਵਾ, ਤੇ ਮੈਂ ਤੁਹਾਨੂੰ ਕਿਹਾ ਨਹੀਂ, ਬਹਰਹਾਲ ਚਲੋ ਕੋਈ ਮਸਲਾ ਨਹੀਂ। ਤੁਸੀਂ ਭਾਈ ਜੀ ਖੋਲੋ ਗੱਲ ਖੋਲੋ ਮੇਰੇ ਕੋਲ ਸਾਰਿਆਂ ਦੇ ਖੁਤਬੇ ਪਏ, ਤੁਸੀਂ ਕੱਲ ਸਾਡੇ ਤੇ ਖੁਤਬਾ ਦਿੱਤਾ, ਪਰ ਮੈਂ ਕਹਿੰਦਾ ਚਲੋ ਕੋਈ ਨਹੀਂ ਯਾਰ, ਤੁਸੀਂ ਹੁਣ ਕਿਤੇ ਮੈਂ ਸਾਰਿਆਂ ਨਾਲ ਛੋਟਾ ਵਾ, ਮੈਂ ਬੱਚਾ ਸਮਝ ਕੇ ਮਾਫ ਕੀਤਾ। ਤੁਸੀਂ ਕੱਲ ਖੁਤਬਾ ਦਿੱਤਾ ਨਹੀਂ ਮੈਨੂੰ, ਹੁਣ ਤੁਸੀਂ ਮੈਨੂੰ ਵੀ ਟੰਗੋ ਭਾਜੀ, ਮੈਂ ਇਹ ਚਾਹੁੰਦਾ। ਰਾਣਾ ਬਾਈ ਅਸੀਂ ਤੇ ਇੱਥੇ ਕਿਸੇ ਨੇ ਵੀ ਨਹੀਂ ਟੰਗਿਆ ਯਾਰ। ਨਹੀਂ ਮੈਂ ਕਹਿ ਰਿਹਾ ਵਾਂ ਕਿ ਖੁਤਬੇ ਤੋਂ ਯਾਦ ਆਇਆ ਯਾਰ, ਮੇਰਾ ਖੁਤਬਾ ਨਹੀਂ ਦਿੱਤਾ ਯਾਰ ਕਿਸੇ ਨੇ ਯਾਰ। ਨਹੀਂ ਮੇਰੇ ਵਾਲੇ ਖੁਤਬੇ ਦੀ ਮੈਨੂੰ ਰਿਕਾਰਡਿੰਗ ਭੇਜੋ, ਤੇ ਮੈਨੂੰ ਸਵਾਲ ਕੀਤੇ ਜਾਂਦੇ ਨੇ ਤੇ ਮੈਂ ਇੱਕ ਵਾਰੀ ਸੁਣਨਾ ਰਿਫਰੈਸ਼ ਹੋ ਜਾਂਦਾ, ਮੈਂ ਕੀ ਕਹਿ ਗਿਆ, ਰੋਜ਼ਾ ਰੱਖਿਆ ਸੀ, ਯਾਦ ਨਹੀਂ ਰਿਹਾ ਯਾਰ। ਨਹੀਂ ਯਾਰ ਇਹ ਗੱਲ ਇੱਕ ਟਿਕਟਾਕ ਤੇ ਯਾਰ, ਟਿਕਟਾਕ ਤੇ ਨਾ, ਇੱਕ ਟਿਕਟਾਕ ਤੇ ਡਿਪਟੀ ਰਹਿ ਗਿਆ ਜਿਹੜਾ ਹਰ ਪਾਸੇ ਜਾ ਸਕਦਾ, ਹਰ ਦੇਖੋ ਗੱਲ ਇਹ ਆ ਕਿ ਨਾ ਮੈਂ ਤੇ ਯਾਰ ਮੈਂ ਤੇ ਆਪਣੇ ਉਹਨਾਂ ਭਾਈਆਂ ਨੂੰ ਹੀ ਕਹਿ ਸਕਦਾ ਨਾ ਜਿਹੜੇ ਗੱਲ ਸਮਝਦੇ ਆ ਜਾਂ ਸੁਣ ਸਕਦੇ ਮੇਰੀ ਗੱਲ, ਠੀਕ ਹੈ। ਰਾਣਾ ਬਾਈ ਕਰਨਾ ਕੀ ਹੈ, ਦੱਸੋ ਸਾਨੂੰ ਕੀ ਕਰਨਾ ਕੁਛ ਨਹੀਂ ਹੈ, ਕਰਨਾ ਇਹ ਹੈ ਕਿ ਜਿਸ ਤਰ੍ਹਾਂ ਅੱਛੇ ਤਰੀਕੇ ਨਾਲ ਤੁਹਾਡੀ ਬਰਾਡ ਅੱਗੇ ਚੱਲ ਰਹੀ ਸੀ ਨਾ, ਉਹਨੂੰ ਅੱਗੇ ਲੈ ਕੇ ਵਧਾਓ ਭਾਈ ਜੀ। ਕਿੰਗਰਿਆਂ ਨੂੰ ਛੱਡ ਦੋ, ਕਸ਼ਤੀ ਨੂੰ ਜਦੋਂ ਜਨਾਬ ਜੀ ਅੰਨਿਓ ਬੰਨਿਓ ਜਦੋਂ ਛੱਲਾਂ ਵੱਜਣਗੀਆਂ ਨਾ, ਛੱਲਾਂ ਨੇ ਤੇ ਵੱਜਣੀਆਂ, ਠੀਕ ਹੈ, ਛੱਲਾਂ ਵੱਜਣੀਆਂ ਨੇ। ਅਗਰ ਉਹ ਕਸ਼ਤੀ ਜਿਹੜੀ ਹੈ ਨਾ ਛੱਲਾਂ ਦੇ ਨਾਲ ਜੇ ਰੁਕ ਜਾਏਗੀ ਨਾ, ਤੇ ਫਿਰ ਅੱਗੇ ਅਗਲਾ ਕੰਮ ਕਿੰਨੇ ਕਰਨਾ ਹੈ, ਠੀਕ ਹੈ। ਮੈਂ ਕਹਿੰਦਾ ਹੈ ਭਾਈ ਉਹ ਦੂਜੀ ਬਰਾਡ ਲੱਗੀ, ਉਹ ਲਾਓ ਥੋੜੀ ਜੀ ਕਮੈਂਟਰੀ ਸੁਣੀਏ। ਮੈਂ ਥੱਲੇ ਪੈਣਾ ਭਾਜੀ, ਤੁਸੀਂ ਕਮੈਂਟ ਮੈਨੇ ਉਹ ਨਹੀਂ, ਉਹ ਬੰਦ ਕਰਤੀ ਹੈ ਮੈਂ, ਉਹ ਹੋਰ ਪਾਸੇ ਹੋ ਗਏ ਨੇ ਸ਼ੁਰੂ ਯਾਰ। ਐਡੀ ਕਿਹੜੀ ਗੱਲ ਹੈ। अस्सलाम वालेकुम चौधरी नसरुल्लाह साहब, कैसे हैं आप? वालेकुम रहमतुल्लाह भाई। वो इस्लाम की तौहीन करने वाला शख्स। ਹੁਣ ਨਹੀਂ ਉਧਰ ਹੋਰ ਕੰਮ ਸ਼ੁਰੂ ਆ, ਹੁਣ ਤੁਸੀਂ ਉਹ ਪਹਿਲਾਂ ਬਦਖੋਈਆਂ ਕਰਕੇ ਤੇ ਫਿਰ ਦੂਸਰਾ ਕੰਮ ਸ਼ੁਰੂ ਕਰ ਲਿਆ ਵਾ। ਅਹਿਮਦ ਸਾਹਿਬ ਆ ਜਾਓ ਉੱਤੇ। रसूलुल्लाह साहब सवेरे ਕੁਛ ਨਹੀਂ ਹੈ, ਸਾਡੇ ਵੱਲੋਂ ਤਾਂ ਕੋਈ ਗੱਲ ਨਹੀਂ ਹੈ। सवेरे आए कोई नहीं थे, शामी आए ना, छठा चलने लगा, आलू छाल मार के निकल गया। क्लास चल रही मैं हाले क्लास चल रही है, तो ऐसे वेले होंगे, मेरी मजबूरी है मेरा भरा। नहीं तो ਤੁਹਾਡੀ ਲੜਾਈ ਸੀ, ਤੁਸੀਂ ਆਏ ਨਹੀਂ। ना मेरी ਅਸੀਂ ਤੁਹਾਡੀ ਲੜਾਈ ਦੀ ਰੋਡ ਚਲਾ ਕੇ ਰੱਖੀ ਹੈ। ਨਹੀਂ ਗੱਲ ਤੇ ਹੋਈ ਤੇ ਚੌਧਰੀ ਨਸਰੁੱਲਾ ਸਾਹਿਬ ਦੋ ਬੰਦੇ ਘੱਲੋ ਹੈ ਆਪਣੀ ਬਰੋਡ ਤੋਂ, ਘੱਲੋ ਕਿ ਸੀਡੀ ਦੀ ਗਾਲਾਂ ਕੱਢ ਰਿਹਾ, ਬਹੁਤ ਬਲੰਦੀ ਗਾਲ ਕੱਢ ਰਿਹਾ। नहीं ਗੱਲ ਫਿਰ ਮੱਚ ਜਾਂਦੀ ਹੈ। मैं जो काम नहीं करना, मैं फिर बंदे दो भेजने, जानी ते अकबर, फिर तुसें नस जा। जी हजरत अहमद साहब, अस्सलाम वालेकुम, कैसे हैं भाईजान, ठीक ठाक है? यार वो बड़ी फनी जी एपिसोड चल रही थी, सुनाने से बड़ा मजा आ रहा था सुनने में, वो खत्म हो गई है।
ਅਕਬਰ ਭਾਈ ਹੁਣ ਦੱਸੋ ਅੱਜ ਸਹੀ ਵਿਚਲੀ ਗੱਲ ਦੱਸੋ, ਤੁਸੀਂ ਬੜੀ ਛੱਟੇ ਦੇ ਵਿੱਚ ਨਾ ਬੜਾ ਸਮਰਾਈਜ਼ ਕਰ ਦਿੰਦੇ ਗੱਲ। ਦੱਸੋ ਮੁਤਾਲਬਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸੀਸੀਟੀਵੀ ਨਹੀਂ ਕਰਦੇ ਤੁਸੀਂ ਬੰਦ ਕਰੀਏ ਇੱਕ ਮਿੰਟ। ਨਾਜ਼ਰ ਨੇ ਨਾ, ਠੀਕ ਹੈ, ਜਿਵੇਂ ਕਿ ਤੁਸੀਂ ਹੋ, ਅਲਤਾਫ ਭਾਈ ਨੇ ਜਾਂ ਹੋਰ ਸ਼ਖਸੀਅਤ ਨੇ, ਇਹਨਾਂ ਨੂੰ ਇਸ ਕੰਮ ਤੋਂ ਬਾਹਰ ਰਹਿਣਾ ਚਾਹੀਦਾ। ਠੀਕ ਹੈ, ਤੁਸੀਂ ਉਹਨਾਂ ਨੂੰ WhatsApp ਦੇ ਉੱਤੇ ਭਰਾਈ ਬਣਾ ਕੇ ਸਮਝਾ ਸਕਦੇ ਹੋ, ਤੁਹਾਡਾ ਹੱਕ ਬਣਦਾ, ਲੇਕਿਨ ਤੁਸੀਂ ਇੱਥੇ ਬਾਹਰ ਇੱਥੇ ਨਾ ਉਹਨਾਂ ਦੇ ਨਾਲ ਨਾ ਕੋਈ ਵੀ ਗੱਲਬਾਤ ਕਰੋ। ਤੁਹਾਨੂੰ ਪਤਾ ਹੈ ਕਿ ਸਾਨੂੰ ਤੇ ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ, ਅਸੀਂ ਬਰਦਾਸ਼ਤ ਕਰਨੀਆਂ, ਲੇਕਿਨ ਸਾਡੇ ਸਾਹਮਣੇ ਅਗਰ ਕੋਈ ਅਲਤਾਫ ਭਾਈ ਗਾਲ ਕੱਢੇਗਾ ਮਾਂ ਭੈਣ, ਗੱਲ ਨਾ ਹਮੇਸ਼ਾ ਤੁਸੀਂ ਬੜੀ ਮੁਖਤਸਰ ਕਰਦੇ ਹੋ, ਕਦੀ ਤੁਹਾਡੀ ਗੱਲ ਏਡੀ ਲੰਮੀ ਹੋਈ ਨਹੀਂ, ਬੜੀ ਅੱਛੀ। ਮੈਂ ਤੁਹਾਡੇ ਵਾਸਤੇ ਮਾਈਕ ਛੱਡ ਸਕਣਾ, ਤੁਹਾਡੇ ਵਾਸਤੇ ਮਿਸਟਰ ਐਕਸ ਸਾਹਿਬ ਮਾਈਕ ਯੂਜ਼ ਕਰ ਸਕਦਾ। ਜਿਹੜਾ ਤੁਸੀਂ ਮੁਤਾਲਬਾ ਉਹਨਾਂ ਨੂੰ ਕਰਨਾ ਚਾਹੁੰਦੇ ਹੋ, ਯਾਦ ਦੀ ਗੱਲ ਹੋਵੇ ਨਾ, ਉਹ ਬੰਦੇ ਨੇ ਇਹ ਗਾਲ ਤੇ ਏਡੀ ਕੁ ਵੱਡੀ ਜ਼ਿਆਦਤੀ ਕੀਤੀ ਹੈ ਇੱਕ ਬੰਦੇ ਦੀ ਮਿਸਾਲ ਹੀ ਨਹੀਂ, ਜਿਹਦੇ ਉੱਥੇ ਬੈਠਾ ਸਾਂ ਮੈਂ ਕੁਝ ਦੇਰ ਪਹਿਲੇ, ਤੁਹਾਨੂੰ ਪਤਾ ਤੇ ਅਹਿਮਦ ਨੇ ਵੀ ਉਹਨੂੰ ਆਖਿਆ, ਜਾਨੀ ਨੇ ਵੀ ਆਖਿਆ, ਸ਼ਾਇਦ ਸੀਸੀ ਨੇ ਵੀ ਆਖਿਆ, ਉਹਨੇ ਤਾਂ ਬੜੀ ਵੱਡਾ ਬਲੰਡਰ ਕੀਤਾ। ਕਿਹਨੇ ਬਲੰਡਰ ਕੀਤਾ? ਅਲੀ ਅਕਬਰ ਨੇ ਜੋ ਗਾਲ, ਅਲੀ ਅਕਬਰ ਦੀ ਤੁਸੀਂ ਗਾਲ ਸੁਣੀ ਸੀ? ਜੀ ਮੈਂ ਸੁਣੀ ਸੀ, ਜੋ ਤੁਸੀਂ ਵੀਡੀਓ ਸਰਕੂਲੇਟ ਕੀਤੀ ਮੇਰੇ ਤੱਕ ਵੀ ਪਹੁੰਚੀ ਹੈ। ਵੈਰੀ ਗੁੱਡ ਵੈਰੀ ਗੁੱਡ, ਬਹੁਤ ਆਲਾ ਨਹੀਂ ਇਹ ਸੁਣ ਲਓ ਗੱਲ ਸੁਣ, ਮੇਰੀ ਗੱਲ ਤਾਂ ਸੁਣ ਲਓ। ਗੱਲ ਕਰਨ ਦੇ ਯਾਰ ਨਾਲ। ਅੱਛਾ ਯਾਰ, ਮੈਂ ਤੁਹਾਡੇ ਤੋਂ ਬਹੁਤੇ ਮੈਨੂੰ ਪਿਆਰੇ ਨੇ। ਅੱਛਾ ਤੁਸੀਂ ਇਹ ਦੱਸੋ, ਉਹਨਾਂ ਕੱਲ ਉਸੇ ਤੋਂ ਬਾਅਦ ਨਾ, ਕਿਉਂਕਿ ਜਿਸਲੇ ਮੈਂ ਸੁਣੀ ਤੇ ਮੇਰੀ ਬਕਾਇਦਾ ਉਹਨਾਂ ਨਾਲ ਗੱਲ ਹੋਈ ਸੀ, ਆਂਦੇ ਨੇ ਮੈਂ ਫੌਰਨ ਹੀ ਉਹਦੇ ਤੇ ਮਾਫੀ ਮੰਗ ਲਈ ਸੀ ਕਿ ਮੇਰੇ ਕੋਲ ਜ਼ਿਆਦਤੀ ਹੋਈ, ਇਹ ਪ੍ਰੋਵੋਕੇਸ਼ਨ ਚਾਹੀਏ, ਤੇ ਉਹ ਦੁਬਾਰਾ ਇਸ ਗੱਲ ਨੂੰ ਐਕਸੈਪਟ ਕਰਨ ਨੂੰ ਤਿਆਰ ਨਾ। ਤੁਸੀਂ ਕਿਉਂ ਅਗਰ ਇਹ ਚੀਜ਼, ਮੇਰੀ ਗੱਲ ਸੁਣੋ, ਮੈਂ ਹੁਣੇ ਜੇ ਮੋਬਾਈਲ ਤੋਂ ਉਹਨਾਂ ਦੀ ਬਰਾੜ ਉਹ ਮੇਰੀ ਸੁਣਦੇ ਨੇ, ਅਗਰ ਇਹ ਗੱਲ ਉੱਥੇ ਬਹਿ ਕੇ ਇਹ ਗੱਲ ਕਰ ਦੇਣ, ਠੀਕ ਹੈ, ਕਿ ਮੈਂ ਉਹਨਾਂ ਅਲਫਾਜ਼ਾਂ ਤੋਂ ਮਾਫੀ ਮੰਗਣਾ, ਠੀਕ ਹੈ, ਮੈਂ ਤੇ ਇਹੀ ਗੱਲ ਕਰ ਰਿਹਾ ਮਿਸਟਰ ਐਕਸ ਸਾਹਿਬ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਅੱਲਾਹ ਤਾਲਾ ਕੋਲੋਂ ਤੌਬਾ ਕਰਨੀ ਚਾਹੀਦੀ ਹੈ। ਉਹ ਸਰ ਮੇਰੇ ਜ਼ੁਬਾਨ ਤੇ ਉਹਦਾ ਬੰਦੇ ਦਾ ਨਾਮ ਨਹੀਂ ਸੁਣੋਗੇ, ਸਾਰੀ ਝਾੜੀ ਬਹਿ ਕੇ ਮੈਨੂੰ ਗਾਲਾਂ ਕੱਢੇਗਾ, ਮੈਂ ਇੱਕ ਗੱਲ ਦਾ ਜਵਾਬ ਨਹੀਂ ਕਿਹਾ। ਗੱਲ ਸੁਣ ਲਓ ਨਾ, ਕਿਉਂਕਿ ਹਮੇਸ਼ਾ ਤੁਹਾਡੀ ਗੱਲ ਬੜੀ ਜਾਮਿਆ ਤੇ ਮੁਖਤਸਰ ਹੁੰਦੀ ਹੈ। ਹਾਂਜੀ, ਗੱਲ ਇਹ ਵੇ ਕਿ ਉਹ ਇਹ ਗੱਲ ਤੇ ਉਹਨਾਂ ਖੁਦ ਮੈਨੂੰ ਆਖੀ ਹੈ ਕਿ ਮੈਨੂੰ ਉਸੇ ਲਈ ਰਿਅਲਾਈਜ਼ ਹੋਇਆ ਕਿ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ ਹੈ। ਇਹ ਸਰ ਮੈਂ ਨਹੀਂ ਮੰਨ ਸਕਦਾ। ਤੁਸੀਂ ਨਾ ਮੰਨੋ, ਤੁਹਾਡੇ ਮੰਨਣ ਮੈਂ ਮੰਨ ਹੀ ਨਹੀਂ ਸਕਦਾ। ਉਹ ਬੰਦੇ ਨੇ ਅਗਰ ਉਹ ਬਤਾ ਤੁਸੀਂ ਸੁਣ ਲਓ, ਮੈਂ ਦੱਸਦਾ, ਮੈਨੂੰ ਇਹ ਗੱਲ ਦੱਸੋ ਕਿ ਅਗਰ ਜਿਹੜੇ ਅਲਫਾਜ਼ ਬੋਲੇ ਗਏ, ਠੀਕ ਹੈ, ਮੈਂ ਤੁਹਾਨੂੰ, ਮੇਰਾ ਯਕੀਨ ਮੰਨੋ, ਮੈਨੂੰ ਪਤਾ ਨਹੀਂ ਕਿਉਂ ਪਿੱਛੋਂ ਬਾਰ-ਬਾਰ ਫੋਨ ਆ ਜਾਂਦੇ ਨੇ ਜਦੋਂ ਮੈਂ ਰਿਕਾਰਡਿੰਗ ਸੁਣਾਉਣ ਲੱਗ ਰਿਹਾ, ਹੁੰਦੇ ਨੇ ਰਿਕਾਰਡਿੰਗ ਨਾ ਸੁਣਾਓ, ਰਿਕਾਰਡਿੰਗ ਨਾ ਸੁਣਾਓ, ਰਿਕਾਰਡਿੰਗ ਨਾ ਸੁਣਾਓ। ਰਿਕਾਰਡਿੰਗ ਤੁਸੀਂ ਤਾਂ ਸੁਣਾਓ ਕਿ ਹਾਂ ਉਹ ਆਡੀਓ ਸੁਣੀ ਨਾ ਹੋ। ਹਾਂ ਤੁਸੀਂ ਸੁਣੀ ਹੈ, ਇਹ ਥੱਲੇ ਜਿਹੜਾ 38 ਬੰਦਾ ਸੁਣਦਾ ਨਾ, ਤੁਸੀਂ ਜ਼ਰੂਰ ਬੜੀ ਹੱਦ ਤੇ 8 ਤੋਂ 9 ਬੰਦੇ ਨੇ ਸੁਣੀ ਹੈ, ਬਾਕੀ ਕਿਸੇ ਆਡੀਓ ਨੇ ਸੁਣੀ ਹੈ। ਪਿਆਰ ਨਾਲ ਤੁਸੀਂ ਜ਼ਰੂਰ ਸੁਣਾਣੀ ਹੈ। ਹਾਂ ਯਕੀਨ ਮੰਨੋ, ਸੁਣ ਲਓ ਮਿਸਟਰ ਸਾਹਿਬ, ਇੱਕ ਮਿੰਟ, ਇਹ ਅਗਰ ਉਹ ਆਡੀਓ ਇੱਥੇ 38 ਬੰਦਾ ਸੁਣ ਲੇ ਨਾ, ਤੇ ਇਹ ਜਿਹੜੇ ਅਗਲੇ ਅਲਫਾਜ਼ ਤੁਸੀਂ ਕਹਿ ਰਹੇ ਹੋ ਨਾ ਕਿ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਮਾਫੀ ਮੰਗਣਾ, ਮੈਨੂੰ ਉਸੇ ਟਾਈਮ ਰਿਅਲਾਈਜ਼ ਹੋਇਆ ਕਿ ਮੈਂ ਇਹ ਗੱਲ ਗਲਤ ਕੀਤੀ ਹੈ। ਯਕੀਨ ਮੰਨੋ, ਬੰਦੇ ਕਿਸੇ ਨੇ ਯਕੀਨ ਹੀ ਨਹੀਂ ਕਰਨਾ, ਜਿਵੇਂ ਮੈਂ ਨਹੀਂ ਕਰ ਰਿਹਾ। ਹੁਣ ਤੁਸੀਂ ਦੂਸਰੇ ਬੰਦੇ ਯਾਰਾ ਭਾਈ ਸਾਹਿਬ, ਦੂਸਰੇ ਬੰਦੇ ਦੀ ਗਾਲ ਕੱਢ ਕੇ, ਐਡੀ ਵੱਡੀ ਗਾਲ ਕੱਢ ਕੇ ਉਮਰ ਮੋਮਿਨੀਨ ਨੂੰ, ਉਹ ਬੰਦਾ ਸ਼ਰਮਿੰਦਾ ਹੋਇਆ ਹੋਏਗਾ। ਸ਼ਰਮਿੰਦਾ ਇੱਕ ਵਾਰੀ ਹੋਇਆ ਜਾਂਦਾ, ਗਲਤੀ 2 ਵਾਰੀ ਹੋਈ ਜਾਂਦੀ ਹੈ, ਉਹਨੇ ਤੇ ਕਰੋੜਾਂ ਗਾਲਾਂ ਕੱਢੀਆਂ ਨੇ ਉਮਰ ਮੋਮਿਨੀਨ ਨੂੰ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਿਲਕੁਲ ਸਹੀ ਫਰਮਾਇਆ। ਅਗਰ ਤੇ ਤੁਹਾਡਾ ਤੇ ਤੁਹਾਡੀ ਤੇ ਗੱਲ ਇਹ ਸੀ ਨਾ, ਇੱਕ ਤੇ ਮਾਫੀ ਜਦੋਂ ਕੋਈ ਬੰਦਾ ਮੰਗਦਾ ਨਾ, ਤੇ ਕਿਸੇ ਦੇ ਮੁਤਾਲਬੇ ਤੇ ਨਹੀਂ ਮੰਗਦਾ। ਨਹੀਂ ਸਾਡੇ ਮੁਤਾਲਬੇ ਤੇ ਮਾਫੀ ਉਹ ਹੁੰਦੀ ਹੈ। ਮੈਂ ਸਿਰਫ ਇੰਨਾ ਚਾਹਨਾ, ਅਗਰ ਮਾਫੀ ਸੀਸੀਡੀ ਸਾਹਿਬ ਨੂੰ ਚਾਹੀਦਾ, ਸੁਣ ਲਓ, ਸੀਸੀਡੀ ਸਾਹਿਬ ਨੂੰ ਚਾਹੀਦਾ ਯਾਰ, ਐਕ ਮਿਸਟਰ ਐਕਸ ਭਾਈ ਦੀ ਵੀ ਤਾਂ ਸੁਣਨਾ, ਉਹ ਕੀ ਕਹਿੰਦੇ। ਅੱਛਾ ਮੈਂ ਸੁਣ ਲਗਾ ਮਿਸਟਰ ਐਕਸ ਸਾਹਿਬ, ਅਗਰ ਉਹਨੇ ਮਾਫੀ ਮੰਗੀ ਹੈ ਜਾਂ ਉਹ ਮੰਗਣ ਦੀ ਨੀਅਤ ਰੱਖਦਾ ਹੈ ਜਾਂ ਉਹਨੇ ਮੰਗ ਲਈ, ਸੀਸੀਡੀ ਸਾਹਿਬ ਨੂੰ ਜਿਹੜੇ ਕਿ ਉਹਦੇ ਹਮਾਇਤੀ ਨੇ, ਜਿਹੜੇ ਕਿ ਉਹਦੇ ਸਾਥ ਨੇ, ਜਿਹੜੇ ਉਹਨਾਂ ਨੇ ਆਖਿਆ ਕਿ ਮੈਂ ਇਹਦੀ ਕਿਸੇ ਚੀਜ਼ से ਮੁਖਾਲਫਤ ਨਹੀਂ ਕਰਨੀ, ਇਹ ਬਿਲਕੁਲ ਠੀਕ ਕਰਦਾ ਜੋ ਕਰਦਾ, ਠੀਕ ਹੈ, ਇਹ ਬਿਲਕੁਲ ਐਸੇ ਤਰ੍ਹਾਂ ਹੀ ਮੇਰਾ ਭਰਾ ਰਹੇਗਾ, ਐਸੇ ਤਰ੍ਹਾਂ ਮੇਰਾ ਜਿਗਰੀ ਰਹੇਗਾ। ਉਹ ਸੀਸੀਡੀ ਸਾਹਿਬ ਨੂੰ ਚਾਹੀਦਾ ਹੈ ਵੇ ਕਿ ਬਜਾਏ ਕਿ ਮੇਰੀ ਅੱਜ ਕਹਿੰਦੇ ਸਨ ਕਿ ਮੈਂ ਇਹਦੀ ਆਡੀਓ ਕੱਢ ਕੇ ਸੁਣਾਣੀ, ਸਾਰਿਆਂ ਨੂੰ ਸੁਣਾਣੀ, ਅੱਗੇ ਤੇ ਮੈਂ ਨਹੀਂ ਸਾ ਕੱਢਦਾ ਪਿਆ, ਲੇਕਿਨ ਮੈਂ ਹੁਣ ਕੱਢ ਸੀਸੀਡੀ ਸਾਹਿਬ, ਅਗਰ ਤੁਸੀਂ ਸੁਣ ਰਹੇ ਹੋ, ਬਜਾਏ ਕਿ ਮੇਰੀ ਆਡੀਓ ਕੱਢਣ ਦੇ ਨਾ, ਮੇਰੀ ਜ਼ਬਾਨ ਬੰਦ ਕਰਨ ਵਾਸਤੇ ਤੁਸੀਂ ਅਲੀ ਅਕਬਰ ਦੀ ਮਾਫੀ ਦਰਖਾਸਤ,
ਤੁਸੀਂ ਮਾਫੀ ਕਾਫੀ ਹੈ। ਤੁਸੀਂ ਅਲੀ ਅਕਬਰ ਨੂੰ ਆਪੋ ਆਪਣੀ ਮਾਫੀ ਕਢਾ ਕੇ ਵਿੱਚੋਂ ਜਿਹੜੀ ਉਹਨੇ ਕਮ ਅਜ਼ ਕਮ ਆਪਣੇ ਟਾਈਮਲਾਈਨ ਦੇ ਉੱਤੇ ਜਾਂ ਇੱਕ ਦਿਨ ਵਾਸਤੇ ਰੱਖ ਦਿਓ ਜਾਂ ਅੱਧੇ ਦਿਨ ਵਾਸਤੇ ਰੱਖ ਦਿਓ ਜਾਂ ਇੱਕ ਅੱਧੇ ਘੰਟੇ ਵਾਸਤੇ ਰੱਖ ਦਿਓ। ਕੋਈ ਨਾ ਕੋਈ ਰਿਕਾਰਡ ਕਰਕੇ ਸਾਡੇ ਤੱਕ ਪਹੁੰਚਾ ਦੇਗਾ। ਜਿਹੜੀ ਗੰਦੀ ਗਾਲ ਇਹਨੇ ਪਹਿਲੋਂ ਕੱਢੀ ਸੀ, ਜਿਹੜੀ ਗੰਦੀ ਗਾਲ ਇਹਨੇ ਹੁਣ ਕੱਢੀ ਹੈ, ਇਹਦੇ ਉੱਤੇ ਯਕੀਨ ਮੰਨੋ ਇਹ ਤੁਹਾਡੇ ਅਲਫਾਜ਼ ਕਹਿ ਦੇਣੇ ਕਿ ਉਹਨੇ ਸ਼ਾਇਦ ਮਾਫੀ ਮੰਗ ਲਈ ਹੋਏਗੀ, ਸ਼ਾਇਦ ਉਹਨੂੰ ਅਹਿਸਾਸ ਹੋ ਗਿਆ ਹੋਵੇਗਾ। ਯਕੀਨ ਮੰਨੋ ਥੱਲੇ ਬੈਠਾ 40 ਬੰਦਾ ਹੋਏ 400 ਅਹਿਸਾਸ ਹੋ ਗਿਆ। ਬੰਦ ਕਰ ਰਿਹਾ ਸੀ ਚੌਧਰੀ। ਮੈਂ ਉਹਨਾਂ ਦੀ ਸੱਚੀ ਗੱਲ ਕਰਨ ਲੱਗਾ। ਮੇਰੇ ਕੋਲੋਂ ਅਗਰ ਕੋਈ ਮੂੰਹ ਅਲਫਾਜ਼ ਨਿਕਲ ਆਉਂਦੇ ਨੇ ਜਾਂ ਤਾਹਰ ਸਾਹਿਬ ਦੇ ਮੂੰਹ ਕੋਲ ਅਲਫਾਜ਼ ਨਿਕਲ ਆਉਂਦੇ ਨੇ ਜਾਂ ਇਮਰਾਨ ਖਾਨ ਸਾਹਿਬ ਦੇ ਮੂੰਹ ਕੋਲ ਅਲਫਾਜ਼ ਨਿਕਲ ਆਉਂਦੇ ਨੇ, ਗਲਤੀ ਨਾਲ ਨਿਕਲ ਆਉਂਦੇ ਨੇ, ਗੁੱਸੇ ਨਾਲ ਨਿਕਲ ਆਉਂਦੇ ਨੇ, ਆਮ ਅਲਫਾਜ਼, ਠੀਕ ਹੈ, ਜਿਹੜੇ ਕਿ ਗਾਲੀ ਦੇ ਜ਼ੁਮਰੇ 'ਚ ਨਹੀਂ ਹੁੰਦੇ, ਠੀਕ ਹੈ, ਉਹ ਸਲਿਪ ਆਫ ਟੰਗ ਦੇ ਵਿੱਚ ਹੁੰਦੇ ਨੇ। ਉਹਨਾਂ ਦੀ ਮਾਫੀ ਉਸੇ ਟਾਈਮ ਬੰਦਾ ਸੋਚ ਵੀ ਸਕਦਾ ਹੈ, ਥਿੰਕ ਵੀ ਕਰ ਸਕਦਾ, ਯਾਨੀ ਕਿ ਤੁਸੀਂ ਸਮਝਦੇ ਹੋਗੇ, ਠੀਕ ਹੈ, ਹਰ ਕੱਲ ਉਹ ਉਸੇ ਟਾਈਮ ਉਸ ਤੋਂ ਰਜੂ ਵੀ ਕਰ ਸਕਦਾ ਹੈ। ਇਹ ਜਿਹੜੀ ਗਾਲ ਹੈ ਨਾ, ਇਹ ਗੱਲ ਦੀ ਉਹਨੇ ਮਾਫੀ ਨਾ ਮੰਗੀ ਜੇ ਨਾ ਉਹ ਮੰਗੇਗਾ ਜੇ, ਮੇਰੇ ਕੋਲ ਲਿਖਾ ਲਓ। ਅਗਰ ਉਹ ਬੰਦਾ ਇਸ ਗੱਲ ਦੀ ਮਾਫੀ ਮੰਗ ਜੇ ਤਾਂ ਦੱਸਿਓ। ਮੈਂ ਤਾਂ ਕਹਿਣ ਡਿਆ ਕਿ ਮੇਰੇ ਬਰਾੜ ਇੱਥੇ ਹੀ ਬਰਾੜ ਦਾ ਸੋਚ ਬੰਦ ਕਰਾਂਗਾ ਜਿੱਥੇ ਉਹ ਆਖੇਗਾ ਕਿ ਮੈਂ ਮਾਫੀ ਮੰਗਦਾ। ਅੱਛਾ 11 ਭਾਈ ਯਾਰ ਮੇਰੀ ਗੱਲ ਸੁਣਨਾ, ਮੈਨੂੰ ਨਾ ਤੂੰ ਸਹੀ ਸਾਰੀ ਗੱਲ ਦੱਸਣੀ ਹੈ, ਝੂਠ ਨਹੀਂ ਬੋਲਣਾ ਤੇ ਜਿੰਨਾ ਰੱਤੀ ਬਰਾਬਰ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਮੈਂ ਤੇਰੇ ਕੋਲ ਬਗੈਰ ਪ੍ਰੂਫ ਤੇ ਕੋਈ ਗੱਲ ਨਹੀਂ ਕਰਨੀ। ਤੂੰ ਅਲੀ ਅਕਬਰ ਨੂੰ ਪ੍ਰਵੋਕ ਕੀਤਾ ਕਿ ਨਹੀਂ ਕੀਤਾ? ਕੀ ਪ੍ਰਵੋਕ ਕਿਸ ਤਰ੍ਹਾਂ ਹੁੰਦਾ ਮੈਨੂੰ ਤੁਸੀਂ ਦੱਸੋ ਕਿ ਤਾਰ ਸਾਹਿਬ ਮੈਂ ਤੁਹਾਨੂੰ ਹੁਣ ਇੱਥੇ ਆਈ ਉਹਨੂੰ ਕਿਹਾ ਕਿ ਮੈਂ ਤੇਰੇ ਮੂੰਹ ਤੇ ਥੁੱਕਣ ਆਇਆ ਹਾਂ। ਤਾਰ ਭਾਈ ਮੈਨੂੰ ਇਹ ਦੱਸੋ ਕਿ ਮੈਂ ਇਹ ਗੱਲ ਕਰ ਰਿਹਾ ਵਾਂ, ਉਹ ਤਾਰ ਭਾਈ ਸੁਣ ਤੇ ਲਵੋ ਮੈਂ ਇਹ ਗੱਲ ਕਰ ਰਿਹਾ ਵਾਂ ਕਿ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਵਾਂ। ਮੈਂ ਕਿੰਨਾ ਕੁ ਤੁਹਾਨੂੰ ਪ੍ਰਵੋਕ ਕਰਾਂਗਾ ਮੈਨੂੰ ਉਹ ਲੈਵਲ ਦੱਸਣਾ ਤੁਸੀਂ ਕਿ ਮੈਂ ਤੁਹਾਨੂੰ ਇੰਨਾ ਪ੍ਰਵੋਕ ਕਰਾਂਗਾ ਤੇ ਤੁਸੀਂ ਉਮੁਲ ਮੋਮਿਨੀਨ ਨੂੰ ਗਾਲਾਂ ਕੱਢ। ਨਹੀਂ ਅਲੀ ਅਕਬਰ ਨੇ ਥੱਲੇ ਕਿਹਾ ਜੀ ਉਹ ਛੋਟਾ ਮੈਨੂੰ ਦੱਸੋ ਤਾਂ ਸਹੀ ਨਾ, ਤੁਸੀਂ ਵੀ ਦੱਸੋਗੇ ਨਾ। ਚੀਫ ਸਾਹਿਬ ਤੇ ਮੇਰੀ ਗੱਲ ਸੁਣੋ, ਮੈਂ ਇਹ ਗੱਲ ਕਰ ਰਿਹਾ ਤਾਹਰ ਭਾਈ ਸੁਣੋ, ਅਟਵਾਲ ਸਾਹਿਬ ਮੈਂ ਗੱਲ ਕਰ ਰਿਹਾ ਕਿ ਮੈਂ ਤੁਹਾਨੂੰ ਕਿੰਨਾ ਕੁ ਪ੍ਰਵੋਕ ਕਰਾਂ। ਕਿਸੇ ਦੀ ਗੱਲ ਨਹੀਂ ਸੁਣਨੀ। ਜਦੋਂ ਇਹਦੀ ਪੁੱਛਲ ਤੇ ਪੈਰ ਆਣ ਲੱਗਦੇ ਨਾ, 1 ਸੈਕਿੰਡ ਯਾਰ, 1 ਸੈਕਿੰਡ ਲਾਣਾ ਬੰਦ ਕਰਨਾ ਯਾਰ, ਬੰਦ ਕਰਨਾ। ਜਦੋਂ ਉਹ ਬੰਦ ਤੇ ਕਰੋ, ਸਿਰਫ ਇਸ ਗੱਲ ਦਾ ਸਵਾਲ ਦਾ ਜਵਾਬ ਲੈ ਦਿਓ। ਕੋਈ ਜਸਟੀਫਿਕੇਸ਼ਨ ਨਹੀਂ, ਕੋਈ ਤੁਹਾਨੂੰ ਪ੍ਰਵੋਕ ਕਰਦਾ ਭਾਈ ਨੂੰ ਮਾਰੀ ਦੇ ਨਵਾਂ ਮਿਸਟਰ ਐਕਸਲ ਮੇਰੀ ਤਾਂ ਸੁਣ ਲੈ ਇੰਨੀ ਗੁੱਸੇ ਤਾਹਰ ਭਾਈ ਵੱਡੇ ਨੇ ਜੋ ਕਹਿਣਗੇ ਉਹਦੀ। ਹਾਂ ਮੈਂ ਕਹਿਣ ਡਿਆ ਤਾਹਰ ਸਾਹਿਬ ਸਿਰਫ ਨਹੀਂ ਦੇ ਦੇਣਾ ਕਿ ਮੈਂ ਕਿੰਨਾ ਪ੍ਰਵੋਕ ਕਰਾਂਗਾ ਕਿ ਹਾਂਜੀ ਜੀ ਅਕਬਰ ਭਾਈ। जी चौधरी नसरुल्लाह साहब कैसे हैं आप? कैसी चल रही है आपकी क्लास? क्लास तो हो गई है, शुक्र अल्लाह दा। थोड़ी देर तक चला जाऊंगा तो मेरी सीट तुसी साम लेनी है। अच्छा आज यानी की होया? मैं तो होना आ 10 यार मैं अर्ज कर रहा हां जानी भाई मैं अर्ज कर रहा हां कि ਜਦੋਂ ਉਹਨੂੰ ਬੰਦਾ ਉਹਦੇ ਪੁੱਛਲ ਤੇ ਪੈਰ ਰੱਖ ਕੇ ਸਵਾਲ ਕਰਦਾ ਨਾ, ਉਹ ਬੰਦੇ ਨੂੰ ਕੋਈ ਬੋਲਣ ਨਹੀਂ ਦਿੰਦਾ। ਹੁਣ ਤਾਹਿਰ ਸਾਹਿਬ ਨੇ ਕਿਹਾ ਕਿ ਤੂੰ ਮੈਨੂੰ ਪ੍ਰੂਫ ਦੇ, ਪ੍ਰੂਫ ਨਾਲ ਗੱਲ ਕਰਕੇ ਤੂੰ ਨਾਲ ਹੀ ਫੋਟੋ, ਇੰਨਾ ਚਰਬ ਜ਼ਬਾਨ ਬੰਦਾ ਹੈ। ਉਸ ਬੰਦੇ ਨੇ ਆਪਣੀ ਗੱਲ ਤੇ ਉਹਨੂੰ ਰਿਕਾਰਡਿੰਗ ਸੁਣਾਇਆ ਸੀ ਵਾਲਾ, ਕਿਉਂ ਨਹੀਂ ਸੁਣਾਉਂਦਾ? ਬਾਕੀ ਜੀ ਰਿਕਾਰਡਿੰਗ ਸਾਰੀ ਸੁਣਾਏ ਸ਼ੁਰੂ ਤੋਂ ਕਿ ਭਾਈ ਜੀ ਇੰਜ ਮੈਂ ਉੱਤੇ ਗਿਆ, ਇਹ ਮੈਂ ਲਫ਼ਜ਼ ਬੋਲੇ ਨੇ, ਅਲੀ ਅਕਬਰ ਨੇ ਗਾਲ ਕੱਢੀ, ਕਿਉਂ ਨਹੀਂ ਸੁਣਾਉਂਦਾ? ਸੁਣਾਵੇ। ਇਸ ਬੰਦੇ ਨੇ ਨਾਮ ਲਿੱਤਾ ਹੈ, ਮੈਂ 3 ਦਫਾ ਰੋਕਿਆ, ਮੈਂ ਕਿਹਾ ਇਹ ਗੱਲ ਨਾ ਕਰ, ਤੂੰ ਆਪਣੀ ਜਿਹੜੀ ਭੈਣ ਦਾ ਰਿਸ਼ਤਾ ਲੈਣ ਆਇਆ ਉਹਦੇ ਇਹ ਮਜ਼ਹਬੀ ਕਾਰਡ ਇਸਤੇਮਾਲ ਨਾ ਕਰ। ਮੈਨੂੰ ਕਹਿੰਦਾ ਤੂੰ ਉਮੁਲ ਮੋਮਿਨੀਨ ਨੂੰ ਗਾਲ ਕੱਢ। ਮੈਂ ਕੋ ਕਿਹਾ ਕਿਹੜੀ ਮਾਂ ਨੂੰ ਕਿਹੜੀ ਗਾਲ ਕਢਾਣੀ ਹੋ? ਇਹਨੇ ਨਾਮ ਲਿੱਤਾ ਮਾਰਿਆ ਕੀ ਪਤੀਆ ਦਾ। ਸਾਫ਼ ਸ਼ੈਤਾਨੀ ਨਜ਼ਰ ਆ ਰਹੀ ਹੈ। ਉੱਥੇ ਲੋਕਾਂ ਜਿਹੜਾ ਸਵਾਲ ਕਰਦੇ ਨੇ ਉਹਨਾਂ ਨੂੰ ਕੋਈ ਕਹਾਣੀਆਂ ਸੁਣਾਈ ਜਾਂਦਾ ਹੈ। ਕੱਲ ਸੁਣੋ ਬੋਲਣ ਨਹੀਂ ਦੇ ਰਹੇ ਲੋਕੀ। ਜਾ ਕੇ ਸਾਰੇ ਬੰਦੇ ਨੇ ਇਹ ਕਹਿ ਰਹੇ ਨੇ ਕਿ ਤੇਰੀ ਗਲਤੀ ਹੈ, ਤੂੰ ਪ੍ਰਵੋਕ ਕੀਤਾ। ਉਹਨੂੰ ਪਤਾ ਹੈ ਕਿ ਭਾਈ ਜੀ ਇੱਥੇ ਮੈਨੂੰ ਆ ਕੇ ਲੋਕੀ ਪੁੱਛਦੇ ਨੇ ਇਹੀ ਤੈਨੂੰ ਮਿਰਚਾਂ ਲੱਗਣੀਆਂ ਸਵੇਰ ਦੀਆਂ। ਆਪਣੀ ਗਲਤੀ ਨੂੰ ਕਰਨ ਦਿੱਤੀ ਤਾਹਿਰ ਨੂੰ ਉਹਨੇ, ਹਾਂ ਸੁਭਾਨ ਅੱਲਾਹ ਨਹੀਂ ਕਰਨ ਦਿੱਤੀ। ਉਹ ਚਲਾ ਗਿਆ ਵਿਚਾਰਾ ਤੰਗ ਆ ਕੇ। ਉਹਨੇ ਵੀ ਇਹ ਗੱਲ ਕੀਤੀ ਸੁਭਾਨ ਅੱਲਾਹ ਨੇ ਕਿ ਤੂੰ ਤੇਰੀ ਗਲਤੀ ਹੈ।
ਆਖਦੇ ਨੇ ਪੰਜਾਬੀ ਦੀ ਕਹਾਵਤ ਹੈ ਆਜ਼ਾਦੀ 10-15 ਮਿੰਟ ਅਵੇਲੇਬਲ ਆ ਚੋਈ ਸਾਹਿਬ ਜੇ ਕੋਈ ਵਧਵਾਣਾ ਹੈ ਨਹੀਂ ਖੁਦਬਾਨ ਤੂੰ ਨਹੀਂ ਦੇਣਾ। ਅੱਛਾ ਉਹ ਪੰਜਾਬੀ ਦੀ ਇੱਕ ਮਿਸਾਲ ਹੈ ਕਿ ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ, ਇੱਕ ਹੋਰ ਬੁਰਾ ਨਾ ਜੰਮ ਤਰੇ। ਜਿਹੜਾ ਬੰਦਾ ਆ ਕੇ ਸਟਾਰਟ ਕਰਦਾ ਕਸੂਰਵਾਰ ਉਹ ਹੁੰਦਾ। ਅਗਰ ਤੁਹਾਨੂੰ ਦੱਸੇ ਨਹੀਂ ਚੋਈ ਸਾਹਿਬ ਰਾਤੀ ਮੈਨੂੰ ਮੁਨਾਫਿਕ ਦਾ ਟਾਈਟਲ ਮਿਲਿਆ, ਤੁਸੀਂ ਮੁਬਾਰਕ ਨਹੀਂ ਦਿੱਤੀ ਮੈਨੂੰ? ਨਾ ਕਰ ਯਾਰ, ਕਿੰਨੇ ਦੇ ਦਿੱਤਾ? ਛੱਡ ਦਿਓ, ਨਾ ਨਹੀਂ ਮੈਂ ਦੱਸਣਾ, ਰਹਿਣ ਦਿਓ, ਫੋਨ ਤੇ ਦੱਸ ਦਿਆਂਗਾ ਗਲਤ ਗੱਲ ਠੀਕ ਹੈ, ਫੋਨ ਤੇ ਦੱਸੋ ਆਪਣੇ। ਹਾਂ ਲੇਕਿਨ ਮੈਂ ਰਾਤੀ ਸੁਣਿਆ, ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੈਨੂੰ ਮੁਨਾਫਿਕ ਦਾ ਟਾਈਟਲ ਦਿੱਤਾ ਗਿਆ ਹੈ।